ਹਾਂਜੀ, ਵਿਚਾਰ ਤੇ ਤਕਰਾਰ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਹੋਸਟ ਰਾਜ ਮੰਡਾਰ। ਆਲਮੋਸਟ ਇੱਕ ਮੰਥ ਦੇ ਬਾਅਦ ਅਸੀਂ ਤੁਹਾਨੂੰ ਮਿਲ ਰਹੇ ਹਾਂ ਵਾਪਸ। ਕੁਝ ਸਰਗਰਮੀਆਂ, ਕੁਝ ਗਤੀਵਿਧੀਆਂ। ਮੈਨੂੰ ਅਜੇ ਤੱਕ ਚੇਤਾ, ਕਈ ਵਾਰੀ ਅਸੀਂ ਕਾਲਜ ਪੜ੍ਹਦੇ ਸੀ ਤਾਂ ਕਈ ਵਾਰੀ ਪੁੱਛਣਾ ਹਾਂ ਵੀ ਕੀ ਗਤੀਵਿਧੀਆਂ ਚੱਲਦੀਆਂ। ਮੈਂ ਕਿਹਾ ਵੀ ਵਿਧੀਆਂ ਬਹੁਤ ਹੈ ਪਰ ਗਤੀ ਕੋਈ ਨਹੀਂ ਹੈਗੀ। ਕੈਨੇਡਾ ਜਾ ਕੇ ਵੀ ਕੁਝ ਇੱਦਾਂ ਦਾ ਹੋ ਜਾਂਦਾ, ਵਿਧੀਆਂ ਬੜੀਆਂ, ਗਤੀ ਕੋਈ ਨਹੀਂ ਹੈਗੀ। ਇੱਕੋ ਹੀ ਗਤੀ 'ਤੇ ਚੱਲੀ ਜਾਂਦਾ ਬੰਦਾ, ਸਵੇਰੇ ਸ਼ਾਮ ਇੱਕੋ ਹੀ, ਉਹਦੀ ਕੋਈ ਦੂਜੀ ਸਪੀਡ ਨਹੀਂ ਹੈਗੀ। ਤਾਂ ਬੰਦਾ ਕਹਿੰਦਾ ਯਾਰ ਕੋਈ ਥ੍ਰਿਲ ਨਹੀਂ ਹੈਗਾ। ਠੀਕ ਹੈ ਜੀ, ਮੈਂ ਤੁਹਾਡਾ ਹੋਸਟ ਰਾਜ ਮੰਡਾਰਾ ਅੱਜ ਦਾ ਇੱਕ ਵਾਰੀ ਫਿਰ ਪ੍ਰੋਗਰਾਮ ਲਾ ਕੇ ਤੁਹਾਡੇ ਲਈ ਹਾਜ਼ਰ ਹਾਂ। ਤਾਂ ਮੇਰੇ ਨਾਲ ਅੱਜ ਇੱਕ ਵਾਰੀ ਫਿਰ ਜੁੜ ਚੁੱਕੇ ਆ ਸਾਡੇ ਗੈਸਟ ਸੁਖੀ ਸੀਰਾ ਜੀ। ਵੈਲਕਮ ਤੁਹਾਡਾ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ। ਸੋ ਅੱਜ ਆਪਾਂ ਕਾਫੀ ਟੌਪਿਕ ਜਿਹੜੇ ਆਪਾਂ ਉਹ ਕਵਰ ਕਰਾਂਗੇ। ਜੋ ਕਰੋਨਾ ਦਾ ਪ੍ਰਕੋਪ ਹੈ ਇੱਥੇ ਚੱਲ ਰਿਹਾ, ਤੀਜੀ ਵੇਵ ਜਿਹੜੀ ਆ ਆਈ ਥਿੰਕ ਇੰਟੀਰੀਅਰ ਗਵਰਨਮੈਂਟ ਨੇ ਜਿਹੜੀ ਡਿਕਲੇਅਰ ਕਰ ਦਿੱਤੀ ਹੈ। ਤਾਂ ਉਹ ਤੋਂ ਬਾਅਦ ਜੋ ਇੰਡੀਆ ਦੇ ਵਿੱਚ ਹਾਲਾਤ ਆ ਉਹਨਾਂ ਬਾਰੇ ਵੀ ਆਪਾਂ ਵਿਚਾਰ ਕਰਾਂਗੇ। ਫਿਰ ਬੰਗਾਲ ਦੀਆਂ ਚੋਣਾਂ ਆ ਰਹੀਆਂ, ਤਾਂ ਕਿਸ ਤਰੀਕੇ ਦੇ ਨਾਲ ਜਾਂ ਉੱਥੇ ਕਰੋਨਾ ਨੂੰ ਕਿਸ ਤਰੀਕੇ ਦੇ ਨਾਲ ਚੈਨਲਾਈਜ਼ ਕੀਤਾ ਜਾਂਦਾ। ਜਿੱਥੇ ਲੋੜ ਹੈ ਉੱਥੋਂ ਕਰੋਨਾ ਨੂੰ ਭੇਜ ਦਿੱਤਾ ਜਾਂਦਾ। ਜਿੱਦਾਂ ਹੁਣ ਕੁੰਭ ਦੇ ਮੇਲੇ 'ਤੇ ਕੀ ਆ, ਉਹ ਕਹਿੰਦੇ ਵੀ ਉੱਥੇ ਕਰੋਨਾ ਦਾ ਸਰਟੀਫਿਕੇਟ ਤੁਹਾਡੇ ਕੋਲ ਨਹੀਂ ਹੋਣਾ ਚਾਹੀਦਾ ਵੀ ਤੁਹਾਨੂੰ ਕਰੋਨਾ ਨਹੀਂ ਹੈਗਾ। ਕੋਈ ਵੀ ਬੰਦਾ ਜਿਹੜਾ ਉੱਥੇ ਆ ਕੇ ਸ਼ਾਮਲ ਹੋ ਸਕਦਾ, ਤੁਸੀਂ ਆਪਣੀ ਡਿਸਟੈਂਸ ਰੱਖੋ। ਮੈਨੂੰ ਨਹੀਂ ਲੱਗਦਾ ਕੁੰਭ ਦੇ ਮੇਲੇ ਦੇ ਵਿੱਚ ਕੋਈ ਡਿਸਟੈਂਸ ਰੱਖ ਪਾਊਗਾ। ਠੀਕ ਹੈ ਜੀ। ਸੋ ਇਹੋ ਜਿਹੀਆਂ ਗੱਲਾਂ ਹੈ। ਜਿੱਦਾਂ ਹੁਣ ਕੱਲ੍ਹ ਪਰਸੋਂ ਇੱਕ TV ਮੈਚ ਆ ਰਿਹਾ ਸੀਗਾ ਉੱਤੇ ਇੰਡੀਆ ਐਂਡ ਇੰਗਲੈਂਡ ਦਾ। ਉਹਨਾਂ ਨੇ ਜਿਹੜਾ ਨਰਿੰਦਰ ਮੋਦੀ ਸਟੇਡੀਅਮ ਬਣਾਇਆ, ਜਿਹੜਾ ਇੱਕ ਸਾਜ਼ਿਸ਼ ਦੇ ਅਧੀਨ ਕਹਿ ਲਈਏ, ਪਟੇਲ ਨੂੰ ਪਿੱਛੇ ਸੱਟ ਕੇ, ਜਿਹੜਾ ਜਿਹਨੂੰ ਲੋਹ ਪੁਰਸ਼ ਵੀ ਕਿਹਾ ਜਾਂਦਾ, ਉਹਦੀ ਇੱਕ ਪਬਲਿਸਿਟੀ ਦੇ ਵਿੱਚ ਲੱਗ ਗਿਆ। ਉਹ ਜਿਹੜੇ ਇੱਕ ਮੈਂ ਆਰਟੀਕਲ ਪੜ੍ਹਦਾ ਵੀ ਕਿਉਂ ਇਹ ਨਰਿੰਦਰ ਮੋਦੀ ਜਿਹੜਾ ਆ ਨਾਂ ਰੱਖਿਆ ਗਿਆ। ਕਿਉਂਕਿ ਇੱਕ ਦੁਬਾਰਾ ਫਿਰ ਉਹ ਵੇਵ ਬਣਾਉਣੀ ਚਾਹੁੰਦੇ, ਕਿਉਂਕਿ ਉੱਥੇ ਕੰਪੀਟੀਸ਼ਨ ਵੀ ਹੋਣੇ ਆ। ਹੁਣ ਮੈਂ ਕਈ ਵਾਰੀ ਸੋਚਦਾ ਹੁੰਦਾ, ਸੁੱਖੀ ਤੇ ਮੇਰੇ ਨਾਲ ਸਹਿਮਤ ਹੋਵੋਗੇ, ਜਿਹੜਾ ਮੋਹਾਲੀ ਦਾ ਸਟੇਡੀਅਮ ਹੈਗਾ, ਕ੍ਰਿਕਟ ਸਟੇਡੀਅਮ, ਉਹ ਦੁਨੀਆ ਦੇ ਵਧੀਆ ਸਟੇਡੀਅਮ ਦੇ ਵਿੱਚੋਂ ਇੱਕ ਹੈਗਾ। ਪਰ ਕਿੰਨਾ ਟਾਈਮ ਹੋ ਗਿਆ ਉੱਥੇ ਕੋਈ ਮੈਚ ਹੀ ਨਹੀਂ ਹੋ ਰਿਹਾ, ਇੰਟਰਨੈਸ਼ਨਲ ਮੈਚ ਕੋਈ ਨਹੀਂ ਹੋਇਆ ਉੱਥੇ ਮੋਹਾਲੀ ਦੇ ਵਿੱਚ। ਠੀਕ ਹੈ ਜੀ। ਇਹਦਾ ਮਤਲਬ ਵੀ ਉੱਥੇ ਵੀ ਡਿਸਕ੍ਰਿਮੀਨੇਸ਼ਨ ਚੱਲ ਰਿਹਾ ਵੀ ਇੱਕ ਥੋੜ੍ਹੇ ਸਟੇਡੀਅਮਸ ਨੂੰ ਟਾਰਗੇਟ ਕੀਤਾ ਜਾਵੇ ਜਿੱਥੇ ਨਰਿੰਦਰ ਮੋਦੀ ਦਾ ਨਾਂ ਹੈ, ਵੀ ਉੱਥੇ ਲੋਕਾਂ ਨੂੰ ਦੱਸਿਆ ਜਾਵੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਮੈਚ ਹੋ ਰਿਹਾ, ਜਿੱਥੇ ਨਰਿੰਦਰ ਮੋਦੀ ਦਾ ਨਾਂ ਹੈ ਜਾਂ ਜਿੱਥੇ ਨਰਿੰਦਰ ਮੋਦੀ ਦੀ ਸਰਕਾਰਾਂ ਨੇ। ਹਾਂਜੀ, IPL ਹੁਣ ਅਗਲੇ ਮਹੀਨੇ ਸ਼ੁਰੂ ਹੋ ਜਾ ਰਿਹਾ ਤੇ ਕੈਪਟਨ ਸਾਹਿਬ 4 ਸ਼ਹਿਰਾਂ ਦੇ ਵਿੱਚ ਹੀ ਸੀਮਤ ਕਰ ਦਿੱਤਾ ਗਿਆ। ਕੈਪਟਨ ਸਾਹਿਬ ਨੇ ਇਸ ਗੱਲ ਤੇ ਵੀ ਆਪੱਤੀ ਜਗਾਈ ਸੀਗੀ ਕਿ ਮੋਹਾਲੀ ਉਸ ਦੇ ਵਿੱਚ ਇੰਕਲੂਡ ਨਹੀਂ ਕੀਤਾ ਗਿਆ ਹੈ। ਤੇ ਕਿਤੇ ਨਾ ਕਿਤੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਪੰਜਾਬ ਦੇ ਵਿੱਚ, ਉਹਦੇ ਕਰਕੇ ਕਿਤੇ ਨਾ ਕਿਤੇ ਉਹਦੀ ਇੱਕ ਬੈਕਗਰਾਊਂਡ ਦਿਖਦੀ ਹੈ ਕਿ ਉਸ ਕਰਕੇ ਉਹਨੂੰ ਬੈਨ ਕੀਤਾ ਗਿਆ ਹੈਗਾ। ਪਰ ਕਰੋਨਾ ਦਾ ਹਵਾਲਾ ਦਿੰਦੀ ਰਹਿੰਦੀ ਸਰਕਾਰ ਹਰ ਵਾਰੀ। ਨਹੀਂ, ਜਦੋਂ ਹੁਣ ਤੁਸੀਂ ਪਰਸੋਂ ਦਾ ਮੈਚ ਦੇਖਿਆ ਜਿਹੜਾ ਇੰਡੀਆ ਤੇ ਇੰਗਲੈਂਡ ਦਾ ਸੀਗਾ, ਉਹ ਟੋਟਲ ਸਟੇਡੀਅਮ ਭਰਿਆ ਪਿਆ ਸੀ। ਜਿੱਦਾਂ ਇੱਕ ਨੋਰਮਲ ਟਾਈਮ ਤੇ ਲੋਕ ਜੇ ਦਰਸ਼ਕ ਆ ਉਹ ਦੇਖਣ ਆਉਂਦੇ ਆ। ਮੇਰਾ ਖਿਆਲ ਅੱਜ ਵੀ ਇੱਕ ਮੈਚ ਸੀਗਾ ਜਾਂ ਕੱਲ੍ਹ ਸੀਗਾ ਇੱਕ ਮੈਚ, ਉਹ ਵੀ ਖਚਾਖਚ ਸਟੇਡੀਅਮ ਭਰਿਆ ਸੀਗਾ। ਉਸ ਦੀ ਹੀ ਗੱਲ ਕਰ ਰਿਹਾ ਵੀ ਉਹ ਤਾਂ ਉੱਥੇ ਤਾਂ ਕੋਈ ਇੱਦਾਂ ਹੈ ਹੀ ਨਹੀਂ ਸੀ ਲਿਮਿਟ। ਹਾਂਜੀ, ਉਹ ਤਾਂ ਟੋਟਲ, ਕਿਉਂਕਿ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਉਸ ਸਟੇਡੀਅਮ ਨੂੰ ਇੱਕ ਤਰੀਕੇ ਦੇ ਨਾਲ ਪ੍ਰਚਾਰ ਦੇ ਤੌਰ ਤੇ ਵਰਤਿਆ ਜਾ ਰਿਹਾ। ਦੇਖੋ, ਪਹਿਲਾਂ ਇਹ ਕਦੇ ਨਹੀਂ ਹੋਇਆ ਕਿ ਤਿੰਨੇ ਦੇ ਤਿੰਨੇ ਜਿਹੜੇ ਹੈਗੇ T20 ਮੈਚ ਇੱਕ ਹੀ ਸਟੇਡੀਅਮ ਦੇ ਵਿੱਚ ਖੇਡੇ ਗਏ ਹਨ। ਹਾਂਜੀ, ਕਿਉਂਕਿ ਭਾਰਤ ਦੇ ਵਿੱਚ ਅਨੇਕ ਸਟੇਡੀਅਮ ਹੈਗੇ ਨੇ। ਬੰਬੇ ਦਾ ਵਾਨਖੇੜੇ ਸਟੇਡੀਅਮ ਹੈਗਾ ਆ, ਆਪਣਾ ਕਲਕੱਤਾ ਦਾ ਈਡਨ ਗਾਰਡਨ ਸਟੇਡੀਅਮ ਹੈਗਾ ਆ, ਜਾਂ ਚਿੰਨਾ ਸਵਾਮੀ ਸਟੇਡੀਅਮ ਬੈਂਗਲੌਰ ਦੇ ਵਿੱਚ ਹੈਗਾ, ਮੋਹਾਲੀ ਦਾ ਸਟੇਡੀਅਮ ਹੈਗਾ, ਦਿੱਲੀ ਦਾ ਸਟੇਡੀਅਮ ਹੈਗਾ ਆ। ਕਈ ਸਟੇਡੀਅਮ ਨੇ, ਕਈ ਸੂਬਿਆਂ ਦੇ ਵਿੱਚ ਸਟੇਡੀਅਮ ਨੇ, ਪਰ ਕਿਉਂਕਿ ਇੱਕ ਹੀ ਸਟੇਡੀਅਮ ਨੂੰ ਇੱਕ ਸਾਜ਼ਿਸ਼ ਦੇ ਤਹਿਤ, ਕਿਉਂਕਿ ਹੁਣ ਤੁਹਾਨੂੰ ਪਤਾ 5 ਸੂਬਿਆਂ ਦੇ ਵਿੱਚ ਚੋਣਾਂ ਵੀ ਆ ਰਹੀਆਂ ਨੇ, ਆਪਾਂ ਉਹਦੇ ਬਾਰੇ ਵੀ ਗਾਹਾਂ ਗੱਲਬਾਤ ਕਰਾਂਗੇ, ਤਾਂ ਉਹਨੂੰ ਕਿਤੇ ਨਾ ਕਿਤੇ ਪਿਕਚਰਾਈਜ਼ ਕਰਨ ਵਾਸਤੇ ਬਿਲਕੁਲ ਜੀ ਦਿਖਾਇਆ ਜਾ ਰਿਹਾ ਹੈ। ਦੇਖੋ, ਸਮੱਗਰੀ ਬਹੁਤ ਆ ਪਰ ਆਪਾਂ ਥੋੜੀ ਹੀ ਕਵਰ ਕਰ ਪਾਵਾਂਗੇ। ਪਹਿਲਾਂ ਆਪਾਂ ਆਉਂਦੇ ਆ ਕੈਨੇਡਾ ਦੇ ਵਿੱਚ, ਜਿੱਥੇ ਆਪਾਂ ਇੱਕ ਨਿਊਜ਼ ਫਲੈਸ਼ ਹੁਣੀ ਆਈ ਸੀਗੀ ਕਿ ਜਿਹੜਾ ਤੀਜਾ ਮੈਚ ਹੈਗਾ ਯਾਰ T20 ਮੈਚ ਉਸੇ ਸਟੇਡੀਅਮ ਦੇ ਵਿੱਚ, ਉਹਦੇ ਅੰਦਰ ਜਿਹੜੀ ਹੈਗੀ ਆਡੀਅੰਸ ਨੂੰ ਅਲਾਉ ਨਹੀਂ ਕੀਤਾ ਜਾ ਰਿਹਾ, ਬਿਨਾਂ ਦਰਸ਼ਕਾਂ ਤੋਂ ਖੇਡਿਆ ਜਾਊਗਾ ਕਿਉਂਕਿ ਕਰੋਨਾ ਦੇ ਕੇਸਿਸ ਇੱਕ ਵਾਰੀ ਫਿਰ ਇੰਡੀਆ ਦੇ ਵਿੱਚ ਸਰ ਚੁੱਕ ਰਹੇ ਨੇ। ਹਾਂਜੀ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ 5 ਦਿਨ ਪਹਿਲਾਂ 2 ਦਿਨ ਪਹਿਲਾਂ ਉੱਥੇ ਕਰੋਨਾ ਦਾ ਕੋਈ ਕੇਸ ਨਹੀਂ, ਹੁਣ ਦੂਜੇ ਦਿਨ ਜਿਹੜਾ ਪਰਸੋਂ ਮੈਚ ਹੋਇਆ, ਅੱਜ ਫਿਰ ਰਾਤ ਸਵੇਰੇ ਹੋਊਗਾ ਮੈਚ, ਤਾਂ ਉਦੋਂ ਕਰੋਨਾ ਆ ਗਿਆ। ਇਹ ਆਈ ਡੋਂਟ ਨੋ ਕਿਸ ਤਰੀਕੇ ਨਾਲ ਇੰਡੀਆ ਦੇ ਵਿੱਚ ਜਿਹੜੀਆਂ ਆ ਗੱਲਾਂ ਬਾਤਾਂ ਚੱਲਦੀਆਂ ਜਾਂ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਯੂਜ਼ ਕੀਤਾ ਜਾਂਦਾ। ਇਹ ਦੇਖੋ ਜੀ, ਆਪਾਂ ਵਿਧੀ 'ਚ ਫਸਦੇ ਰਹੇ ਕਿ ਗਤੀ ਕਰੋਨਾ ਚੱਕ ਗਿਆ ਅੱਜ। ਸਹੀ ਗੱਲ ਆ ਜੀ। ਇਹੋ ਜਿਹੀਆਂ ਗੱਲਾਂ ਤਾਂ ਉੱਥੇ ਚੱਲਦੀਆਂ ਹੀ ਰਹਿੰਦੀਆਂ। ਇਹ ਆਮ ਜੀ ਗੱਲ ਹੈ, ਉੱਥੇ ਆਮ ਜੀ ਗੱਲ ਹੈ। ਕਿਉਂ ਜਿਸ ਤਰੀਕੇ ਨਾਲ ਆਪਾਂ ਕਈ ਵਾਰ ਦੇਖਦੇ ਨਾ ਵੀ ਬੰਦਾ, ਆਪਾਂ ਇੰਡੀਆ ਤੋਂ ਆਉਂਦੇ ਆ, ਆਪਣੇ ਇੱਕ ਮਨ ਦੇ ਵਿੱਚ ਇੱਕ ਗੱਲ ਹੁੰਦੀ ਹੈ ਵੀ ਇਹ ਆਪਾਂ ਕਦੇ ਵਾਅਦੇ ਤੇ ਪੂਰਾ ਨਹੀਂ ਉਤਰਦੇ। ਹੁਣ ਮੈਂ ਅੱਜ ਬੈਠਾ ਸੋਚ ਰਿਹਾ ਸੀ ਵੀ ਸਰਕਾਰਾਂ ਨੇ ਕਦੇ ਜਿਹੜੇ ਵਾਅਦੇ ਕੀਤੇ ਉਹ ਕਦੇ ਉਹ ਨਹੀਂ ਪੂਰੇ ਕੀਤੇ ਨਹੀਂ, ਤਾਂ ਸਾਡੇ ਵੀ ਸ਼ਾਇਦ ਉਹ ਫਿਤਰਤ ਦੇ ਵਿੱਚ
ਐਡ ਹੋ ਗਿਆ ਵੀ ਹੁਣ ਵਾਅਦੇ ਕਿਸੇ ਨਾਲ ਪੂਰ ਕਰ ਲਓ, ਹੇਰਾ ਫੇਰੀ ਕਰ ਲਓ, ਵਾਅਦੇ ਕਰਕੇ ਤੁਸੀਂ ਆਪਣਾ ਕੰਮ ਕੱਢੋ ਉਹਨਾਂ ਤੋਂ, ਉਡਾ ਲਓ। ਬਾਅਦ ਦੇ ਵਿੱਚ ਤੁਸੀਂ ਕੋਈ ਨਾ ਕੋਈ ਬਹਾਨਾ ਮਾਰ ਦਿਓ। ਠੀਕ ਹੈ ਜੀ, ਇਹੋ ਜਿਹੀਆਂ ਗੱਲਾਂ ਸ਼ਾਇਦ ਅਸੀਂ ਉੱਥੋਂ ਹੀ ਸਿੱਖੀਆਂ। ਇਹ ਈਜ਼ੀ ਨਹੀਂ ਨਿਕਲਦੀਆਂ ਆਪਣੀ, ਮੈਂ ਕਈ ਵਾਰੀ ਇਹ ਦੇਖਦਾ ਨਾ ਵੀ ਸਾਡੇ ਅੰਦਰੋਂ ਇਹ ਚੀਜ਼ਾਂ ਜਿਹੜੀਆਂ ਆ ਉਹ ਈਜ਼ੀ ਨਹੀਂ ਨਿਕਲਦੀਆਂ, ਅਸੀਂ ਇਹਨਾਂ ਨਾਲ ਡੇ ਇਨ ਡੇ ਆਊਟ ਜਿਹੜੀਆਂ ਡੀਲ ਕਰਦੇ ਹਾਂ। ਹੁਣ ਆਪਾਂ ਆਉਂਦੇ ਹਾਂ ਜੀ ਕੈਨੇਡਾ ਵਿੱਚ, ਜਿੱਥੇ ਆਪਾਂ ਰਹਿ ਰਹੇ ਹਾਂ। ਹਾਂਜੀ। ਹਾਲਾਤ ਕੁਛ ਇਹੋ ਜਿਹੇ ਬਣੇ ਹੋਏ ਆ ਵੀ ਜਿੱਥੇ ਆਪਾਂ ਦੇਖਦੇ ਹਾਂ ਕਰੋਨਾ ਦਾ ਪ੍ਰਕੋਪ ਜਿਹੜਾ ਉਹ ਵੱਧਦਾ ਹੀ ਜਾ ਰਿਹਾ ਜੀ। ਟਰਾਈ ਬਹੁਤ ਕਰ ਰਹੇ ਆ। ਕੈਨੇਡੀਅਨ ਗਵਰਨਮੈਂਟ ਨੇ ਬੜੀ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਦੇ ਨਾਲ ਇਹ ਇਕਨੋਮੀ ਜਾਂ ਘਰ ਜਿਹੜਾ ਘਰਾਂ ਦੀ ਇਕਨੋਮੀ ਜਿਹੜੀ ਆ, ਸਪੈਸ਼ਲੀ ਜਿਹੜੀ ਵਿਦ ਇਨ ਹਾਊਸ, ਇਸ ਨਾਲ ਘਰ ਬਾਏ ਕਰਨੇ ਜਾਂ ਸੈਲ ਕਰਨੇ ਨਹੀਂ, ਹਰੇਕ ਘਰ ਦੇ ਵਿੱਚ ਇੱਕ ਸਰਕਾਰ ਚੱਲਦੀ ਹੈ, ਉਹ ਸਰਕਾਰ ਚੱਲਦੀ ਰਹੀ। ਕੱਲ੍ਹ ਹੀ ਮੈਂ ਕਿਤੇ ਬੈਠਾ ਚਰਚਾ ਕਰਦਾ ਸੀ ਵੀ ਹਰੇਕ ਘਰ ਦੇ ਅੰਦਰ ਇੱਕ ਸਰਕਾਰ ਚੱਲਦੀ ਹੈ ਜੀ। ਠੀਕ ਹੈ, ਉੱਥੇ ਵੀ ਮੁੱਖ ਮੰਤਰੀ ਹੈਗਾ, ਉਹ ਜਾਂ ਲੇਡੀ ਆ ਤੇ ਜਾਂ ਬੰਦਾ ਆ। ਨਹੀਂ, ਮੁੱਖ ਮੰਤਰੀ ਤਾਂ ਬੰਦਾ ਹੈ, ਹੋਮ ਮਿਨਿਸਟਰ ਲੇਡੀ ਹੁੰਦੀ ਹੈ। ਜਾਂ ਗ੍ਰਹਿ ਮੰਤਰੀ ਜਿਹੜਾ ਗ੍ਰਹਿ ਮੰਤਰੀ ਉਹ ਅਮਿਤ ਸ਼ਾਹ ਹੀ ਆ। ਪ੍ਰਧਾਨ ਮੰਤਰੀ ਘਰ ਜਾ ਕੇ ਪਤਾ ਲੱਗੂ ਅੱਜ। ਲੱਗਦਾ ਗ੍ਰਹਿ ਮੰਤਰੀ ਜੀ। ਠੀਕ ਆ, ਫਿਰ ਅਸੀਂ ਕੱਲ ਗੱਲਾਂ ਕਰਦੇ ਸੀ ਵੀ ਕਈ ਵਾਰੀ ਇਹ ਹੁੰਦਾ ਘਰਾਂ 'ਚ ਵੀ ਲੜਾਈ ਹੋ ਜਾਂਦੀ ਹੈ ਜੀ। ਜੀ ਲੜਾਈ ਦਾ ਰੀਜ਼ਨ ਕੀ ਆ? ਜਦੋਂ ਆਪਾਂ ਜਾਂ ਸੱਤਾ ਪਰਿਵਰਤਨ ਜਾਂ ਜਿਹੜੀ ਸ਼ਕਤੀ ਦਾ ਜਿਹੜਾ ਆ ਉਹ ਪਰਿਵਰਤਨ ਹੋਣਾ ਸ਼ੁਰੂ ਹੁੰਦਾ, ਜੇ ਤਾਂ ਆਪਾਂ ਟੋਲਰੇਟ ਕਰ ਲਈਏ ਜਾਂ ਉਹਨੂੰ ਸੋਲਵ ਕਰ ਲਈਏ ਫਿਰ ਲੜਾਈ ਘਟ ਜਾਂਦੀ ਹੈ, ਪਰ ਜੇ ਆਪਾਂ ਰਜਿਸਟ ਕਰੀਏ ਫਿਰ ਉੱਥੇ ਲੜਾਈ ਵੱਧ ਜਾਂਦੀ ਹੈ। 90% ਦੇਖਿਆ ਜਾਂਦਾ ਕਿ ਜੇ ਘਰ ਦੇ ਵਿੱਚ ਲੜਾਈ ਹੁੰਦੀ ਹੈ ਉਹਦਾ ਕਿਤੇ ਨਾ ਕਿਤੇ ਇੱਕ ਜਿਹੜਾ ਮੇਨ ਮਕਸਦ ਹੈਗਾ ਉਹ ਪੈਸਾ ਹੀ ਹੈਗਾ ਆ। ਪੈਸਾ, ਲਾਸ ਆਫ ਇਨਕਮ। ਹਾਂਜੀ, ਲਾਸ ਆਫ ਇਨਕਮ, ਖਰਚੇ ਤੁਹਾਡੇ ਉੱਥੇ ਹੀ ਖੜੇ ਨੇ। ਲਾਕਡਾਊਨ ਕਰਕੇ ਕਈ ਹੁਣ ਜਿਹੜੇ ਵਿਚਾਰੇ ਰਿਟੇਲ ਵਰਕਰ ਨੇ ਉਹ ਮੇਰੇ ਖਿਆਲ ਨਾਲ ਨਵੰਬਰ ਤੋਂ ਲੈ ਕੇ ਹੁਣ ਤੱਕ ਘਰੇ ਬੈਠੇ ਨੇ। ਬਿਲਕੁਲ। ਕਰਬ ਸਾਈਡ ਪਿਕਅਪ ਵਾਸਤੇ ਹਾਫ ਕੈਪੈਸਿਟੀ ਤੇ ਸਟੋਰ ਚੱਲ ਰਹੇ ਨੇ। ਬਿਲਕੁਲ। ਹਾਫ EMPLOYE ਦੇ ਨਾਲ ਅੱਜ ਹੀ ਆਪਾਂ ਖਬਰ ਪੜ੍ਹਦੇ ਸੀ ਮਾਲਟਨ ਦਾ ਸਟੋਰ ਜਿਹੜਾ 6 ਸਟੋਰ ਜਿਹੜੇ ਆ ਵਾਲਮਾਰਟ ਨੇ ਵੀ 6 ਸਟੋਰਾਂ ਨੂੰ ਬੰਦ ਕਰਨ ਜਾ ਰਹੇ ਆ ਕੈਨੇਡਾ ਦੇ ਵਿੱਚ। ਇਹਦਾ ਮਤਲਬ ਵੀ ਇੱਥੇ ਵੀ ਇੱਕ ਅਲਾਰਮਿੰਗ ਆਪਾਂ ਕਹਿ ਸਕਦੇ ਹਾਂ ਸਿਚੁਏਸ਼ਨ ਆ ਗਈ, ਜਿੱਥੇ ਇਹ ਨਹੀਂ ਹੈਗਾ ਵੀ ਵਰਕਰਜ਼ ਹੀ ਅਪਸੈਟ ਹੋਣਗੇ, ਜਿਹੜੇ ਉੱਥੇ ਸ਼ਾਪਰਸ ਹੈਗੇ ਆ ਆਲੇ ਦੁਆਲੇ ਜਾਂ ਬਿਜ਼ਨੈਸਿਸ ਹੈਗੇ ਉਹ ਵੀ ਪ੍ਰਭਾਵਿਤ ਹੋਣਗੇ, ਕਿਉਂਕਿ ਵਾਲਮਾਰਟ ਕਰਕੇ ਜਿਹੜੇ ਆ ਉੱਥੇ ਟ੍ਰੈਫਿਕ ਫਲੋ ਹੁੰਦਾ ਹੈ। ਵਾਲਮਾਰਟ ਦੇ ਨਾਲ ਹੀ ਡੋਲਰਾਮਾ ਹੈਗਾ। ਡੋਲਰਾਮਾ ਆਉਂਦਾ, ਕਿਉਂਕਿ ਡੋਲਰਾਮਾ ਦਾ ਇੱਕ ਆਈ ਡੋਨਟ ਨੋ ਕਿਉਂ ਕੰਪੀਟੀਸ਼ਨ ਹੈਗਾ, ਜਿੱਥੇ ਵਾਲਮਾਰਟ ਹੈ ਉਹਦੇ ਨਾਲ ਹੀ ਡੋਲਰਾਮਾ ਹੈ। ਕੰਪੀਟੀਸ਼ਨ ਕਹਿ ਲਓ ਕਿ ਉਹਨਾਂ ਨੂੰ ਹੈਗਾ ਕਿ ਵਾਲਮਾਰਟ ਬੰਦਾ ਜਾਂਦਾ ਚੀਜ਼ ਲੈਣ, ਹਾਂਜੀ, ਉਹਨੇ ਕੋਈ ਨਾ ਕੋਈ ਚੀਜ਼ ਇਦਾਂ ਦੀ ਲੈਣੀ ਜਿਹੜੀ ਉਹਨੂੰ ਡੋਲਰਾਮਾ ਸਸਤੀ ਮਿਲ ਜਾਂਦੀ ਹੈ, ਡੋਲਰਾਮਾ ਵੀ ਜਾ ਕੇ ਆਪਣਾ ਸਮਾਨ ਜਿਹੜੀ ਹੈਗੀ ਸ਼ਾਪਿੰਗ ਕਰ ਲੈਂਦਾ ਹੈ। ਹਾਂਜੀ, ਕਿਉਂਕਿ ਟ੍ਰੈਫਿਕ ਉੱਥੇ ਆ ਰਿਹਾ, ਹੋਰ ਜਗ੍ਹਾ ਜਾਣ ਦੀ ਲੋੜ ਨਹੀਂ, ਅਗਲਾ ਕਹਿੰਦਾ ਚਲੋ ਵਨ ਸਟਾਪ ਲੋਕੇਸ਼ਨ ਹੋ ਜਾਂਦੀ ਉਹਨਾਂ ਵਾਸਤੇ। ਹਾਂਜੀ, ਜਦੋਂ ਵਾਲਮਾਰਟ ਹੁਣ ਉੱਥੇ ਬੰਦ ਹੋ ਗਿਆ, ਬਾਕੀ ਦੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਵੀ ਪ੍ਰਭਾਵਿਤ ਹੋਣਗੇ ਹੀ ਹੋਣਗੇ, ਸੋ ਉਹਨਾਂ ਦੇ ਅਸਰ ਪਏਗਾ। ਫਿਰ ਹੈਮਿਲਟਨ ਦੇ ਵਿੱਚ ਇੱਕ ਬੰਦ ਹੋਣ ਜਾ ਰਿਹਾ ਤੇ ਇੱਕ ਕਿਚਨਰ ਦੇ ਵਿੱਚ ਜਿਹੜਾ ਬੰਦ ਹੋਣ ਜਾ ਰਿਹਾ। ਉਹ ਕਹਿ ਤਾਂ ਰਹੇ ਵੀ ਅਸੀਂ ਉਹ ਜਿਹੜੇ ਵਰਕਰ ਆ ਉਹਨਾਂ ਨੂੰ ਐਡਜਸਟ ਕਰਾਂਗੇ। ਕਈ ਵਾਰੀ ਇਹ ਹੁੰਦਾ ਵੀ ਜਿਹੜੇ ਉੱਥੇ ਦੇ ਵਰਕਰ ਆ ਉਹ ਲੋਕਲ ਹੀ ਹੁੰਦੇ ਆ ਜਾਂ ਉਸ ਏਰੀਆ ਦੇ, ਪਰ ਹੁਣ ਤੁਸੀਂ ਉਹਨਾਂ ਨੂੰ ਕਿੱਥੇ ਭੇਜੋਗੇ? ਬਿਲਕੁਲ, ਜ਼ਿਆਦਾ ਕਰਕੇ ਜਿਹੜਾ ਲੋਕਲ ਵਰਕਰ ਹੈਗਾ ਉਹ ਆਪਣੇ ਜੁਰਿਸਡਿਕਸ਼ਨ ਤੋਂ ਬਾਹਰ ਜਾਣਾ ਵੀ ਨਹੀਂ ਚਾਹੁੰਦਾ ਹੈਗਾ, ਉਹਦੀ ਇੱਕ ਲਿਮਿਟ ਹੁੰਦੀ ਆ। ਜਿਹੜੇ ਰੀਟੇਲ ਵਰਕਰ ਹੁੰਦੇ ਆਪਾਂ ਨੂੰ ਪਤਾ ਜ਼ਿਆਦਾ ਕਰਕੇ ਜਿਹੜੇ ਹੈਗੇ ਮਿਨੀਮਮ ਵੇਜਸ ਤੇ ਹੀ ਕੰਮ ਕਰਦੇ ਹੈਗੇ ਆ। ਬਿਲਕੁਲ ਜੀ, ਉਹ ਅਫੋਰਡ ਵੀ ਨਹੀਂ ਕਰ ਪਾਉਣਗੇ ਕਿ ਹਾਂ ਵੀ ਸਾਨੂੰ ਦੂਜੀ ਲੋਕੇਸ਼ਨ ਤੋਂ ਭੇਜੀ ਜਾਵੇ, ਕਿਉਂਕਿ ਵਾਲਮਾਰਟ ਐ ਤਾਂ ਹੈ ਨਹੀਂ ਕਿ ਡੋਲਰਾਮਾ ਵਾਂਗੂ ਜਗ੍ਹਾ ਜਗ੍ਹਾ ਖੋਲੇ ਹੋਏ ਹੈਗੇ ਆ। ਹਾਂ, ਥੋੜੇ 5 ਤੋਂ 8 ਕਿਲੋਮੀਟਰ ਦਾ ਜਿਹੜਾ ਫਾਸਲਾ ਹੈਗਾ ਆ ਉਹ ਵਾਲਮਾਰਟ ਯੂਜੂਅਲੀ ਆਪਣੇ ਸਟੋਰਾਂ ਦੇ ਵਿੱਚ ਰੱਖਦਾ ਆ, ਤੇ ਉਹ ਜਾਣ ਆਉਣ ਦਾ ਜਿਹੜਾ ਖਰਚਾ ਹੈਗਾ ਐਕਸਪੈਂਸ ਹੋਣਾ ਆ ਉਹ ਵੀ ਕਿਸੇ ਨੂੰ ਜਾਣਨਾ ਪੈਣਾ ਆ। ਫਿਰ ਦੂਜੀ ਗੱਲ ਇਹ ਆ ਜਾਂਦੀ ਹੈ ਜਿਹੜੇ ਉੱਥੇ ਸ਼ਾਪ ਕਰਦੇ ਆ, ਕਈਆਂ ਦੇ ਕੋਲ ਕਾਰਾਂ ਹੈ ਨਹੀਂ, ਕਈ ਜਸ ਪੈਦਲ ਜਾਂਦੇ ਆ, ਸਪੈਸ਼ਲੀ ਮਾਲ ਦੇ ਵਿੱਚ ਜਿਹੜੇ ਹੈਗੇ ਆ ਆਲੇ ਦੁਆਲੇ, ਉਹਨਾਂ ਨੂੰ ਦੇਖ ਕੇ ਹੀ ਉੱਥੇ ਵਾਲਮਾਰਟ ਜਿਹੜਾ ਸੀ ਖੋਲ੍ਹਿਆ ਗਿਆ ਸੀ, ਸੋ ਉਹਨਾਂ ਨੂੰ ਕਿੰਨੀ ਵੱਡੀ ਦਿੱਕਤ ਆਊਗੀ ਜੀ। ਦੇਖੋ ਇਹ ਗੱਲ ਇਹ ਆ ਵੀ ਅਸੀਂ ਤਾਂ ਗੱਲਾਂ ਕਰਦੇ ਆ, ਉਹ ਜਿਹੜੀ ਕਾਰਪੋਰੇਟ ਆ ਉਹ ਇਹਨਾਂ ਚੀਜ਼ਾਂ ਦੇ ਨਾਲ ਉਹਨਾਂ ਨੂੰ ਜ਼ਿਆਦਾ ਕੰਸਰਨ ਨਹੀਂ ਹੈਗਾ। ਜਿਹੜੇ ਜਦੋਂ ਆਪਾਂ ਇੰਡੀਆ 'ਚ ਵੀ ਗੱਲਾਂ ਕਰਦੇ ਨੇ, ਕਾਰਪੋਰੇਟ ਕਦੇ ਇਹ ਦੁੱਖ ਨਹੀਂ ਮੰਨਦਾ ਵੀ ਉੱਥੇ ਦੇ ਸ਼ਾਪਰਸ ਦਾ ਕੀ ਹੋਊਗਾ। ਕਾਰਪੋਰੇਟ ਨੂੰ ਇਹ ਦੁੱਖ ਹੈ ਕਿ ਜੇ ਸਾਡਾ ਸਟੋਰ ਨਹੀਂ ਚੱਲਦਾ ਇਹਨੂੰ ਬੰਦ ਕਰੋ, ਸਾਡੇ ਤੇ ਬਰਡਨ ਹੈਗਾ, ਅਸੀਂ ਇਹ ਬਰਡਨ ਆਪਣੇ ਸਿਰ ਤੇ ਨਹੀਂ ਰੱਖਣਾ ਚਾਹੁੰਦੇ, ਇਹਨੂੰ ਇੱਥੋਂ ਐਲੀਮੀਨੇਟ ਕਰਕੇ ਕਿਤੇ ਹੋਰ ਜਿਹੜਾ ਹੈਗਾ ਹਾਈ ਵੋਲਿਊਮ ਏਰੀਆ ਦੇ ਵਿੱਚ ਉਹਨੂੰ ਹਾਈ ਵੋਲਿਊਮ ਏਰੀਆ ਦੇ ਵਿੱਚ ਉਹਨੂੰ ਲੈ ਜਾਓ। ਠੀਕ ਹੈ ਜੀ। ਸੋ ਸੁਖੀ, ਜੇ ਮੈਨੂੰ ਹੁਣ ਤੁਸੀਂ ਦੱਸੋ ਜਿਹੜੀ ਥਰਡ ਵੇਵ ਆ ਇਹਦੇ ਵਿੱਚ ਹੁਣ ਜਿਹੜਾ ਇੰਟੀਰੀਅਰ ਆ ਮੇ ਬੀ ਨਾਟ, ਇਹਦੇ ਬਾਰੇ 100% ਨਹੀਂ ਆਪਾਂ ਸ਼ੋਰ ਵੀ ਲਾਕਡਾਊਨ ਦੇ ਵਿੱਚ ਆਪਾਂ ਇੰਟਰ ਹੋ ਰਹੇ ਹਾਂ ਕਿ ਥਰਡ ਲਾਕਡਾਊਨ ਦੇ ਵਿੱਚ। ਦੇਖੋ ਜੀ, ਪੀਲ ਰੀਜਨ ਜਿਹੜਾ ਹੈਗਾ ਆਪਣਾ ਪੀਲ ਤੇ ਟੋਰਾਂਟੋ ਰੀਜਨ ਆਲਰੇਡੀ ਹਜੇ ਵੀ ਗ੍ਰੇ ਏਰੀਆ ਦੇ ਵਿੱਚ ਹੈਗਾ, ਗ੍ਰੇ ਜ਼ੋਨ ਦੇ ਵਿੱਚ ਹੈਗਾ, ਵਿਚ ਇਜ਼ ਐਸ ਗੁੱਡ ਐਸ ਲਾਕਡਾਊਨ। ਕਾਫੀ ਜਗ੍ਹਾ ਹਜੇ ਵੀ ਜਿਹੜੀ ਹੈਗੀ ਉਹ ਬੰਦ ਹੀ ਰੱਖੀਆਂ ਨੇ, ਰੀਟੇਲ ਸਟੋਰਸ ਜਿਹੜੇ ਹੈਗੇ ਜ਼ਿਆਦਾ ਕਰਕੇ ਬੰਦ ਹੀ ਹੈਗੇ, ਕਰਬਸਾਈਡ ਪਿਕਅਪ ਹੀ ਹੈਗੀਆਂ ਨੇ। ਤੇ ਜਿਹੜੀ ਪ੍ਰੋਵਿੰਸ਼ੀਅਲ ਹਸਪੀਟਲ ਐਸੋਸੀਏਸ਼ਨ ਹੈਗੀ ਆ
ਉਹਨਾਂ ਨੇ ਅੱਜ ਇਹ ਡਿਕਲੇਅਰ ਕਰ ਦਿੱਤਾ ਕਿ ਜੀ ਟੋਰਾਂਟੋ ਇਜ਼ ਐਟ ਅ ਵਰਜ ਆਫ ਥਰਡ ਵੇਵ ਕਦੇ ਵੀ ਆ ਸਕਦੀ ਆ ਤੇ ਅਰਾਊਂਡ 73 ਕੇਸਿਸ ਜਿਹੜੇ ਹੈਗੇ ਉਹ ਨਵੇਂ ਵਾਇਰੈਂਟ ਜਿਹੜੇ ਆਏ ਕਰੋਨਾ ਵਾਇਰਸ ਦੇ ਉਹਦੇ ਕੇਸਿਸ ਅੱਜ ਇੱਕ ਦਿਨ ਦੇ ਵਿੱਚ 73 ਆਏ ਨੇ ਤੇ ਜੇ ਇਹ ਕੇਸਿਸ ਇਦਾਂ ਹੀ ਚੱਲਦੇ ਰਹਿਣ ਤਾਂ ਵੀ ਮਾਈਟ ਬੀ ਲੁਕਿੰਗ ਫॉर ਅ ਕੰਪਲੀਟ ਸ਼ਟਡਾਊਨ ਅਗੇਨ ਮੇਬੀ ਨਾਟ in a week or two, maybe in a month but yeah. we are looking for that. ਜਾਂ ਕਿਉਂਕਿ ਗਾਂ ਸਮਰ ਵੀ ਆ ਰਹੀ ਆ ਤਾਂ ਸਾਡਾ ਜਿਹੜਾ ਮੂਡ ਵੀ ਆ ਉਹ ਐਕਸਪੈਂਡ ਹੋ ਜਾਂਦਾ ਆਪਾਂ ਵੀ ਚਾਹੁੰਦੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਾ ਕੇ ਫਨ ਕਰੀਏ ਕਿਉਂਕਿ ਸੂਰਜ ਜਦੋਂ ਨਿਕਲਦਾ ਉਹਦੇ ਨਾਲ ਆਪਣਾ ਮੂਡ ਵੀ ਡਿਫਰੈਂਟ ਹੋ ਜਾਂਦਾ ਚੇਂਜ ਹੋ ਜਾਂਦਾ ਇੱਕ ਗੱਲ ਤੁਸੀਂ ਨੋਟਿਸ ਕੀਤੀ ਹੋਣੀ ਆ ਪਿਛਲੇ ਮੰਡੇ 8 ਤਰੀਕ ਨੂੰ ਜਦੋਂ ਸਟੇ ਐਟ ਹੋਮ ਆਰਡਰ ਲਿਫਟ ਕੀਤੇ ਗਏ ਸੀਗੇ ਇੱਕ ਤਾਂ ਦਿਨ ਬੜਾ ਸੋਹਣਾ ਸੀਗਾ 14-15 ਡਿਗਰੀ ਸੀਗਾ ਹਾਂਜੀ ਉੱਤੋਂ ਸਟੇ ਐਟ ਹੋਮ ਆਰਡਰ ਚੱਕੇ ਗਏ ਸੀਗੇ ਤੇ ਆਮ ਤੌਰ ਤੇ ਪਾਰਕਾਂ ਦੇ ਵਿੱਚ ਕਾਫੀ ਜ਼ਿਆਦਾ ਬੰਦੇ ਜਿਹੜੇ ਹੈਗੇ ਉਹ ਦੇਖੇ ਗਏ ਸੀਗੇ ਹਾਂਜੀ ਸੋ ਇਹ ਹੈ ਡੇਂਜਰਸ ਹੈ ਜੀ ਬਾਕੀ ਇਹ ਵੀ ਜੇ ਤੁਸੀਂ ਕੰਮਕਾਰ ਕਰਦੇ ਆ ਉਹ ਤਾਂ ਇੱਕ ਮਜਬੂਰੀ ਆ ਜਾਂ ਉਹ ਜਾਣਾ ਹੀ ਪੈਂਦਾ ਉਹਦੇ ਬਾਰੇ ਨਹੀਂ ਆਪਾਂ ਕਹਿੰਦੇ ਪਰ ਜਿਹੜੀ ਇੱਕ ਗੈਦਰਿੰਗ ਆ ਉਹਦੇ ਤੋਂ ਰਿਫਰੇਨ ਕਰੋ ਉਹਦੇ ਉੱਤੋਂ ਥੋੜ੍ਹੀਆਂ ਪਾਬੰਦੀਆਂ ਆਪਣੇ ਆਪ ਤੇ ਲਾਓ ਵੀ ਨਹੀਂ ਅਜੇ ਨਹੀਂ 6 ਮਹੀਨੇ ਹੋਰ ਸਹੀ ਕੋਈ ਗੱਲ ਨਹੀਂ ਇਸ ਮਹਾਮਾਰੀ ਦੇ ਵਿੱਚੋਂ ਨਿਕਲ ਲਈਏ ਫਿਰ ਜਾ ਕੇ ਆਪਾਂ ਜ਼ਿੰਦਗੀ ਜਿਹੜੀ ਆ ਉਹ ਮਾਣ ਸਕਦੇ ਜੀ ਕਈ ਲੋਕੀ ਇਹੀ ਕਹਿੰਦੇ ਕਿ ਜੀ ਪਿਛਲੇ ਮਾਰਚ ਦੇ ਵਿੱਚ ਸਾਰਾ ਕੁਝ ਸ਼ੁਰੂ ਹੋਇਆ ਸੀਗਾ ਉਸ ਤੋਂ ਬਾਅਦ ਕਦੇ ਲਾਕਡਾਊਨ ਕਦੇ ਹਾਫ ਕੈਪੈਸਿਟੀ ਦੇ ਸਟੋਰ ਜਿਹੜੇ ਹੈਗੇ ਉਹ ਰਨ ਕਰਦੇ ਨੇ ਫਿਰ ਟੋਰਾਂਟੋ ਤੇ ਪੀਲ ਏਰੀਆ ਦੇ ਵਿੱਚ ਲਾਕਡਾਊਨ ਹੋ ਗਿਆ ਆ ਆਈ ਵੀ ਅੰਡਰਸਟੈਂਡ ਕਿ ਹਾਂ ਵੀ ਲੋਕਾਂ ਦੇ ਵਿੱਚ ਹਤਾਸ਼ਾ ਬਹੁਤ ਹੈਗੀ ਆ ਡਿਪਰੈਸ਼ਨ ਕਈਆਂ ਨੂੰ ਹੋ ਚੁੱਕਾ ਆ ਪਰ ਜਿੱਥੇ ਅਸੀਂ 1 ਸਾਲ ਇਸ ਚੀਜ਼ ਨੂੰ ਜਰ ਲਿਆ ਤਾਂ ਥੋੜੇ ਮਹੀਨੇ ਹੋਰ ਵੈਕਸੀਨੇਸ਼ਨਸ ਆ ਚੁੱਕੀਆਂ ਨੇ ਵੈਕਸੀਨੇਸ਼ਨ ਜਿਹੜੀ ਹੈਗੀ ਆ ਵੱਡੇ ਪੈਮਾਨੇ ਤੇ ਵੈਕਸੀਨੇਸ਼ਨ ਲੋਕੀ ਵੈਕਸੀਨੇਟਡ ਹੋ ਰਹੇ ਨੇ ਜਿਹੜੇ ਬਜ਼ੁਰਗ ਹੈਗੇ 80 ਸਾਲਾਂ ਤੋਂ ਉੱਤੇ ਦੇ ਆਈ ਥਿੰਕ ਹੁਣ 64 ਸਾਲਾਂ ਤੋਂ 65 ਸਾਲਾਂ ਤੋਂ ਉੱਤੇ ਦੇ ਜਿਹੜੇ ਬਜ਼ੁਰਗ ਹੈਗੇ ਆ ਉਹਨਾਂ ਸਾਰਿਆਂ ਨੂੰ ਵੀ ਵੈਕਸੀਨੇਸ਼ਨ ਲੱਗ ਰਹੀਆਂ ਨੇ ਤੇ ਸਾਡਾ ਵੀ ਨੰਬਰ ਜਲਦ ਆ ਜਾਊਗਾ ਆਈ ਥਿੰਕ ਜੂਨ ਤੱਕ ਜਿਹੜਾ ਹੈਗਾ ਇਹਨਾਂ ਦਾ ਟੀਚਾ ਹੈਗਾ ਕਿ ਮੈਜੋਰਿਟੀ ਆਫ ਦੀ ਸਿਟੀਜ਼ਨਸ ਸ਼ੁੱਡ ਬੀ ਵੈਕਸੀਨੇਟਡ ਨਹੀਂ ਬਿਲਕੁਲ ਜੀ ਦੇਖੋ ਕੋਈ ਬਹੁਤ ਵਧੀਆ ਗੱਲ ਹੈ ਜਿਹੜੀ ਸਰਕਾਰ ਉਹ ਵੀ ਫ੍ਰੀ ਦੇ ਰਹੀ ਆ ਕੋਈ ਇਹ ਨਹੀਂ ਹੈਗਾ ਵੀ ਓਕੇ ਤੁਹਾਤੋਂ $10 $20 ਲੈ ਰਹੀ ਆ ਸੋ ਤੁਸੀਂ ਜੇ ਐਲੀਜੀਬਲ ਹੈਗੇ ਆ ਜਾਂ ਤੁਹਾਡੀ ਟਰਨ ਆ ਜਾਂਦੀ ਆ ਤਾਂ ਫਿਰ ਤੁਸੀਂ ਵੈਕਸੀਨੇਸ਼ਨ ਕਰਾ ਲਓ ਕੋਈ ਨੁਕਸਾਨ ਨਹੀਂ ਮੈਂ ਜਾਣਦਾ ਥੋੜੇ ਲੋਕਾਂ ਜਿਹਨੇ ਵੈਕਸੀਨੇਸ਼ਨ ਕਰਾਈ ਆ ਵਧੀਆ ਸਿਹਤ ਆ ਹਾਂਜੀ ਇਟਸ ਲਾਈਕ ਫਲੂ ਥੋੜਾ ਬਹੁਤਾ ਹੁੰਦਾ ਅਸਰ ਪਰ ਉਹ ਤੋਂ ਬਾਅਦ ਉਹ ਠੀਕ ਹੋ ਜਾਂਦੇ ਆ ਉਹ ਤਾਂ ਦੇਖੋ ਜੀ ਜਦੋਂ ਫਲੂ ਸ਼ਾਟ ਵੀ ਲਾਉਂਦੇ ਤਾਂ ਵੀ ਕਈ ਵਾਰੀ ਸਿਕਨੈਸ ਫੀਲ ਹੁੰਦੀ ਹੈ ਕਿ ਆਪਣੀ ਜਿਹੜੀ ਇਮਿਊਨਿਟੀ ਹੈਗੀ ਉਹ ਵੀਕ ਹੋ ਜਾਂਦੀ ਹੈਗੀ ਆ ਉਸ ਕਰਕੇ ਕਈ ਸਿੰਪਟਮਸ ਆਉਂਦੇ ਨੇ ਬਟ ਉਹ ਟੈਂਪਰੇਰੀ ਸਿੰਪਟਮਸ ਹੈਗੇ ਨੇ ਹਾਂਜੀ ਸੋ ਜੇ ਆਪਾਂ ਵੈਕਸੀਨ ਦੀ ਗੱਲ ਕਰਦੇ ਆ ਤਾਂ ਕਈ ਯੂਰਪੀਅਨ ਕੰਟਰੀਜ਼ ਨੇ ਐਸਟ੍ਰਾਜੇਨਾ ਜਿਹੜੀ ਹੈਗੀ ਆ ਉਹਦੇ ਉੱਤੇ ਪਾਬੰਦੀ ਲਾਈ ਆ ਹਾਂਜੀ ਤਾਂ ਕੈਨੇਡੀਅਨ ਗਵਰਨਮੈਂਟ ਜਿਹੜੀ ਵਾਪਸ ਅਜੇ ਤੱਕ ਇਹ ਤੇ ਪਾਬੰਦੀ ਨਹੀਂ ਅਜੇ ਤੱਕ ਇਹਨੂੰ ਲੈ ਰਹੀ ਆ ਅੱਜ ਹੀ ਸ਼ੋਅ ਸਟਾਰਟ ਕਰਨ ਤੋਂ ਪਹਿਲਾਂ ਹੀ ਇੱਕ ਫਲੈਸ਼ ਆਈ ਸੀ 680 ਵੱਲੋਂ ਕਿ ਜਿਹੜੀ ਆਪਣੀ ਐਸਟ੍ਰਾਜੇਨਿਕਾ ਹੈਗੀ ਆ ਵੈਕਸੀਨ ਉਸ ਨੂੰ ਕੈਨੇਡਾ ਨੇ ਉਸ ਨੂੰ ਇੱਕ ਵਾਰੀ ਫੇਰ ਕਿਹਾ ਕਿ ਇਟ ਇਜ਼ ਅ ਸੇਫ ਵੈਕਸੀਨੇਸ਼ਨ ਤੇ ਜਿਹੜਾ ਪਹਿਲਾਂ ਇੱਕ ਰੂਮਰ ਉੜੀ ਸੀ ਕਿ 65 ਸਾਲ ਤੋਂ ਉੱਤੇ ਦੇ ਬੰਦਿਆਂ ਨੂੰ ਵੈਕਸੀਨੇਸ਼ਨ ਨਹੀਂ ਲਾਈ ਜਾਵੇਗੀ ਉਹ ਵੀ ਹੁਣ ਕੈਨੇਡਾ ਗਵਰਨਮੈਂਟ ਨੇ ਕਲੀਅਰ ਕਰ ਦਿੱਤਾ ਹੈ ਕਿ ਦੇ ਵਿਲ ਬੀ ਗੋਇੰਗ ਫਾਰਵਰਡ ਵਿਦ ਦੀ ਵੈਕਸੀਨੇਸ਼ਨ ਫॉर ਪੀਪਲ ਅਬਾਊਟ 65 ਠੀਕ ਹੈ ਜੀ ਨਹੀਂ ਦੇਖੋ ਬਹੁਤ ਵਧੀਆ ਜੇ ਜਿਸ ਤਰੀਕੇ ਨਾਲ ਕੈਨੇਡੀਅਨ ਗਵਰਨਮੈਂਟ ਜਿਹੜੀ ਕੰਮ ਕਰਦੀ ਹੈ ਇੱਥੇ ਡਿਸਕ੍ਰਿਮੀਨੇਸ਼ਨ ਨਹੀਂ ਹਾਂਜੀ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਓਕੇ ਜੀ ਆਪਾਂ 65 ਸਾਲ ਤੋਂ ਉੱਤੇ ਦਿਆਂ ਨੂੰ ਹੁਣ ਆਪਾਂ ਵੈਕਸੀਨ ਨਹੀਂ ਕਰਨੀ ਦੈਟਸ ਓਕੇ ਤਾਂ ਜਿਹੜੇ ਲੋਕ ਕੰਮ ਕਰਨ ਵਾਲੇ ਉਹਨਾਂ ਨੂੰ ਵੈਕਸੀਨੇਸ਼ਨ ਕਰ ਦਿੰਦੇ ਸੋ ਬਹੁਤ ਵਧੀਆ ਇਸ ਤਰੀਕੇ ਨਾਲ ਜਿਹੜੀ ਇੱਕ ਵੈਕਸੀਨੇਸ਼ਨ ਦੇ ਨਾਲ ਇੱਕ ਪੋਸਟਰ ਲੱਗਾ ਸੀ ਆਈ ਥਿੰਕ ਮਾਰਕਹਮ ਸਾਈਡ ਹਾਂਜੀ ਪਿਕਰਿੰਗ ਦੇ ਵਿੱਚ ਉਹਨੂੰ ਉਸ ਪੋਸਟ ਨੂੰ ਇਸ ਤਰੀਕੇ ਦੇ ਨਾਲ ਇੰਡੀਅਨ ਮੀਡੀਆ ਨੇ ਪ੍ਰਚਾਰਿਆ ਬੇਸ਼ੱਕ ਉਹ ਥੋੜੇ ਘੰਟਿਆਂ ਦੇ ਲਈ ਹੀ ਰਿਹਾ ਪਰ ਉਹਨਾਂ ਨੂੰ ਇਸ ਤਰੀਕੇ ਨਾਲ ਫੋਟੋਆਂ ਜਾਂ ਉਹਦੀ ਵੀਡੀਓ ਬਣਾ ਕੇ ਉਹਨਾਂ ਨੂੰ ਭੇਜੀ ਗਈ ਵੀ ਆ ਜਿਹੜੀ ਆ ਕੈਨੇਡੀਅਨ ਗਵਰਨਮੈਂਟ ਨੇ ਦ ਕਾਈਂਡ ਆਫ ਉਹਦੀ ਹਾਈਪ ਕ੍ਰੀਏਟ ਕਰ ਦਿੱਤੀ ਵੀ ਕੈਨੇਡੀਅਨ ਗਵਰਨਮੈਂਟ ਨੇ ਜਿਹੜੀ ਆ ਮੋਦੀ ਦਾ ਧੰਨਵਾਦ ਕੀਤਾ ਜੀ ਤਾਂ ਬੰਦਾ ਜਿਹੜਾ ਸੀ ਉਹ ਮੈਨੂੰ ਲੱਗਦਾ ਵੀ ਕਿਸੇ ਇਮੀਗ੍ਰੇਸ਼ਨ ਫਰਾਡ ਦੇ ਵਿੱਚ ਬੁੱਕ ਸੀਗਾ ਜੀ ਜਿਹੜੀ ਉਹ ਐਡ ਸੀਗੀ ਉਹ ਸਪਾਂਸਰਡ ਸੀਗੀ ਬਾਈ ਦੀ ਹਿੰਦੂ ਫੋਰਮ ਆਫ ਕੈਨੇਡਾ ਹਾਂਜੀ ਤੇ ਉਹਨਾਂ ਦੇ ਜਿਹੜੇ ਮੁਖੀ ਹੈਗੇ ਨੇ ਉਹਨਾਂ ਦਾ ਹੁਣ ਮੈਂ ਸ਼ਾਇਦ ਨਾਮ ਭੁੱਲਦਾ ਪਿਆ ਬਟ ਉਹਨਾਂ ਦੇ ਉੱਤੇ ਕਈ ਜਿਹੜੇ ਹੈਗੇ ਇਮੀਗ੍ਰੇਸ਼ਨ ਫਰਾਡ ਦੇ ਕੇਸਿਸ ਵੀ ਚੱਲਦੇ ਪਏ ਨੇ ਉਹਨਾਂ ਨੇ ਬੜੀ ਚਲਾਕੀ ਨਾਲ ਜਿਹੜਾ ਹੈਗਾ ਆ ਜਿਹੜਾ ਥੱਲੇ ਪੇਡ ਬਾਏ ਹੁੰਦਾ ਹੈ ਲਿਖਿਆ ਉਹ ਬਹੁਤ ਛੋਟੇ ਅੱਖਰਾਂ 'ਚ ਲਿਖਿਆ ਸੀਗਾ ਪਲੱਸ ਉਹਨਾਂ ਨੇ ਉਹ ਲਾਲ ਰੰਗ 'ਚ ਲਿਖਿਆ ਸੀਗਾ ਕਿਉਂਕਿ ਜਿਹੜੀ ਪਿਕਚਰ ਦੀ ਬੈਕਗ੍ਰਾਉਂਡ ਸੀ ਉਹ ਵੀ ਲਾਲ ਸੀਗੀ ਬਟ ਤੁਹਾਨੂੰ ਪਤਾ ਜਿਹੜਾ ਹੈਗਾ ਸੱਚ ਲੁਕਦਾ ਨਹੀਂ ਹੈਗਾ ਤੇ ਕਈਆਂ ਨੂੰ ਪਤਾ ਲੱਗ ਗਿਆ ਕਿ ਇਟ ਵਾਸ ਪੇਡ ਬਾਈ them ਐਂਡ ਉਹਨਾਂ ਨੇ ਇੱਕ ਆਪਣਾ ਹਾਈਪ ਕ੍ਰੀਏਟ ਕਰਨ ਵਾਸਤੇ ਬੈਨਰ ਲਾਇਆ ਗਿਆ ਸੀਗਾ ਹੁਣ ਮੈਂ ਦੂਜੀ ਗੱਲ ਇਹ ਸੋਚਦਾ ਹੈਗਾ ਕਿ ਜਿਹੜੀ ਐਸਟ੍ਰਾਜੇਨਿਕਾ ਵੈਕਸੀਨੇਸ਼ਨ ਹੈਗੀ ਜਿਹੜੀ ਇੰਡੀਆ ਦੇ ਸੀਰਮ ਇੰਸਟੀਚਿਊਟ 'ਚ ਬਣ ਕੇ ਕੈਨੇਡਾ ਦੇ ਵਿੱਚ ਆ ਰਹੀ ਹੈਗੀ ਆ ਉਹ ਹਾਲ ਫਿਲਹਾਲ ਜਿਹੜੀ ਗੱਲਬਾਤ ਹੋਈ ਆ ਉਹ 2 ਮਿਲੀਅਨ ਡੋਜ਼ਸ ਦੇ ਉੱਤੇ ਹੋਈ ਆ ਫਾਈਜ਼ਰ ਹੈਗੀ ਹੈ ਜੀ ਫਾਈਜ਼ਰ ਦੀ 50 ਮਿਲੀਅਨ ਡੋਜ਼ਸ ਆਉਣੀਆਂ ਨੇ ਸੇਮ ਇਜ਼ ਵਿਦ ਮੋਡਰਨਾ ਉਹਦੀ ਵੀ ਜਿਹੜੀ ਵੈਕਸੀਨੇਸ਼ਨ ਹੈਗੀ ਹੈ ਦੈਟ ਇਜ਼ ਗੋਇੰ ਟੂ ਬੀ ਮੋਰ ਦੈਨ ਵਾਟ ਇੰਡੀਆ ਇਜ਼ ਸਪਲਾਈਂਗ
ਕਦੇ ਤੁਸੀਂ ਕਿਤੇ ਦੇਖਿਆ ਨਹੀਂ ਹੋਗਾ ਕਿ ਫਾਈਜ਼ਲ ਦਾ ਵੀ ਧੰਨਵਾਦ ਕੀਤਾ ਹੈਗਾ ਕਿਤੇ ਵੀ, ਕਿਉਂਕਿ ਇਹ ਜਦੇ WTO ਜਾਂ WHO ਨੇ ਜਦ ਕਿਹਾ ਆ ਕਿ ਜਿਹਨਾਂ ਕੋਲ ਵੈਕਸੀਨ ਹੈਗੀ ਆ, ਇੱਕ ਐਗਰੀਮੈਂਟ WHO ਦੇ ਨਾਲ ਹੋਇਆ ਹੈਗਾ ਆ which ਜਿਹੜੇ ਪ੍ਰੋਡਿਊਸਿੰਗ ਨੇਸ਼ਨਸ ਹੈਗੇ they have to provide the vaccination to the rest of the world। ਠੀਕ ਹੈ ਜੀ, ਇੱਕ ਸਮਝੌਤੇ ਦੇ ਤਹਿਤ ਜਿਹੜੀ ਵੈਕਸੀਨੇਸ਼ਨ ਆ ਰਹੀ ਹੈਗੀ ਆ, ਤੇ ਵੈਕਸੀਨੇਸ਼ਨ ਦੀ ਜਿਹੜੀ ਡਿਵੈਲਪ ਕੀਤੀ ਗਈ ਸੀ that is from Oxford। ਕੀਤੀ ਉੱਥੇ ਮੈਨੂਫੈਕਚਰਿੰਗ ਕੀਤੀ ਜਾ ਰਹੀ, ਲੇਬਰ ਕਾਸਟ ਸਸਤੀ ਹੈਗੀ ਕਰਕੇ ਉੱਥੇ ਜਿਹੜੀ ਹੈਗੀ ਮੈਨੂਫੈਕਚਰਿੰਗ ਕੀਤੀ ਜਾ ਰਹੀ ਹੈ। ਬਟ ਕਿ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਉਹ ਇਸ ਤਰੀਕੇ ਨਾਲ ਉਹਦਾ ਜਿਹੜਾ ਹੈਗਾ ਆ ਕਹਿ ਲਓ ਕਿ ਡੈਮੋਨਸਟ੍ਰੇਟ ਇਸ ਤਰੀਕੇ ਨਾਲ ਕਰ ਰਹੀ ਹੈ ਕਿ ਜਿਹੜਾ ਹੈਗਾ ਪ੍ਰਧਾਨ ਮੰਤਰੀ ਸਾਹਿਬ ਨਹੀਂ ਉਹ ਵੈਕਸੀਨ ਬਣਾਈ ਗਈ ਹੈ ਜਾਂ ਉਹਨਾਂ ਦੇ ਅੰਡਰ ਹੀ ਜਿਹੜੀ ਹੈਗੀ ਵੈਕਸੀਨੇਸ਼ਨ ਡਿਵੈਲਪ ਹੋ ਕੇ ਉਹਨਾਂ ਦੇਸ਼ਾਂ ਨੂੰ ਜਾ ਰਹੀ ਹੈ। ਉਹ ਤਾਂ ਸਿਰਫ ਇੱਕ ਮੈਨੂਫੈਕਚਰਿੰਗ ਹੋ ਰਹੀ ਆ, ਬਾਕੀ ਜਿੰਨੀ ਟੈਕਨੋਲੋਜੀ ਹੈਗੀ ਆ ਉਹਨਾਂ ਦੀਆਂ ਕੰਪਨੀਆਂ ਜਿਹੜੀਆਂ ਬਾਹਰ ਸੀਗੀਆਂ ਉਹਨਾਂ ਨੇ ਆ ਕੇ ਇੱਥੇ ਆਪਣੀ ਕੰਪਨੀ ਲਾਈ ਆ, ਉਹਦੇ ਵਿੱਚ ਮੈਨੂਫੈਕਚਰ ਕਰਦੇ ਨਾ। ਉਹ ਸ਼ਿਪ ਜਿਹੜੀ ਆ ਉਹ ਇੰਡੀਅਨ ਗਵਰਨਮੈਂਟ ਕਹਿੰਦੀ ਅਸੀਂ ਕਰਾਂਗੇ, ਆਈ ਡੋਂਟ ਨੋ ਵੀ ਜਾਂ ਤਾਂ ਫਿਰ ਉਹਨਾਂ ਨੇ ਪੂਰਾ ਕ੍ਰੈਡਿਟ ਲੈਣ ਦੇ ਲਈ ਇਹ ਕੰਮ ਕੀਤਾ। ਸੋ ਉਸ ਚੀਜ਼ ਨੂੰ ਇਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਜਿੱਦਾਂ ਇੰਡੀਆ ਗਵਰਨਮੈਂਟ ਜਿਹੜੀ ਆ ਉਹ ਮੈਨੂਫੈਕਚਰ ਕਰਦੀ ਤਾਂ ਉਹੀ ਡਿਸਟ੍ਰੀਬਿਊਟ ਕਰਦੀ। ਪਾਕਿਸਤਾਨ ਗਵਰਨਮੈਂਟ ਨੇ ਰਿਕੁਐਸਟ ਕੀਤੀ ਸੀਗੀ ਇੰਡੀਆ ਨੂੰ ਵੈਕਸੀਨੇਸ਼ਨ ਪ੍ਰੋਵਾਈਡ ਕਰਨ ਵਾਸਤੇ, ਤੇ ਇੱਕ ਕੁਐਸਚਨ ਆਇਆ ਸੀਗਾ ਆਈ ਥਿੰਕ ਇੰਡੀਅਨ ਮੀਡੀਆ 'ਚ ਜਾਂ ਪਾਕਿਸਤਾਨੀ ਮੀਡੀਆ 'ਚ ਇੱਕ ਕੁਐਸਚਨ ਆਇਆ ਸੀਗਾ, ਆਈ ਥਿੰਕ ਪਾਕਿਸਤਾਨੀ ਮੀਡੀਆ 'ਚ ਇਮਰਾਨ ਖਾਨ ਨੂੰ ਕਿਸੇ ਨੇ ਕੁਐਸਚਨ ਕੀਤਾ ਸੀਗਾ ਜਿਹੜੇ ਤੁਹਾਡੇ ਟ੍ਰੇਡ ਐਗਰੀਮੈਂਟ ਹੈਗੇ ਆ ਪੁਲਵਾਮਾ ਅਟੈਕ ਤੋਂ ਬਾਅਦ ਤੇ ਬਾਲਾਕੋਟ 에ਅਰ ਸਟ੍ਰਾਈਕ ਤੋਂ ਬਾਅਦ ਜਿਹੜੇ ਹੈਗੇ ਕੰਪਲੀਟਲੀ ਬੰਦ ਹੋ ਚੁੱਕੇ ਸੀਗੇ, ਤੇ ਤੁਸੀਂ ਕਿਵੇਂ ਵਿਦਆਊਟ ਐਨੀ ਐਗਰੀਮੈਂਟ ਤੁਸੀਂ ਕਿੱਦਾਂ ਭਾਰਤ ਤੋਂ ਇਹ ਦਵਾਈਆਂ ਦੀ ਜਿਹੜੀ ਹੈਗੀ ਮੰਗ ਕਰ ਰਹੇ ਹੈਗੇ ਆ। ਤੇ ਇਮਰਾਨ ਖਾਨ ਨੇ ਸਿੱਧਾ ਜਵਾਬ ਦਿੱਤਾ ਸੀਗਾ ਕਿ ਜੀ ਇਹ ਜਿਹੜਾ ਫੈਸਲਾ ਹੈਗਾ WHO ਦੇ ਥਰੂ ਹੋਇਆ ਹੈਗਾ, ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਥਰੂ ਹੀ ਅਸੀਂ ਰਿਕੁਐਸਟ ਕਹਾਂ ਭੇਜੀ ਹੈਗੀ ਆ, ਤੇ ਕਿਉਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਥਰੂ ਇਹ ਰਿਕੁਐਸਟ ਜਾਰੀ ਹੈਗੀ ਹੈ, ਇੰਡੀਆ ਹੈਜ਼ ਟੂ ਫੁਲਫਿਲ ਇਟ। ਦੇਖੋ ਜੀ ਗੱਲ ਤਾਂ ਇਹ ਹੈ ਵੀ ਸੱਚਾਈ ਤਾਂ ਸੱਚਾਈ ਆ ਜੀ, ਠੀਕ ਆ। ਦੂਜੀ ਗੱਲ ਇਹ ਆਉਂਦੀ ਹੈ ਜੇ ਇੱਥੇ ਜੇ ਪਾਕਿਸਤਾਨ ਨੂੰ ਜੇ ਇਸ ਤਰੀਕੇ ਨਾਲ ਪ੍ਰਚਾਰਿਆ ਜਾਊਗਾ ਜੀ ਅਸੀਂ ਪਾਕਿਸਤਾਨ ਸਾਡਾ ਗੁਆਂਢੀ ਦੇਸ਼ ਆ, ਅਸੀਂ ਇਹਨਾਂ ਤੇ ਮਰਸੀ ਕਰਕੇ ਤਾਂ ਅਸੀਂ ਫ੍ਰੀ ਵੈਕਸੀਨ ਦੇ ਰਹੇ ਹਾਂ, ਤਾਂ ਫਿਰ ਕੁਐਸਚਨ ਇੱਥੇ ਆਉਣਾ ਵੀ ਹੁਣ ਜਦੋਂ ਪੁਲਵਾਮਾ ਦਾ ਜਿਹੜਾ ਅਟੈਕ ਹੋਇਆ ਉਹ ਤੋਂ ਬਾਅਦ ਇੰਨੇ ਸਬੰਧ ਜਿਹੜੇ ਆ ਕੜਤਨ ਭਰੇ ਹੋ ਗਏ ਤਾਂ ਹੁਣ ਉਹਨਾਂ ਨੂੰ ਕਿਉਂ ਦਿੱਤੀ ਜਾ ਰਹੀ ਹੈ ਫ੍ਰੀ, ਜੇ ਕੁਐਸਚਨ ਪੁੱਛਿਆ ਜਾਵੇ ਤਾਂ ਜਿਹੜਾ ਤੁਹਾਡਾ ਆਨਸਰ ਹੈ ਵੀ ਓਕੇ ਵੀ ਇਟਸ ਨਾਟ ਇੰਡੀਅਨ ਗਵਰਨਮੈਂਟ ਕਰ ਰਹੀ ਆ, ਜਿਹੜੀ ਹੂ ਦੇ ਨਾਲ ਹੈਗੀ ਆ ਜਾਂ WTO ਹੈਗੀ ਆ, ਉਹਨਾਂ ਦਾ ਜਿਹੜਾ ਸਮਝੌਤਾ ਹੈਗਾ ਉਹਦੇ ਕਰਕੇ ਹੀ ਇਹ ਜਿਹੜੀ ਵੈਕਸੀਨ ਆ ਇੰਡੀਆ ਤੋਂ ਪਾਕਿਸਤਾਨ ਜਾ ਰਹੀ। ਹਾਂਜੀ ਠੀਕ ਹੈ ਜੀ, ਚਲੋ ਐਨੀਵੇ ਇਹ ਜਿਹੜੀਆਂ ਜੇ ਗੱਲਾਂ ਬਾਤਾਂ ਆਪਾਂ ਆਪਾਂ ਕਰਦੇ ਰਹਿੰਦੇ ਆ ਤਾਂ ਇਹਦਾ ਦਾ ਕੋਈ ਹੱਲ ਨਹੀਂ ਹੈਗਾ। ਮੈਂ ਕਈ ਵਾਰੀ ਪਹਿਲਾਂ ਵੀ ਗੱਲ ਕਰਦਾ ਨਾ, ਜਦੋਂ ਆਪਾਂ ਪੁਰਾਣੇ ਮੁਗਲ ਟਾਈਮ ਦੇ ਵਿੱਚ ਇੱਕ ਦੇਖੀ ਹੋਊਗੀ ਵੀ ਜਦੋਂ ਉਹਨਾਂ ਦੇ ਬੱਚੇ ਜਿਹੜੇ ਸੀਗੇ ਉਹ ਵੱਡੇ ਹੋ ਜਾਂਦੇ ਸੀਗੇ, ਉਹ ਬਾਪ ਨੂੰ ਕਤਲ ਕਰ ਦਿੰਦੇ ਸੀ ਜਿਹੜਾ ਮਹਾਰਾਜਾ ਜਾਂ ਰਾਜਾ ਸੀਗਾ। ਸੋ ਕਿਉਂਕਿ ਉੱਥੇ ਲਾਲਚ ਬਹੁਤ ਵੱਡਾ ਹੁੰਦਾ ਸੀ, ਦੇ ਡੋਂਟ ਕੇਅਰ ਅਸੀਂ ਕਿਹਨੂੰ ਕਤਲ ਕਰਨਾ ਜਾਂ ਕਿਹਨੂੰ ਨਹੀਂ ਕਰਨਾ। ਠੀਕ ਹੈ ਜੀ, ਸੇਮ ਵੇ ਜਦੋਂ ਆਪਾਂ ਇੰਡੀਅਨ ਗਵਰਨਮੈਂਟ ਜਾਂ ਵੱਡੀਆਂ ਸਰਕਾਰਾਂ ਦੇ ਵਿੱਚ ਜਾਂਦੇ ਆਪਾਂ ਇੱਕ ਚੀਜ਼ ਦੇਖਣ ਨੂੰ ਮਿਲੂਗੀ, ਉੱਥੇ ਧੋਖੇ ਜਾਂ ਉੱਥੇ ਕਿਸੇ ਚੀਜ਼ ਦਾ ਕ੍ਰੈਡਿਟ ਲੈਣ ਦਾ ਜਿਹੜਾ ਉੱਥੇ ਇੱਕ ਹੋੜ ਲੱਗੀ ਹੁੰਦੀ ਆ, ਕਿਉਂਕਿ ਉੱਥੇ ਇੱਕ ਲਾਲਚ ਬਹੁਤ ਵੱਡਾ ਆ। ਆਮ ਜ਼ਿੰਦਗੀ ਦੇ ਵਿੱਚ ਕੋਈ ਆਪਣੇ ਕੋਲ ਉਹ ਲਾਲਚ ਨਹੀਂ ਹੁੰਦਾ, ਆਪਾਂ ਕਹਿੰਦੇ ਚੱਲ ਛੱਡੋ ਕੀ ਕਰਨਾ। ਜਦੋਂ ਆਪਾਂ ਹੁਣ ਪੁਰਾਣੇ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ ਵੀ ਲੋਕ ਕਹਿੰਦੇ ਸੀ ਬੜੇ ਭਾਈਚਾਰੇ ਨਾਲ ਰਹਿੰਦੇ ਸੀ, ਇੱਕ ਦੂਜੇ ਨਾਲ ਪਿਆਰ ਸੀ, ਇੱਕ ਦੂਜੇ ਦੀ ਇੱਜ਼ਤ ਸੀ, ਮੁਹੱਬਤ ਸੀਗੀ। ਉਹ ਕਿਉਂ ਸੀਗੀ? ਕਿਉਂਕਿ ਉਦੋਂ ਪੈਸਾ ਇੰਨਾ ਐਗਜ਼ਿਸਟ ਨਹੀਂ ਸੀ ਕਰਦਾ ਮਾਰਕੀਟ ਦੇ ਵਿੱਚ ਜਾਂ ਪੰਜਾਬ ਦੇ ਵਿੱਚ। ਉਹ ਕਹਿੰਦੇ ਸੀ ਵੀ ਨਿੱਕੀ ਜਿਹੀ ਗੱਲ ਹੈ ਅਸੀਂ ਕਿਸੇ ਨਾਲ ਕਿਉਂ ਵਿਗਾੜੀਏ। ਮੁੱਖ ਦੀ ਗੱਲ ਜੀ ਸਾਰੀ ਚੌਧਰ ਦੀ ਲੜਾਈ ਹੈ। ਠੀਕ ਹੈ ਜੀ, ਹੁਣ ਪੰਜਾਬ ਦੇ ਵਿੱਚ ਜਦੋਂ ਜ਼ਮੀਨ ਜਿਹੜੀ ਸੀ ਇੱਕ ਖੇਤ 2 ਕਰੋੜ ਦਾ 3 ਕਰੋੜ ਦਾ 5 ਕਰੋੜ ਦਾ ਹੋ ਚੁੱਕਿਆ ਸੀ ਵੱਡੇ ਸ਼ਹਿਰਾਂ ਦੇ ਵਿੱਚ, ਉਦੋਂ ਭਰਾ ਜਿਹੜਾ ਭਰਾ ਨੇ ਭਰਾ ਦੀ ਕਦੇ ਵੀ ਕਦਰ ਨਹੀਂ ਕੀਤੀ। ਉਦੋਂ ਦੇ ਡੋਂਟ ਕੇਅਰ ਵੀ ਭਰਾ ਮੇਰੇ ਨਾਲ ਬੋਲਦਾ ਕਿ ਨਹੀਂ ਬੋਲਦਾ, ਮੈਂ ਉਹਨਾਂ ਧੋਖਾਧੜੀ ਕਰਾਂ ਜਾਂ ਨਾ ਕਰਾਂ। ਤਾਂ ਲੋਕਾਂ ਨੇ ਇੰਨੀ ਕੁ ਧੋਖਾਧੜੀ ਕੀਤੀ, ਆਪਣੇ ਭਰਾਵਾਂ ਦੀਆਂ ਜ਼ਮੀਨਾਂ ਜਿਹੜੀਆਂ ਸੀ ਉਹ ਦਬ ਲਈਆਂ। ਤਾਂ ਉੱਥੇ ਉਹ ਕੀ ਸਿੱਧ ਕਰਦਾ ਵੀ ਉੱਥੇ ਲਾਲਚ ਹੀ ਐਡਾ ਵੱਡਾ ਸੀਗਾ 5 ਕਰੋੜ ਦਾ 3 ਕਰੋੜ ਦਾ। ਉਹ ਜਿੱਡਾ ਵੱਡਾ ਲਾਲਚ ਆ ਉਨਾ ਹੀ ਜ਼ਿਆਦਾ ਸਮਾਜ ਦੇ ਵਿੱਚ ਜਿਹੜੀ ਆ ਜਿਹਨੂੰ ਕਹਿ ਦਈਏ ਬਈ ਅਰਾਜਕਤਾ, ਹਾਂ ਅਰਾਜਕਤਾ ਜਾਂ ਉਹਦੇ ਵਿੱਚ ਜਿਹੜੀ ਇੰਬੈਲੈਂਸ ਹੋ ਜਾਊਗਾ। ਠੀਕ ਹੈ, ਸੋ ਇਹਨੂੰ ਆਪਾਂ ਇੱਥੇ ਹੀ ਛੱਡ ਦਈਏ ਕਿਉਂਕਿ ਇਹਦਾ ਸਾਡੇ ਕੋਲ ਕੋਈ ਸਾਡੇ ਕੋਲ ਜਵਾਬ ਨਹੀਂ ਹੈਗਾ। ਜਵਾਬ ਨਹੀਂ ਹੈਗਾ। ਜਿੱਡਾ ਵੱਡਾ ਲਾਲਚ ਓਡਾ ਵੱਡਾ ਧੋਖਾ ਜੀ। ਹਰੇਕ ਜਗ੍ਹਾ ਜਿੱਥੇ ਮਰਜ਼ੀ ਦੇਖ ਲਓ ਇਹ ਚੀਜ਼ਾਂ ਹੋਣੀਆਂ ਹੀ ਹੋਣੀਆਂ। ਹੁਣ ਆਪਾਂ ਆਉਂਦੇ ਹਾਂ ਜੀ ਕਿਸਾਨ ਮੋਰਚੇ 'ਤੇ, ਜੋ ਅੱਜ ਹੁਣ 100 ਸਾਲ ਤੋਂ ਕਹਿੰਦਾ ਜੀ 100 ਦਿਨ ਤੋਂ ਉੱਤੇ ਜਾ ਚੁੱਕਿਆ ਆ। ਇਹਦੀ ਕੀ ਹਾਲਾਤ ਆ, ਇਹਦੇ ਕੀ ਜਿਹੜੇ ਉੱਥੋਂ ਦੀਆਂ ਖਬਰਾਂ ਆਪਣੇ ਕੋਲ ਆ ਰਹੀਆਂ? ਖਬਰਾਂ ਦੇਖੋ ਜੀ 2 ਪੱਖ ਤੋਂ ਆ ਰਹੀਆਂ ਨੇ। ਇੱਕ ਪੱਖ ਜਿਹੜਾ ਗੋਡੀ ਮੀਡੀਆ ਦਾ ਹੈਗਾ ਆ, ਉਹ ਤਾਂ ਬਾਰ-ਬਾਰ ਇਹੀ ਪ੍ਰਚਾਰ ਕਰ ਰਿਹਾ ਕਿ ਜਿਹੜਾ ਇਹ ਅੰਦੋਲਨ ਸੀਗਾ ਇਹ ਖਿਲਰ ਗਿਆ ਆ, ਬੰਦੇ ਜਿਹੜੇ ਹੈਗੇ ਵਾਪਸ ਜਾਣ ਲੱਗ ਗਏ ਹੈਗੇ ਆ। ਕਿਉਂਕਿ ਉਹਨਾਂ ਨੂੰ ਬਾਰ-ਬਾਰ ਸਮਝਾਉਣ ਤੋਂ ਬਾਅਦ ਵੀ ਇੱਕ ਗੱਲ ਪੱਲੇ ਪਤਾ ਨਹੀਂ ਕਿਉਂ ਗੋਦੀ ਮੀਡੀਆ ਦੇ ਪੱਲੇ ਨਹੀਂ ਪੈ ਰਹੀ ਹੈਗੀ ਕਿ ਜਿਹੜੇ ਬੰਦੇ ਆਏ ਆ ਉਹਨਾਂ ਨੇ ਰੋਟੇਸ਼ਨ ਤੇ ਵਾਪਸ ਵੀ ਜਾਣਾ ਹੈਗਾ ਤੇ ਨਵੇਂ ਬੈਚ ਨੇ ਵਾਪਸ ਆਉਣਾ ਵੀ ਹੈਗਾ ਆ। ਇਸ ਤੋਂ ਬਾਅਦ
ਹੁਣ ਜਿਹੜੇ ਬਾਰਡਰਾਂ ਤੇ ਬੈਠੇ ਹੋ, ਸਿੰਘੂ ਬਾਰਡਰ ਹੋ ਗਿਆ, ਜਿਹੜੇ ਦਿੱਲੀ ਦੇ ਆਲੇ ਦੁਆਲੇ ਘੇਰਾ ਪਾ ਕੇ ਬੈਠੇ ਹੋਏ ਨੇ, ਉਹਨਾਂ ਤੋਂ ਜ਼ਿਆਦਾ ਇਕੱਠ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਹੋ ਰਿਹਾ ਹੈਗਾ। ਮਹਾ ਪੰਚਾਇਤਾਂ ਵੱਖਰੇ ਸੂਬਿਆਂ ਦੇ ਵਿੱਚ ਹੋ ਰਹੀਆਂ, ਵੱਖਰੇ ਜ਼ਿਲ੍ਹਿਆਂ ਦੇ ਵਿੱਚ ਹੋ ਰਹੀਆਂ, ਖਾਪ ਪੰਚਾਇਤਾਂ ਆਪਣੇ ਪੰਚਾਇਤਾਂ ਕਰ ਰਹੀਆਂ ਹੈਗੀਆਂ ਨੇ। ਤੇ ਸਭ ਤੋਂ ਵੱਡਾ ਫੈਸਲਾ ਜਿਹੜਾ ਹੁਣ ਇਹਨਾਂ ਨੇ ਲਿੱਤਾ ਹੈਗਾ, ਰਾਕੇਸ਼ ਟਿਕੈਤ ਹੋ ਗਏ, ਆਪਣੇ ਰਾਜੇਵਾਲ ਸਾਹਿਬ ਹੋ ਗਏ, ਜਿਨ੍ਹਾਂ ਨੇ ਬੰਗਾਲ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰਦੇ ਸਿੱਧਾ ਅੱਡਾ ਲੈਣਾ ਹੈਗਾ, ਜਿਹੜੀ ਉੱਥੇ ਦੀ ਭਾਜਪਾ ਦੇ ਲੀਡਰਸ ਹੈਗੇ ਨੇ। ਤੇ ਉਹਦੇ ਕਰਕੇ ਕਿਤੇ ਨਾ ਕਿਤੇ ਏਦਾਂ ਲੱਗਦਾ ਹੋਵੇਗਾ ਕਿ ਜੇ ਇਹ ਜਿਹੜਾ ਹੈਗਾ ਆ ਅੰਦੋਲਨ ਸਮਾਪਤੀ ਵੱਲ ਨੂੰ ਤੁਰ ਰਿਹਾ ਹੈਗਾ, ਬਟ ਹਜੇ ਵੀ ਜਿਹੜਾ ਹੈਗਾ ਉੱਥੇ ਕਾਫੀ ਬੰਦਿਆਂ ਦਾ ਇਕੱਠ ਹੈਗਾ। ਇਨਫੈਕਟ ਲੋਕਾਂ ਨੇ ਉੱਥੇ ਹੁਣ ਪੱਕੇ ਮਕਾਨ ਵੀ ਬਣਾਉਣੇ ਸ਼ੁਰੂ ਕਰਤੇ ਆ, ਤੇ ਕੂਲਰ ਦੇ ਪ੍ਰਬੰਧ ਵੀ ਕਰਨੇ ਸ਼ੁਰੂ ਕਰਤੇ ਆ, ਤੇ ਪਾਣੀ ਵਾਸਤੇ ਬੋਰਵੈਲ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਹੈਗੇ। ਤੇ ਤਿਆਰੀ ਪੂਰੀ ਹੈਗੀ ਆ, ਮੋਰਚਾ ਹਜੇ ਵੀ ਉਸੇ ਤਰੀਕੇ ਨਾਲ ਕਾਇਮ ਹੈਗਾ ਆ। ਨਹੀਂ ਦੇਖੋ, ਗੱਲ ਇਹ ਆ ਵੀ ਜਦੋਂ ਤੁਸੀਂ ਮੋਰਚੇ ਦੀ ਜਿਹੜੀ ਜੇ ਆਪਾਂ ਦੇਖਦੇ ਹਾਂ ਮਜ਼ਬੂਤੀ ਕਿੱਥੇ ਹੈਗੀ ਆ, ਜੇ ਉਹ ਜਿਹੜੇ ਕਿਸਾਨ ਆਗੂ ਆ ਜੇ ਉਹ ਪ੍ਰਚਾਰ ਕਰਨ ਜਾਂਦੇ, ਇਹਦਾ ਮਤਲਬ ਵੀ ਮੋਰਚਾ ਅਜੇ ਉੱਥੇ ਦਾ ਉੱਥੇ ਹੀ ਆ, ਸਗੋਂ ਕਿ ਇਹ ਸਟਰੋਂਗ ਹੋ ਗਿਆ ਅੱਗੇ ਨਾਲੋਂ ਜੀ। ਦੈਟਸ ਵਾਈ ਦੇ ਆਰ ਗੋਇੰਗ ਇਨ ਬੰਗਾਲ ਵੀ ਓਕੇ, ਆਪਾਂ ਭਾਜਪਾ ਦੇ ਅਗੇਂਸਟ ਜਿਹੜੀ ਆ ਆਪਾਂ ਮੁਹਿੰਮ ਸ਼ੁਰੂ ਕਰੀਏ, ਜਿੱਥੇ ਉਹਨਾਂ ਨੂੰ ਕੋਈ ਸੀਟ ਹੀ ਨਾ ਮਿਲੇ, ਸੋ ਪਤਾ ਲੱਗੇ ਵੀ ਓਕੇ ਕਿਸਾਨਾਂ ਦਾ ਰੋਹ ਕੀ ਹੁੰਦਾ ਜਾਂ ਆਮ ਜਨਤਾ ਦਾ ਰੋਹ ਕੀ ਹੁੰਦਾ ਉਹਨਾਂ ਦੇ ਸਾਹਮਣੇ। ਕਈ ਭਾਜਪਾ ਦੇ ਲੀਡਰ ਹੈਗੇ, ਉਹਨਾਂ ਨੇ ਬਾਰ-ਬਾਰ ਇਸ ਚੀਜ਼ ਨੂੰ ਪ੍ਰਚਲਿਤ ਕੀਤਾ ਹੈ ਕਿ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਜੀ ਇਹ ਪੋਲੀਟੀਕਲੀ ਮੋਟੀਵੇਟਡ ਹੈਗੇ ਨੇ, ਤੇ ਹੁਣ ਜਿਹੜੇ ਚੋਣ ਪ੍ਰਚਾਰ ਜਿਸ ਹਿਸਾਬ ਨਾਲ ਵਿਰੋਧ ਕਰ ਰਹੇ ਨੇ ਭਾਜਪਾ ਦਾ, ਉਹ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਹੈਗੇ ਨੇ। ਪਰ ਉਹ ਜਦੋਂ ਵੀ ਉਹਨਾਂ ਦੀ ਤੁਸੀਂ ਸਪੀਚਾਂ ਸੁਣੋ, ਰਾਜੇਵਾਲ ਸਾਹਿਬ ਹੋ ਗਏ, ਟਕੈਤ ਸਾਹਿਬ ਹੋ ਗਏ, ਉਸ ਮੰਚ ਤੋਂ ਇੱਕ ਹੀ ਗੱਲ ਕਹਿ ਰਹੇ ਕਿ ਤੁਸੀਂ ਭਾਜਪਾ ਨੂੰ ਵੋਟ ਨਹੀਂ ਪਾਣੀ, ਉਸ ਤੋਂ ਇਲਾਵਾ ਜਿਹਨੂੰ ਮਰਜ਼ੀ ਤੁਸੀਂ ਵੋਟ ਪਾ ਕੇ ਜਿਤਾ ਸਕਦੇ ਆ। ਇਹ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਵੀ ਇਹ ਸ਼ੰਕਾ ਸੀਗੀ ਕਿ ਸਾਡੇ ਨਾਲ ਜਿਹੜਾ ਹੈਗਾ ਇਸ ਤਰੀਕੇ ਦਾ ਇੱਕ ਖੇਡ ਖੇਡਿਆ ਜਾ ਸਕਦਾ, ਇਸ ਕਰਕੇ ਉਹ ਵੀ ਪਹਿਲਾਂ ਵੈਲ ਪ੍ਰੀਪੇਅਰ ਹੋ ਕੇ ਉਹਨਾਂ ਨੇ ਜਿਹੜਾ ਹੈਗਾ ਆਪਣਾ ਮੋਰਚਾ ਫਤਿਹ ਕਰਨਾ ਹੈ। ਦੇਖੋ ਇਹ ਤਾਂ ਕਿਸੇ ਨੇ ਦੇਖੋ, ਜਦੋਂ ਕਈ ਵਾਰੀ ਘਰਾਂ ਦੇ ਵਿੱਚ ਜਾਂ ਆਪਾਂ ਆਮ ਤੌਰ ਤੇ ਦੇਖਦੇ ਡਿਵੋਰਸ ਹੁੰਦਾ ਨਾ, ਉਹ ਉਦੋਂ ਦੋਵੇਂ ਫੈਮਲੀਆਂ ਇੱਕ ਦੂਜੇ ਨੂੰ ਭੰਡਦੀਆਂ, ਠੀਕ ਆ। ਉਹਦੇ ਵਿੱਚ ਕਿਸੇ ਦਾ ਕਸੂਰ ਕੀ ਆ, ਕਿਸੇ ਦਾ ਕਸੂਰ ਕੀ ਆ, ਇਹ ਨਹੀਂ ਪਤਾ ਹੈਗਾ। ਬਸ ਇਹ ਹੁੰਦਾ ਵੀ ਮਨ 'ਚ ਗੁੱਸਾ ਆ, ਇਹ ਨਿੱਕਾ ਜਿਹਾ ਇੱਕ ਮੌਕਾ ਮਿਲਿਆ ਵੀ ਕਿਸਾਨਾਂ ਨੂੰ ਅਸੀਂ ਬਦਨਾਮ ਕਰ ਦਈਏ। ਪਰ ਗੱਲ ਇਹ ਆ ਵੀ ਕਿੰਨਾ ਕੁ ਕਰ ਲਓਗੇ ਤੁਸੀਂ। ਹੁਣ ਲੋਕਾਂ ਨੂੰ ਵੀ ਮੈਨੂੰ ਲੱਗਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਇਹ ਲੋਕ ਜਿਹੜੇ ਆ ਇਹ ਝੂਠ ਹੀ ਬੋਲੀ ਜਾਂਦੇ ਆ, ਇਹ ਬਿਨਾਂ ਝੂਠ ਤੋਂ ਬੋਲਦੇ ਹੀ ਕੁਝ ਨਹੀਂ ਹੈਗੇ। ਮੇਰੇ ਜ਼ਿਹਨ 'ਚ ਇੱਕ ਸਵਾਲ ਜਿਹੜਾ ਅੱਜ, ਕਿਉਂਕਿ ਮੈਂ ਅੱਜ ਸਵੇਰੇ ਰਾਜੇਵਾਲ ਸਾਹਿਬ ਦੀ ਸਪੀਚ ਸੁਣ ਰਿਹਾ ਸੀਗਾ, ਉਹ ਨੰਦੀਗ੍ਰਾਮ ਗਏ ਨੇ, ਜਿੱਥੋਂ ਕਿ ਮਮਤਾ ਬੈਨਰਜੀ ਤੇ ਤ੍ਰਿਵੇਦੀ ਜਿਹੜੇ ਉਹਨਾਂ ਦੇ ਐਕਸ ਪਾਰਟੀ ਮੈਂਬਰ ਸੀਗੇ, ਉਹਨਾਂ ਦਾ ਜਿਹੜਾ ਹੈਗਾ ਕੜਾ ਮੁਕਾਬਲਾ ਹੋਣ ਦੀ ਉਮੀਦ ਹੈਗੀ ਆ। ਉਹ ਮੈਂ ਉੱਥੇ ਸੋਚਦਾ ਸੀਗਾ ਕਿ ਜੇਕਰ ਭਾਜਪਾ ਜਿੱਤ ਜਾਂਦੀ ਬੰਗਾਲ, ਤਾਂ ਉਹਨਾਂ ਨੇ ਕਹਿਣਾ ਕਿ ਹਾਂ ਵੀ ਅਸੀਂ ਬੰਗਾਲ ਜਿੱਤ ਕੇ ਕਿਸਾਨਾਂ ਦਾ ਕੋਈ ਪ੍ਰਭਾਵ ਨਹੀਂ ਪਿਆ ਹੈਗਾ, ਅਸੀਂ ਕਿਸਾਨਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਗਾਹਾਂ। ਜੇ ਉਹ ਹਾਰ ਜਾਂਦੇ ਆ, ਕਿਆ ਫੇਰ ਵੀ ਉਹ ਕਿਉਂ ਗੱਲ ਕਰਨਗੇ ਕਿਸਾਨਾਂ ਦੇ ਨਾਲ ਕਿ ਹਾਂ ਜੀ ਅਸੀਂ ਹਾਰ ਗਏ, ਸਾਨੂੰ ਇਹਨਾਂ ਨੇ ਹਰਾਇਆ? ਉਹ ਗੱਲ ਤਾਂ ਵੀ ਮੈਨੂੰ ਲੱਗਦਾ ਨਹੀਂ ਕਿ ਉਹ ਉਸ ਟੇਬਲ ਤੇ ਆ ਕੇ ਗੱਲ ਕਰਨਾ ਚਾਹੋਗੇ। ਇੱਕ ਕਿਸਮ ਦਾ ਜੇ ਉਹ ਭਾਜਪਾ ਜਿੱਤਦੀ ਆ ਜਾਂ ਭਾਜਪਾ ਹਾਰਦੀ ਆ, ਆਈ ਥਿੰਕ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਜਿਹੜਾ ਕਿਸਾਨੀ ਮੁੱਦਾ ਹੈਗਾ ਉਹ ਕਿਤੇ ਨਾ ਕਿਤੇ ਹਜੇ ਹੋਰ ਲਟਕਾਇਆ ਜਾ ਸਕਦਾ ਹੈ। ਹਾਂਜੀ ਦੇਖੋ, ਮੈਂ ਸੁਖੀ ਇਸ ਚੀਜ਼ ਦੇ ਵਿੱਚ ਇੱਦਾਂ ਮੈਂ ਦੇਖਦਾ ਡਿਫਰੈਂਟ ਤਰੀਕੇ ਦੇ ਨਾਲ, ਜਦੋਂ ਸਰਕਾਰਾਂ ਜਿੱਦਾਂ ਕੇਂਦਰੀ ਸਰਕਾਰ ਜਿਹੜੀ ਆ ਜਦੋਂ ਰਾਜਾਂ ਦੇ ਵਿੱਚ ਹਰਨੀ ਸ਼ੁਰੂ ਹੋ ਜਾਂਦੀ ਆ, ਤਾਂ ਉਹਦੇ ਵਿੱਚ ਕੀ ਹੁੰਦਾ, ਉਹ ਦੇਖਦੇ ਆ ਵੀ ਓਕੇ ਸਾਡਾ ਜਿਹੜਾ ਆਧਾਰ ਆ ਉਹ ਘਟਣਾ ਸ਼ੁਰੂ ਹੋ ਗਿਆ। ਹਾਂਜੀ, ਜਾਂ ਉਹਨਾਂ ਦੀਆਂ ਜਿਹੜੀਆਂ ਪਰਸੈਂਟੇਜ ਆ ਵੋਟਾਂ ਦੀ ਉਹ ਘਟ ਗਈ ਜਾਂ ਸੀਟਾਂ ਘਟ ਗਈਆਂ, ਫਿਰ ਉੱਥੇ ਕੀ ਆ ਜਿਹੜੀ ਵਿਰੋਧੀ ਪਾਰਟੀ ਹੈਗੀ ਆ ਉਹ ਜ਼ਿਆਦਾ ਦਬਾ ਲੈਂਦੀ ਵੀ ਓਕੇ ਹੁਣ ਤੁਸੀਂ ਚੇਂਜ ਹੋ ਜਾਓ, ਕਿਉਂਕਿ ਤੁਹਾਡਾ ਜਿਹੜਾ ਪ੍ਰਭਾਵ ਆ ਕਿਸਾਨਾਂ ਕਰਕੇ ਘਟਣਾ ਸ਼ੁਰੂ ਹੋ ਗਿਆ। ਫਿਰ ਜਿਹੜੀ ਪਾਰਟੀ ਦੇ ਅੰਦਰ ਆ ਉਹ ਵੀ ਇੱਕ ਤਰੀਕੇ ਦੇ ਨਾਲ ਜਿਹਨੂੰ ਕਹਦੇ ਵੀ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ ਵੀ ਹੁਣ ਸਾਨੂੰ ਕੁਛ ਨਾ ਕੁਛ ਚੇਂਜ ਕਰਨਾ ਪਊਗਾ। ਕੁਦਰਤੀ ਚੋਣਾਂ ਵੀ ਇਸ ਉਹਨਾਂ ਰਾਜਾਂ ਦੇ ਵਿੱਚ ਆਈਆਂ ਜਿੱਥੇ ਭਾਜਪਾ ਦਾ ਪ੍ਰਭਾਵ ਘੱਟ ਹੈਗਾ, ਐਂਡ ਉੱਥੇ ਆਪਣੀ ਭਾਜਪਾ ਦੀ ਜਿਹੜੀ ਸਰਕਾਰ ਆ ਉਹ ਬਣਾਉਣੀ ਚਾਹੁੰਦੇ ਆ। ਹੁਣ ਬੰਗਾਲ ਦੇ ਵਿੱਚ ਇਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਹੈਗਾ, 200 ਮੇਰੇ ਖਿਆਲ ਨਾਲ 94 ਸੀਟਾਂ ਨੇ, 294 ਸੀਟਾਂ ਨੇ ਬੰਗਾਲ ਦੇ ਵਿੱਚ। ਪਰ ਗੱਲ ਇਹ ਹੈ ਕਿ ਇਹਨਾਂ ਨੂੰ ਜਿਹੜੇ ਹੈਗੇ ਕੈਂਡੀਡੇਟ ਵੀ ਨਹੀਂ ਲੱਭਦੇ ਪਏ ਹੈਗੇ, ਇਹ ਆਪਣੇ ਸਿਟਿੰਗ ਐਮਪੀਜ਼ ਨੂੰ ਜਿਹੜੀ ਹੈਗੀ ਐਮਐਲਏ ਦੀ ਚੋਣ ਲੜਾ ਰਹੇ ਆ। ਹਾਂ, ਉਹ ਇੱਕ ਫਿਰ ਬਿਲਾ ਕਰਦੀ ਉਹਨੂੰ। ਹਾਂਜੀ, ਬਾਬੁਲ ਸੁਪਰੀਓ ਜਿਹੜਾ ਇਹਨਾਂ ਦਾ ਇੱਕ ਬਹੁਤ ਮਸ਼ਹੂਰ ਬਾਲੀਵੁੱਡ ਸਿੰਗਰ ਸੀਗਾ, ਤੇ ਇਹਨਾਂ ਦਾ ਆਈ ਥਿੰਕ ਮੈਨੂੰ ਇੱਕ ਮਿਨਿਸਟਰੀ ਵੀ ਦਿੱਤੀ ਹੈਗੀ ਆ ਉਹਨਾਂ ਨੇ, ਤੇ ਉਹ ਜਿਹੜਾ ਹੈਗਾ ਆ ਸਾਊਥ ਕਲਕੱਤਾ ਜਿਹੜੀ ਉਹਨਾਂ ਦੀ ਫਿਲਮ ਇੰਡਸਟਰੀ ਹੈਗੀ ਉੱਥੇ ਟਾਲੀਵੁੱਡ ਕਰਕੇ, ਉਹਦੇ ਉਸ ਇਲਾਕੇ ਦੇ ਵਿੱਚ ਉਹ ਜਿਹੜਾ ਹੈਗਾ ਉਹ ਚੋਣ ਲੜਨਾ ਚਾਹੁੰਦਾ ਹੈਗਾ। ਤੇ ਉਵੇਂ ਹੀ ਜਿਹੜੀ ਇੱਕ ਹੋਰ ਐਮਪੀ ਇਹਨਾਂ ਦੀ ਹੈਗੀ ਹੈ ਲੋਕੇਟ ਚੈਟਰਜੀ, ਨਾ ਦੇਖ ਲਓ ਕਿੱਦਾਂ ਦਾ ਲੋਕੇਟ ਚੈਟਰਜੀ ਜਿਹੜੀ ਹੈਗੀ ਹੈ, ਉਸ ਨੂੰ ਵੀ ਐਮਐਲਏ ਦੀ ਚੋਣ ਲੜਾਉਣ ਵਾਸਤੇ ਐਮਪੀਸ਼ਿਪ ਤੋਂ ਲਾਈਕ ਐਜ਼ ਐਨ ਐਮਪੀ ਤੋਂ ਉਹਨਾਂ ਨੂੰ ਐਮਐਲਏ ਡਿਮੋਟ ਕੀਤਾ ਜਾ ਰਿਹਾ ਹੈਗਾ। ਤੇ ਇਹਦਾ ਮਤਲਬ ਵੀ ਜਿਹੜੇ ਆ ਲੋਕਾਂ ਤੇ ਜਿਹੜਾ ਆ ਉਹ ਬਰਡਨ ਹੋਰ ਪਊਗਾ, ਕਿਉਂਕਿ ਦੁਬਾਰਾ ਫਿਰ ਜਦੋਂ ਜੇ ਇੱਕ ਸੀਟ ਤਾਂ ਉਹਨੂੰ ਛੱਡਣੀ ਪਊਗੀ। ਜੇ ਉਹ ਹਾਰ ਜਾਂਦੇ ਆ
ਫਿਰ ਐਮਪੀ ਤਾਂ ਰਹਿ ਗਏ, ਐਮਪੀ ਤਾਂ ਰਹਿ ਗਏ। ਹਾਂਜੀ। ਬਟ ਜੇ ਇੱਥੇ ਜਿੱਤ ਜਾਂਦੇ ਆ ਉਹਨਾਂ ਨੂੰ ਐਮਪੀਸ਼ਿਪ ਛੱਡਣੀ ਪੈਣੀ ਹੈ, ਜਿਹਦੇ ਉੱਤੇ ਫਿਰ ਮੁੜ ਕੇ ਇਲੈਕਸ਼ਨ ਹੋਣੇ ਆ, ਫਿਰ ਕੇਂਦਰ ਦਾ ਸਰਕਾਰ ਦਾ ਤੇ ਰਾਜ ਸਰਕਾਰ ਦਾ ਪੈਸੇ ਲੱਗਣੇ ਆ। ਹਾਂਜੀ। ਇਸ ਤੋਂ ਚੰਗਾ ਇੱਕ ਪਾਲਿਸੀ ਇਹਨਾਂ ਦੇ ਕੋਲ ਹੋਣੀ ਚਾਹੀਦੀ ਸੀ, ਜਿਹੜੇ ਐਮਪੀ ਦੇ ਇਲੈਕਸ਼ਨ ਲੜੇ ਆ ਜਾਂ ਜਿੱਤੇ ਨੇ ਉਹ ਕੰਟੈਸਟ ਨਹੀਂ ਕਰ ਸਕਦੇ ਐਮਐਲਏ ਵਾਸਤੇ। ਹਾਂਜੀ। ਦੂਜੀ ਗੱਲ ਅੱਜ ਇਹ ਵੀ ਪਤਾ ਲੱਗੀ ਕਿ ਕਲਕੱਤਾ ਦੇ ਅੰਦਰ ਇਹਨਾਂ ਦੀ ਇੱਕ ਆਫਿਸ ਬੀਜੇਪੀ ਵਾਲਾ ਦਾ ਇੱਕ ਆਫਿਸ ਸੀਗਾ, ਤੇ ਜਿਹਦੇ ਕਿ 4ਵਾਂ ਮਾਲਾ 7ਵਾਂ ਤੇ 8ਵਾਂ ਮਾਲਾ ਜਿਹੜਾ ਬਿਲਡਿੰਗ ਦਾ ਇਹਨਾਂ ਦਾ ਆਫਿਸ ਹੈਗੇ ਆ, ਤੇ ਉਹਦੇ ਬਾਹਰ ਜਿਹੜਾ ਹੈਗਾ ਲੋਕਾਂ ਨੇ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਹੈਗਾ ਆ। ਹੁਣ ਜੇ ਤਾਂ ਫਾਰਮਰ ਜਿਹੜਾ ਕਿਸਾਨ ਆ ਉਹ ਪ੍ਰੋਟੈਸਟ ਕਰੇ, ਜਿਹਦਾ ਉਹ ਸਿੱਖ ਆ ਉਹ ਖਾਲਿਸਤਾਨੀ ਆ, ਠੀਕ ਹੈ ਜੀ। ਜੇ ਉਹ ਹਿੰਦੂ ਆ ਤਾਂ ਅਰਬਨ ਨਕਸਲੀ ਹੈਗਾ ਆ, ਜੇ ਮੁਸਲਮਾਨ ਆ ਤਾਂ ਪਾਕਿਸਤਾਨੀ ਹੈਗਾ ਆ। ਹੁਣ ਮੈਂ ਪੁੱਛਣਾ ਇਹਨਾਂ ਨੂੰ ਇਹ ਚਾਹੁੰਦਾ ਕਿ ਜਿਹੜੇ ਭਾਜਪਾ ਵਾਲੇ ਆਪਣੇ ਲੀਡਰ ਦੇ ਖਿਲਾਫ ਆਪਣੇ ਭਾਜਪਾ ਦੇ ਆਫਿਸ ਦੇ ਬਾਹਰ ਪ੍ਰਦਰਸ਼ਨ ਕਰਦੇ ਨੇ, ਇਹ ਕਿਹੜੇ ਹੈਗਾ, ਇਹ ਕਿਹੜੇ ਜੀਵੀ ਨੇ, ਇਹ ਕਿਹੜੇ ਜੀਵੀ ਨੇ? ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹੈਗਾ। ਉਹਨਾਂ ਦਾ ਗੁੱਸਾ ਇਸੇ ਗੱਲ ਤੇ ਹੈਗਾ ਕਿ ਜਿਹੜੇ ਤੁਸੀਂ ਟਿਕਟਾਂ ਦੇ ਰਹੇ ਹੈਗੇ ਟੀਐਮਸੀ ਦੇ ਵਰਕਰਸ ਨੂੰ, ਜਾਂ ਟੀਐਮਸੀ ਦੇ ਵੱਡੇ ਲੀਡਰਸ ਜਿਹੜੇ ਮਮਤਾ ਬੈਨਰਜੀ ਨੂੰ ਛੱਡ ਕੇ ਆ ਰਹੇ ਨੇ, ਕੁਇਟ ਕਰਕੇ ਆ ਰਹੇ ਨੇ ਉੱਧਰੋਂ, ਉਹਨਾਂ ਨੂੰ ਤੁਸੀਂ ਟਿਕਟਾਂ ਦੇਈ ਜਾਂਦੇ ਹੈਗੇ ਆ। ਤੇ ਅਸੀਂ ਜਿਹੜੇ ਹੈਗੇ 20 ਸਾਲਾਂ ਤੋਂ ਦਰਿਆ ਝਾੜਦੇ ਰਹੇ ਪਾਰਟੀ ਨੂੰ ਇੱਥੇ ਤੱਕ ਲੈ ਕੇ, ਸਾਨੂੰ ਕਿਸੇ ਨੇ ਟਿਕਟ ਨਹੀਂ ਦਿੱਤੀ ਹੈਗੀ ਹੈ। ਉਹ ਕਿਤੇ ਨਾ ਕਿਤੇ ਜਿਹੜਾ ਆਪਸੀ ਇਹਨਾਂ ਦੀ ਰੰਜਿਸ਼ ਹੈਗੀ ਹੈ ਬੀਜੇਪੀ ਦੇ ਅੰਦਰ, ਉਹ ਵੀ ਦਿਖਾਈ ਦੇ ਰਹੀ ਹੈਗੀ ਹੈ। ਕਿਤੇ ਨਾ ਕਿਤੇ ਬੀਜੇਪੀ ਜਿਹਦੇ ਟੀਐਮਸੀ ਦੇ ਐਕਸ ਵਰਕਰਸ ਜਾਂ ਕਹਿ ਲਓ ਜਾਂ ਐਕਸ ਪਾਰਟੀ ਮੈਂਬਰਸ ਨੂੰ ਟਿਕਟ ਦੇ ਕੇ ਫੈਸਿਲਿਟੇਟ ਕਰਨਾ ਚਾਹੁੰਦੀ ਆ। ਕਿਤੇ ਨਾ ਕਿਤੇ ਜਿਹੜਾ ਇੱਕ ਵਰਕਰ ਹੈਗਾ, ਜਿਹੜਾ ਇੱਕ ਕੋਰ ਪਾਰਟੀ ਦਾ ਇੱਕ ਕੋਰ ਵਰਕਰ ਹੈਗਾ ਆ, ਜੇ ਉਹ ਖਿਸਕਦਾ ਜਾ ਰਿਹਾ ਹੈਗਾ, ਤੁਹਾਨੂੰ ਲੱਗਦਾ ਇਲੈਕਸ਼ਨ ਜਿੱਤ ਸਕਦੇ ਨੇ ਇਹ? ਨਹੀਂ, ਦੇਖੋ ਇਸੇ ਕਰਕੇ ਤਾਂ ਹੁਣ ਜਿਹੜੀ ਪਹਿਲਾਂ ਗੱਲ ਕਰਕੇ ਹਟੇ ਆਪਾਂ, ਜਦੋਂ ਜੇ ਭਾਜਪਾ ਉੱਥੇ ਹਰਦੀ ਆ ਜਾਂ ਉਹਨਾਂ ਦਾ ਜਿਹੜਾ ਚੋਣ ਪਰਸੈਂਟੇਜ ਕਰਦੀ ਆ, ਉਹ ਫਿਰ ਦੂਜਿਆਂ ਰਾਜਾਂ ਤੇ ਵੀ ਅਸਰ ਪੈਣਾ ਜੀ। ਵੀ ਭਾਜਪਾ ਦਾ ਜਿਹੜਾ ਆ ਉਹ ਬੇਸ ਆ, ਉਹ ਜਿਹੜਾ ਖੁਰਦਾ ਜਾ ਰਿਹਾ, ਉਹਨਾਂ ਦਾ ਜਿਹੜਾ ਆਧਾਰ ਆ ਉਹ ਨਹੀਂ ਰਿਹਾ ਜੀ। ਸੋ ਇਦਾਂ ਹੀ ਹੁਣ ਜਦੋਂ ਅਸਾਮ ਦੇ ਵਿੱਚ ਆਪਾਂ ਦੇਖਦੇ ਹਾਂ, ਉੱਥੇ ਜਿਹੜਾ ਜੇ ਉਹਨਾਂ ਭਾਜਪਾ ਨੇ ਸਰਕਾਰ ਬਣਾਈ ਸੀ, ਉਹ ਇਸ ਕਰਕੇ ਬਣਾਈ ਸੀ ਕਿਉਂਕਿ ਉੱਥੇ ਮੁਸਲਿਮ ਉਹਨਾਂ ਨੂੰ ਸਪੋਰਟ ਸੀ, ਉਹਨਾਂ ਦੀ ਇੱਕ ਪਾਰਟੀ ਦੀ ਸਪੋਰਟ ਸੀਗੀ। ਹੁਣ ਜਿਹੜੀ ਮੁਸਲਿਮ ਪਾਰਟੀ ਹੈਗੀ ਆ, ਉਹ ਕੀ ਕਹਿ ਰਹੀ ਆ ਵੀ ਜੋ ਸਾਡੇ ਨਾਲ ਚੋਣ ਪ੍ਰਚਾਰ ਦੇ ਵਿੱਚ ਜਾਂ ਚੋਣਾਂ ਦੇ ਦੌਰਾਨ ਤੁਸੀਂ ਵਾਅਦੇ ਕੀਤੇ ਸੀ, ਉਹਨਾਂ 'ਚ ਕੋਈ ਵੀ ਪੂਰਾ ਨਹੀਂ ਕੀਤਾ। ਜਿਹੜੀ ਪਹਿਲਾਂ ਮੈਂ ਗੱਲ ਕਰਕੇ ਰਿਹਾ ਨਾ ਵੀ ਸਾਡੇ ਇੱਕ ਪਤਾ ਨਹੀਂ ਆਟੋਮੈਟਿਕਲੀ ਉਹ ਇੱਕ ਜੇਨ ਦੇ ਵਿੱਚ ਵਸ ਜਾਂਦਾ ਵੀ ਵਾਅਦਾ ਕਰ ਲਓ, ਪੂਰਾ ਹੋ ਗਿਆ, ਨਹੀਂ ਤਾਂ ਨਾ ਸੀ, ਕਿਹੜੀ ਵੱਡੀ ਗੱਲ ਹੈ। ਸੋ ਉਹਨਾਂ ਨੇ ਕਿਹਾ ਵੀ ਓਕੇ ਇਸ ਸਾਲ ਜਿਹੜੀਆਂ ਆ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਆ ਹਮਾਇਤ ਨਹੀਂ ਦੇਣੀ ਜੀ, ਰਾਈਟ। ਉਹ ਉਹਨਾਂ ਦਾ ਇੱਕ ਵੱਡਾ ਹਿੱਸਾ ਹੈ ਜਿਹੜਾ ਉਹ ਚੋਣਾਂ ਨੂੰ ਡਿਸਾਈਡ ਕਰਦਾ ਸੀਟਾਂ ਨੂੰ ਵੀ ਕੌਣ ਜਿੱਤੂਗਾ ਤਾਂ ਕੌਣ ਹਾਰੂਗਾ ਜੀ, ਠੀਕ ਹੈ ਜੀ। ਸੇਮ ਇਜ਼ ਵਿਦ ਇਹਨਾਂ ਦੀ ਹੋਰ ਕੇਰਲਾ ਦੇ ਵਿੱਚ ਜਿਹੜੀ ਚੋਣ ਹੈਗੀ ਆ, ਉਹ ਇੱਕ ਲੈਫਟ ਦਾ ਜਿਹੜਾ ਰਹਿੰਦਾ ਬਚਿਆ ਕਿਲਾ, ਆਖਰੀ ਕਿਲਾ ਜਿਹੜਾ ਹੈਗਾ ਉਹ ਕੇਰਲਾ ਹੀ ਆ। ਉਹਨਾਂ ਨੇ 35 ਸਾਲ ਲਗਾਤਾਰ ਵੈਸਟ ਬੰਗਾਲ ਦੇ ਵਿੱਚ ਰਾਜ ਕੀਤਾ। ਮਮਤਾ ਬੈਨਰਜੀ ਨੇ ਜਦੋਂ ਟਾਟਾ ਵਾਲਿਆਂ ਦਾ ਰੌਲਾ ਪਿਆ ਸੀ ਸਿੰਗੂਰ ਵਿੱਚ, ਉੱਥੋਂ ਮਮਤਾ ਬੈਨਰਜੀ ਇੱਕ ਸਟਰੋਂਗ ਲੀਡਰ ਦੇ ਸਾਹਮਣੇ ਆਏ ਹੈਗੇ ਇੱਕ ਕਿਸਮ ਦੇ, ਤੇ ਉਸ ਤੋਂ ਬਾਅਦ 2011 ਦੇ ਵਿੱਚ ਜਿਹੜੀ ਹੈਗੀ ਇਹਨਾਂ ਨੇ ਸੱਤਾ ਪਰਿਵਰਤਨ ਕਰ ਦਿੱਤੀ ਸੀ। ਉਸ ਤੋਂ ਬਾਅਦ 10 ਸਾਲ ਲਗਾਤਾਰ ਮਮਤਾ ਬੈਨਰਜੀ ਜਿੱਤਦੇ ਆ ਰਹੇ ਨੇ। ਲੈਫਟ ਵਾਸ ਰਿਸਟ੍ਰਿਕਟਡ ਟੂ ਨੰਬਰਸ। ਹੁਣ ਕਾਂਗਰਸ ਤੇ ਲੈਫਟ ਪਾਰਟੀ ਜਿਹੜੀ ਹੈਗੀ ਕੇਰਲਾ ਦੇ ਵਿੱਚ ਉਹਨਾਂ ਦੀ ਸਰਕਾਰ ਹੈਗੀ ਆ। ਬੀਜੇਪੀ ਕੁਝ ਸੀਟਾਂ ਦਾ ਪੱਕਾ ਕੱਢ ਲੂਗੀ, ਇਹ ਨਹੀਂ ਹੈ ਕਿ ਬਿਲਕੁਲ ਜ਼ੀਰੋ ਸੀਟਾਂ ਕੱਢਣਗੀ, ਬਟ ਸਰਕਾਰ ਬਣਾਉਣ ਤੋਂ ਕੋਸੋਂ ਦੂਰ ਹੈਗੀ ਆ। ਤੇ ਰਹੀ ਗੱਲ ਤਮਿਲਨਾਡੂ ਦੀ, ਤਮਿਲਨਾਡੂ ਦੇ ਵਿੱਚ ਆਲਰੇਡੀ ਇਹਨਾਂ ਦੀ ਜਿਹੜੀ ਹੈਗੀ ਹੈ ਭਾਈਵਾਲ ਪਾਰਟੀ AIADMK ਦੀ ਸਰਕਾਰ ਚੱਲ ਰਹੀ ਹੈਗੀ ਆ, ਤੇ ਉਹਨਾਂ ਦਾ ਵੀ ਪੰਜਾਬ ਵਾਲਾ ਹਾਲ ਹੀ ਹੈਗਾ ਆ ਕਿ ਹਰ 5 ਸਾਲ ਜਿਹੜੀ ਹੈਗੀ ਆ, ਹਾਂਜੀ, ਹਰ 5 ਸਾਲ ਜਿਹੜੀ ਹੈਗੀ ਆ ਉਹ ਐਂਟੀ ਇਨਕੰਬੈਂਸੀ ਇੰਨੀ ਸਟਰੋਂਗ ਹੋ ਜਾਂਦੀ ਆ ਕਿ ਦੂਜੀ ਪਾਰਟੀ ਆਟੋਮੈਟਿਕਲੀ ਇਲੈਕਸ਼ਨਸ ਵਿਨ ਕਰ ਜਾਂਦੀ ਹੈ। ਤਾਂ ਤਮਿਲਨਾਡੂ ਜਾਂ ਕੇਰਲਾ ਹੋ ਗਿਆ ਜਾਂ ਅਸਾਮ ਹੋ ਗਿਆ, ਇਹਨਾਂ ਨੂੰ ਛੱਡ ਕੇ ਬਾਕੀ ਸਾਰੀ ਜਿਹੜੀ ਲੀਡਰਸ਼ਿਪ ਹੈਗੀ ਆ, ਭਾਵੇਂ ਉਹ ਪ੍ਰਧਾਨ ਮੰਤਰੀ ਹੋਣ, ਗ੍ਰਹਿ ਮੰਤਰੀ ਹੋਣ ਜਾਂ ਪਾਰਟੀ ਪ੍ਰਧਾਨ ਨੱਡਾ ਸਾਹਿਬ ਹੋਣ, ਸਾਰਿਆਂ ਦਾ ਜਿਹੜਾ ਜ਼ੋਰ ਹੈਗਾ ਆ ਉਹ ਬੰਗਾਲ ਦੇ ਉੱਤੇ ਹੀ ਹੈਗਾ ਆ। ਤੇ ਇੱਕ ਹੋਰ ਡਿਪਲੋਮੈਸੀ ਜਿਹਨੂੰ ਕਹਿੰਦੇ ਹੈਲੀਕਾਪਟਰ ਡਿਪਲੋਮੈਸੀ, ਮਮਤਾ ਬੈਨਰਜੀ ਨੇ ਕਾਫੀ ਸਾਲਾਂ ਪਹਿਲਾਂ ਦੀ ਉਹ ਅਪਣਾਈ ਸੀਗੀ ਕਿ ਜਿਹੜੇ ਵੀ ਇਹ ਲੀਡਰ ਆ ਰਹੇ ਨੇ ਇਹ ਆਪਣੇ ਹੈਲੀਕਾਪਟਰ ਲੈਂਡ ਨਹੀਂ ਕਰ ਸਕਦੇ ਉੱਤੇ ਵਿਦਆਊਟ ਪਰਮਿਸ਼ਨ। ਅੱਛਾ ਜੀ। ਕਿਸੇ ਵੀ ਵੈਸਟ ਬੰਗਾਲ ਦੇ ਅੰਦਰ ਕਿਤੇ ਵੀ ਉਹ ਲੈਂਡ ਨਹੀਂ ਕਰ ਸਕਦੇ। ਠੀਕ ਹੈ ਜੀ। ਤੇ ਇਸੇ ਕਰਕੇ ਜਿਹੜਾ ਪਿਛਲੇ ਦਿਨੋਂ ਮਮਤਾ ਬੈਨਰਜੀ ਤੇ ਹਮਲਾ ਵੀ ਹੋਇਆ ਹੈਗਾ, ਉਹਨਾਂ ਨੇ ਇੱਕ ਗ੍ਰੀਨ ਕੋਰੀਡੋਰ ਜਿਹੜਾ ਹੈਗਾ ਉਹ ਐਸਟੈਬਲਿਸ਼ ਕਰਕੇ ਬਾਈ ਰੋਡ ਉਹਨਾਂ ਨੂੰ ਕੋਲਕਾਤਾ ਲੈ ਕੇ ਗਏ ਸੀਗੇ, ਫॉर द ਸੇਮ ਰੀਜ਼ਨ ਕਿ ਜੇ ਮੈਂ ਅੱਜ ਹੈਲੀਕਾਪਟਰ ਮੈਂ ਯੂਜ਼ ਕਰਦੀ ਆ ਤੇ ਆਪੋਜੀਸ਼ਨ ਵਾਲੇ ਕਿਤੇ ਮੈਨੂੰ ਇਹ ਨਾ ਕਹਿ ਦੇਣ ਕਿ ਹਾਂ ਵੀ ਕਿਉਂਕਿ ਮੈਂ ਸਿਟਿੰਗ CM ਹੈਗੀ ਆ, ਇਸ ਕਰਕੇ ਜਿਹੜਾ ਹੈਗਾ ਮੈਂ ਉਹ ਬੈਨੀਫਿਟਸ ਯੂਜ਼ ਕਰ ਰਹੀ ਹਾਂ ਜਿਹੜਾ ਮੈਂ ਹੋਰਨਾਂ ਨੂੰ ਮਨਾ ਕਰ ਰਹੀ ਹੈਗੀ ਆ। ਸੋ ਸ਼ੀ ਇਜ਼ ਦੈਟ ਕਾਈਂਡ ਆਫ ਅ ਲੇਡੀ ਜਿਹਨੇ ਕਿ ਇੱਕ ਕਹਿ ਲਓ ਕਿ ਸ਼ੀ ਇਜ਼ ਐਨ ਆਇਰਨ ਲੇਡੀ ਫॉर ਬੰਗਾਲ। ਤੇ ਹਜੇ ਵੀ ਜਿਹੜੇ ਬੰਗਾਲ ਦੇ ਲੋਕੀ ਹੈਗੇ ਆ ਓਪਨ ਹਾਰਟedly ਉਹਨੂੰ ਸਪੋਰਟ ਕਰ ਰਹੇ ਹੈਗੇ ਆ। ਦੇਖੋ ਜਿਹੜਾ ਉੱਤੇ ਹਮਲਾ ਹੋਇਆ ਉਹਦੇ ਬਾਰੇ ਕੀ ਕਹੋਗੇ, ਕਿਹੋ ਜਿਹੀਆਂ ਖਬਰਾਂ ਆ ਰਹੀਆਂ, ਕਿਹੋ ਜਿਹੀਆਂ ਕਨਸੋਆਂ ਅੰਦਰੋਂ ਆ ਰਹੀਆਂ ਵੀ ਕਿਹਨੇ ਕੀਤਾ, ਕਿਸ ਪਰਪਸ ਦੇ ਨਾਲ ਕੀਤਾ ਜਾਂ ਖੁਦ ਹੀ? ਦੇਖੋ ਜੀ, ਇਹ ਤਾਂ ਕੋਈ ਲੁਕੀ ਗੱਲ ਨਹੀਂ ਹੈਗੀ ਕਿ TMC ਵਾਲੇ ਨੇ ਭਾਜਪਾ ਵਾਲੇ ਤੇ ਹੀ ਬਲੇਮ ਕਰਨਾ ਹੈਗਾ ਆ ਤੇ ਭਾਜਪਾ ਵਾਲੇ ਨੇ ਆਪਣੇ ਆਪ ਨੂੰ ਡਿਫੈਂਡ ਕਰਨਾ ਹੈਗਾ। ਹਾਂਜੀ, ਇੱਕ ਉਹ ਤਾਂ ਨੋਟੰਕੀ ਦੱਸ ਰਿਹਾ ਨਾ ਵੀ ਨੋਟੰਕੀ ਬੰਦ ਕਰੇ ਮਮਤਾ। ਦੇਖੋ ਜੀ, ਨੋਟੰਕੀ ਕਰ ਰਹੇ, ਬਟ ਕਈ ਵਾਰੀ ਕੀ ਹੁੰਦਾ ਜਦੇ
ਇਲੈਕਸ਼ਨ ਤੋਂ ਪਹਿਲਾਂ 6 ਮਹੀਨੇ ਪਹਿਲਾਂ ਜਿਹੜੇ ਆਪਣੇ ਪੰਜਾਬ 'ਚ ਵੀ ਖਾਸ ਕਰਕੇ ਇਹ ਹੁੰਦਾ ਜਿਹੜੇ IAS ਆਫੀਸਰਸ ਹੈਗੇ IPS ਆਫੀਸਰਸ ਹੈਗੇ ਨੇ ਉਹ ਜਿਹੜੇ ਇਨ ਪਾਵਰ ਮਿਨਿਸਟਰਸ ਹੈਗੇ ਨੇ ਉਹਨਾਂ ਦੀ ਸੁਣਨੀ ਪੁੱਛਣੀ ਘੱਟ ਕਰ ਦਿੰਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਖਬਰੇ ਇਹਨਾਂ ਨੇ ਅਗਲੇ ਵਾਰ ਟਰਮ 'ਚ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਜਿਹੜੀ ਦੂਜੀ ਪਾਰਟੀ ਹੈਗੀ ਜਿਹਦੇ ਚਾਂਸਸ ਹੈਗੇ ਆ ਆਉਣ ਦੇ ਉਹਨਾਂ ਨਾਲ ਵੀ ਜਿਹੜਾ ਹੈਗਾ ਆ 60-40 ਦਾ ਰੇਸ਼ੀਓ ਰੱਖਦੇ। ਜੇ 60% ਇਹਨਾਂ ਦੀ ਸੁਣਦੇ 40% ਉਹਨਾਂ ਦੀ ਵੀ ਸੁਣਨੇ ਸ਼ੁਰੂ ਕਰ ਦਿੰਦੇ ਹੈਗੇ ਆ। ਆਈ ਥਿੰਕ ਕਿਤੇ ਨਾ ਕਿਤੇ ਸੇਮ ਜਿਹੜਾ ਹੈਗਾ ਆ TMC ਤੇ BJP ਦੇ ਨਾਲ ਵੀ ਹੋ ਰਿਹਾ ਹੈਗਾ ਕਿਉਂਕਿ ਇੱਕ Z+ ਸਿਕਿਉਰਿਟੀ ਹੈਗੀ ਐਜ਼ ਐਨ ਚੀਫ ਮਿਨਿਸਟਰ ਉਹਦੇ ਨਾਲ ਉਸ ਟਾਈਮ ਤੇ ਕੋਈ ਪੁਲਿਸ ਵਾਲੇ ਦੀ ਮੌਜੂਦਗੀ ਨਾ ਹੋਣਾ ਇੱਕ ਬਹੁਤ ਵੱਡਾ ਇੱਕ ਕੰਸਰਨ ਹੈਗਾ ਫॉर ਸਿਕਿਉਰਿਟੀ। ਜੇ ਉਸ ਬੰਗਾਲ ਦੇ ਅੰਦਰ ਭਾਜਪਾ ਦੇ ਡਰ ਦੇ ਕਰਕੇ ਇੱਕ ਚੀਫ ਮਿਨਿਸਟਰ ਨਹੀਂ ਸੇਫ ਹੈਗੀ ਹੈ ਤੇ ਲੋਕੀ ਕਿੱਦਾਂ ਸੇਫ ਹੋ ਸਕਦੇ ਨੇ। ਹਾਂ ਬਿਲਕੁਲ ਇੱਕ ਪ੍ਰਭਾਵ ਜਿਹੜਾ ਹੈਗਾ ਉਹ ਬਾਹਰ ਜਾ ਰਿਹਾ ਹੈਗਾ। ਇੱਕ ਜਿਹੜਾ ਇਹਨਾਂ ਦਾ ਬਹੁਤ ਹੀ ਅਜ਼ੀਜ਼ ਆਪਣਾ ਮਮਤਾ ਬੈਨਰਜੀ ਦਾ ਇੱਕ ਲੀਡਰ ਸੀਗਾ ਚੀਫ ਸੈਕਟਰੀ ਸੀਗਾ ਉਹਨੇ ਉਹੀ ਕੰਮ ਕੀਤਾ। ਹੀ ਵਰਕਡ ਫॉर ਮਮਤਾ ਬੈਨਰਜੀ ਪਰ ਆਖਿਰ ਦੇ ਪਿਛਲੇ 6 ਮਹੀਨੇ ਪਹਿਲਾਂ ਉਹਨੇ ਜਿਹੜਾ ਹੈਗਾ ਉਹ ਪਲਟੀ ਮਾਰ ਕੇ ਤੇ ਉਹ ਹੁਣ BJP ਦੀ ਟਿਕਟ ਦੇ ਨਾਲ ਮਮਤਾ ਬੈਨਰਜੀ ਦੇ ਪਾਰਟੀ ਦੇ ਅਗੇਂਸਟ ਲੜ ਰਿਹਾ ਹੈਗਾ ਆ। ਤੇ ਇਹ ਕਿਤੇ ਨਵੀਂ ਗੱਲ ਨਹੀਂ ਹੈਗੀ। ਇਦਾਂ ਦੇ ਜਿਹੜੇ ਪਲਟੀਆਂ ਹੈਗੀਆਂ ਭਾਜਪਾ ਵਾਲਿਆਂ ਨੇ ਬਹੁਤ ਵਾਰ ਮਰਾਈਆਂ ਹੈਗੀਆਂ। ਤੁਹਾਨੂੰ ਯਾਦ ਹੋਊਗਾ VK ਸਿੰਘ ਆਰਮੀ ਚੀਫ ਹੁੰਦੇ ਸੀ ਸਰਦਾਰ ਮਨਮੋਹਨ ਸਿੰਘ ਦੀ UPA ਗਵਰਨਮੈਂਟ ਦੇ ਥੱਲੇ ਤੇ ਆਖਰੀ 6 ਮਹੀਨੇ ਉਹਨਾਂ ਦੀ ਰਿਟਾਇਰਮੈਂਟ ਤੋਂ ਪਹਿਲਾਂ ਉਹਨਾਂ ਨੇ ਜੋ ਹੈਗਾ ਰਿਜ਼ਾਈਨ ਕਰਕੇ ਤੇ 2014 ਜਿਹੜੀ ਚੋਣਾਂ ਦੇ ਵਿੱਚ BJP ਤੋਂ ਉਹ ਨੋਮੀਨੇਟ ਹੋਏ ਸੀਗੇ। BJP ਤੋਂ ਇਲੈਕਸ਼ਨ ਜਿੱਤੇ ਸੀ ਤਾਂ ਉਹਨਾਂ ਨੂੰ ਕਹਾ ਜਾ ਕੇ ਡਿਫੈਂਸ ਮਿਨਿਸਟਰੀ ਵੀ BJP ਨੇ ਦਿੱਤੀ ਸੀਗੀ। ਸੋ ਦ ਥਿੰਗ ਇਜ਼ BJP ਨੋਜ਼ ਵੈਰੀ ਵੈਲ ਕਿ ਜੇ ਬੰਦਾ ਸਾਡੇ ਕੋਲ ਆ ਰਿਹਾ ਪਲਾਕੀ ਮਾਰ ਕੇ ਉਹਨੂੰ ਅਸੀਂ ਫੈਸਿਲਿਟੇਟ ਕਿਵੇਂ ਕਰਨਾ ਹੈਗਾ। ਹਾਂ ਬਿਲਕੁਲ ਜੀ। ਦੇਖੋ ਇਸ ਚੀਜ਼ ਦਾ ਤਾਂ ਬਹੁਤ ਕਿਉਂਕਿ ਪੈਸਾ ਬਹੁਤ ਹੈ ਉੱਥੇ ਜੀ। ਜਿਸ ਤਰੀਕੇ ਦੇ ਨਾਲ ਉਹਨਾਂ ਤੇ ਦੋਸ਼ ਲੱਗਦੇ ਆ ਵੀ ਹੁਣ ਜਿਹੜੀ ਉੱਥੇ ਇੱਕ ਰੈਲੀ ਕੀਤੀ ਗਈ ਹੈ ਬੰਗਾਲ ਦੇ ਵਿੱਚ ਜਿਹੜਾ ਉਹਨਾਂ ਦੇ ਹੁਣ ਗੱਲਾਂ ਬਾਤਾਂ ਹੋ ਰਹੀਆਂ ਵੀ ਜਦੋਂ ਨੋਟਬੰਦੀ ਕੀਤੀ ਸੀਗੀ ਉਦੋਂ ਲੋਕ ਪੈਦਲ ਤੁਰ ਕੇ ਆਪਣੇ ਘਰਾਂ ਨੂੰ ਗਏ ਹਜ਼ਾਰਾਂ ਮੀਲ ਤੁਰ ਕੇ ਕਿੰਨੇ ਦਿਨ ਮਹੀਨੇ ਉਹਨਾਂ ਨੂੰ ਕੋਈ ਟ੍ਰੇਨ ਪ੍ਰੋਵਾਈਡ ਜਦੋਂ ਲਾਕਡਾਊਨ ਹੋਇਆ ਸੀਗਾ ਨੋਟਬੰਦੀ ਹਾਂਜੀ ਲਾਕਡਾਊਨ ਹੋਇਆ ਸੀਗਾ ਚਲੋ। ਪਰ ਹੁਣ ਜਦੋਂ ਉਹਨਾਂ ਦੀ ਰੈਲੀ ਸੀਗੀ ਭਾਜਪਾ ਦੀ ਉੱਥੇ ਪ੍ਰਧਾਨ ਮੰਤਰੀ ਨੇ ਜਾਣਾ ਸੀ ਤਾਂ ਉਹਨੂੰ ਸਫਲ ਕਰਨ ਦੇ ਲਈ ਸਾਰੇ ਇੰਡੀਆ ਦੇ ਵਿੱਚੋਂ ਜਿਹੜੀਆਂ ਸੀਗੀਆਂ ਲੋਕਾਂ ਨੂੰ ਸੱਦਿਆ ਗਿਆ ਵੀ ਤੁਸੀਂ ਕਲਕੱਤੇ ਪਹੁੰਚੋ ਤਾਂ ਉੱਥੇ ਜਿਹੜੀਆਂ ਟ੍ਰੇਨਾਂ ਦਾ ਭਾੜਾ ਸੀਗਾ ਕਿਉਂਕਿ ਫ੍ਰੀ ਕਰਨੀ ਸੀ ਨਹੀਂ ਸਫ਼ਰ ਕਰਨਾ ਸੀਗਾ ਤਾਂ ਉਹ 66 ਲੱਖ ਰੁਪਈਆ ਜਿਹੜਾ ਸੀ ਉਹਨਾਂ ਨੇ ਖਰਚਿਆ। ਠੀਕ ਹੈ ਜੀ। ਹੁਣ ਇਸ ਚੀਜ਼ ਤੇ ਵੀ ਲੋਕ ਕਹਿ ਰਹੇ ਆ ਵੀ ਹੁਣ ਕਿੱਥੋਂ ਟ੍ਰੇਨਾਂ ਆ ਗਈਆਂ ਹੁਣ ਕਿੱਥੋਂ ਮਨੀ ਆ ਗਈ ਜਦੋਂ ਤੁਸੀਂ ਲੋਕ ਲਾਕਡਾਊਨ ਦੇ ਵਿੱਚ ਘਰਾਂ ਨੂੰ 10 ਦਿਨ 20 ਦਿਨ ਪੂਰੇ 40 ਦਿਨ ਹੋ ਗਿਆ ਵਿਚਾਰਿਆਂ ਨੂੰ ਪਹੁੰਚਦਿਆਂ ਨੂੰ ਤਾਂ ਉਦੋਂ ਤੁਸੀਂ ਉਹਨਾਂ ਦੀ ਦੁਰਦਸ਼ਾ ਕੀਤੀ ਉਦੋਂ ਤੁਸੀਂ ਕੋਈ ਫੈਸਿਲਿਟੀ ਉਹਨਾਂ ਨੂੰ ਪ੍ਰੋਵਾਈਡ ਨਹੀਂ ਕੀਤੀ ਤਾਂ ਅੱਜ ਤੁਸੀਂ 66 ਲੱਖ ਰੁਪਈਆ ਜਿਹੜਾ ਆ ਉਹ ਟ੍ਰੇਨਾਂ ਤੇ ਖਰਚ ਦਿੱਤਾ ਜੀ। ਐਂਡ ਉਹ ਇਸ ਤਰੀਕੇ ਦੇ ਨਾਲ ਵੀ ਉੱਥੇ ਦੀ ਜਿਹੜੀ ਰੈਲੀ ਸੀਗੀ ਜਾਂ ਉਹਨੂੰ ਸਫਲ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਦੇ ਵਿੱਚ ਪੈਸੇ ਵੰਡੇ ਗਏ ਪਰ ਇਹ ਤਾਂ ਆਮ ਜੀ ਗੱਲ ਹੈ ਉੱਥੇ। ਇਹ ਤਾਂ ਆਮ ਜੀ ਗੱਲ ਠੀਕ ਆ। ਬੰਦਾ ਜਿਹੜਾ ਆ ਉੱਥੇ ਮੋਸਟ ਆਫ ਦਾ ਟਾਈਮ ਜਿਹੜਾ ਆ ਆਮ ਜਿਹੜੀ ਇੰਨੀ ਭੀੜ ਹੁੰਦੀ ਆ ਉਹ ਸਾਰੇ ਪੇਡ ਵਰਕਰ ਹੁੰਦੇ ਉਹਨਾਂ ਦੇ ਜ਼ਿਆਦਾ ਤਾਂ ਥੋੜੀ ਮੈਨੂੰ ਲੱਗਦਾ ਜਿਹੜੇ ਉੱਦਾਂ ਉਹਨਾਂ ਦੇ ਵੀ ਵਰਕਰ ਹੈਗੇ ਆ ਉਹ ਵੀ ਕੋਈ ਨਾ ਕੋਈ ਜ਼ਰੂਰ ਲੈਂਦੇ ਹੋਣਗੇ ਲੱਗਦਾ ਜਿਸ ਤਰੀਕੇ ਨਾਲ ਪੈਸੇ ਭੁੱਖੇ ਢਿੱਡ ਤਾਂ ਜੰਗ ਜਿੱਤੀ ਨਹੀਂ ਜਾਂਦੀ। ਨਹੀਂ ਬਿਲਕੁਲ ਜੀ। ਸੋ ਹੁਣ ਆਪਾਂ ਹਾਂਜੀ ਇੱਕ ਜਿਹੜਾ ਸ਼ਾਰਦਾ ਚਿੱਟ ਫੰਡ ਕੇਸ ਫਰਾਡ ਹੋਇਆ ਸੀਗਾ ਮਮਤਾ ਬੈਨਰਜੀ ਦੀ ਪਹਿਲੀ ਟਰਮ ਦੇ ਵਿੱਚ 2011 ਤੋਂ ਲੈ ਕੇ 2016 ਦੇ ਵਿੱਚ ਓਕੇ ਜੀ ਉਹਦੇ ਅੰਦਰ ਕਈ ਜਿਹੜੇ MPs MLA ਸੀਗੇ ਕਲੋਜ਼ ਏਡ ਆਫ ਮਮਤਾ ਬੈਨਰਜੀ ਉਹਨਾਂ ਦੇ ਨਾਂ ਸਾਹਮਣੇ ਆਏ ਸੀਗੇ ਤੇ ਉਹ ਹੁਣ ਪਲਾਕੀ ਮਾਰ ਉਹਨਾਂ ਦੇ ਉੱਤੇ ਜਿਹੜੇ ਕਰੰਟ ਗਵਰਨਮੈਂਟ ਹੈਗੇ ਉਹਨਾਂ ਨੇ ਕਈ ਕੇਸਿਸ ਵੀ ਖੋਲੇ ਸੀਗੇ ਬਟ ਹੁਣ ਕਿਉਂਕਿ ਉਹ ਪਲਾਕੀ ਮਾਰ ਕੇ BJP ਦੇ ਅੰਦਰ ਆ ਗਏ ਤੇ ਉਹਨਾਂ ਦੀ ਜਿਹੜੀ ਉਹ ਟੈਂਟਡ ਇਮੇਜ ਸੀਗੀ ਉਹ ਵੀ ਇੱਕ ਸਾਫ਼ ਸੁਥਰੀ ਹੋ ਗਈ ਹੈਗੀ ਆ ਇਸ ਕਰਕੇ ਉਹਨਾਂ ਨੂੰ ਫੇਰ ਯੂਜ਼ ਕੀਤਾ ਜਾ ਰਿਹਾ ਮਮਤਾ ਬੈਨਰਜੀ ਦੇ ਅਗੇਂਸਟ। ਤਾਂ ਇਹ ਭਾਜਪਾ ਤਾਂ ਇਸ ਤਰ੍ਹਾਂ ਲੱਗਦੀ ਵੀ ਇਹ ਵਾਸ਼ਿੰਗ ਪਾਊਡਰ ਹੀ ਆ ਕੋਈ ਠੀਕ ਹੈ ਜੀ। ਭਾਜਪਾ ਦੀ ਮਸ਼ੀਨ 'ਚ ਆਪਾਂ ਪਾਉਂਦੇ ਆ ਤਾਂ ਭਾਜਪਾ ਦਾ ਹੀ ਪਾਉਂਦੇ ਆ ਪਾਊਡਰ ਤਾਂ ਐਨ ਖਿਲਖਲਾਤਾ ਜਿਹੜਾ ਬੰਦਾ ਆ ਉਹ ਬਾਹਰ ਨਿਕਲਣ ਦਾ दूध सी सफेदी जैसा मेरे पास ਦੇਖੋ ਜੀ ਹੁਣ ਜਿਹੜਾ ਹੈਗਾ ਸੀਜ਼ਨ ਜਿਹੜਾ ਕਹਿ ਲੋ ਕਿ ਇਲੈਕਸ਼ਨਾਂ ਦਾ ਦੌਰ ਜਿਹੜਾ ਹੈਗਾ ਇੰਡੀਆ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ। ਹਾਂਜੀ ਇਹਨਾਂ 5 ਸੂਬਿਆਂ ਦੇ ਇਲੈਕਸ਼ਨ ਹੋਣੇ ਆ ਅਗਲੇ ਸਾਲ ਚੜ੍ਹਦੇ ਸਾਲ ਹੀ ਆਪਣੇ UP ਦੇ ਇਲੈਕਸ਼ਨ ਹੋਣੇ ਆ ਪੰਜਾਬ ਦੇ ਇਲੈਕਸ਼ਨ ਹੋਣੇ ਆ ਹਾਂਜੀ ਗਾਹਾਂ ਉਸੇ ਸਾਲ ਮੇਰੇ ਖਿਆਲ ਨਾਲ ਗੁਜਰਾਤ ਦੇ ਵੀ ਇਲੈਕਸ਼ਨ ਹੋਣੇ ਆ ਤੇ ਹੁਣ ਜਿਹੜਾ ਹੈਗਾ ਆ ਪਾਰਟੀ ਜਾਂ ਜਿਹੜੀ ਸੈਂਟਰਲ ਗਵਰਨਮੈਂਟ ਹੈਗੀ ਉਹ ਇਲੈਕਸ਼ਨ ਵਾਸਤੇ ਜ਼ਿਆਦਾ ਫੋਕਸ ਕਰੂਗੀ ਜਾਂ ਕਿਸਾਨੀ ਮੁੱਦੇ ਤੇ ਫੋਕਸ ਕਰੂਗੀ। ਦੇਖੋ ਗੱਲ ਇਹ ਆ ਵੀ ਜੇ ਕਿਸਾਨੀ ਮੁੱਦਾ ਉਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੋਇਆ ਠੀਕ ਹੈ ਉਹਨਾਂ ਨੂੰ ਲੱਗਦਾ ਵੀ ਓਕੇ ਅਸੀਂ ਜਿਹੜੇ ਸਿਰਫ ਗੁਜਰਾਤ ਹੀ ਜਿੱਤ ਸਕਦੇ ਹਾਂ ਬਾਕੀ ਅਸੀਂ ਹਾਰਨ ਦੀ ਸਿਚੁਏਸ਼ਨ ਦੇ ਵਿੱਚ ਹੈਗੇ ਆ ਫਿਰ ਉਹਨਾਂ ਨੂੰ ਹੱਲ ਕਰਨਾ ਹੀ ਪੈਣਾ ਐਸ ਸੂਨ ਐਸ ਪੋਸੀਬਲ ਜੀ। ਪਰ ਜੇ ਉਹਨਾਂ ਨੂੰ ਲੱਗਦਾ ਵੀ ਨਹੀਂ ਅਸੀਂ ਇਹਨਾਂ ਕਰਕੇ ਨਹੀਂ ਹਾਰ ਸਕਦੇ ਜਾਂ ਅਸੀਂ ਜਿੱਤ ਸਕਦੇ ਹਾਂ ਕਿਉਂਕਿ 5 ਰਾਜਾਂ ਦੀਆਂ ਜਿਹੜੀਆਂ ਚੋਣਾਂ ਆ ਇਹ 'ਚ ਇਹ ਨਹੀਂ ਹੈਗਾ ਵੀ ਭਾਜਪਾ ਸਰਕਾਰ ਬਣਾਉਂਦੀ ਕਿ ਨਹੀਂ ਬਣਾਉਂਦੀ ਉਹਨਾਂ ਦੀ ਵੋਟ ਬੈਂਕ ਨੂੰ ਕਿੰਨਾ ਖੋਰਾ ਲੱਗਦਾ ਨਾ ਉਹ ਚੀਜ਼ ਜਿਹੜੀ ਆ ਉਹ ਡਿਸਾਈਡ ਕਰੂਗਾ ਵੀ ਕਿਸਾਨਾਂ ਦਾ ਮਸਲਾ ਹੱਲ ਕਰਨਾ ਹੀ ਪੈਣਾ ਠੀਕ ਹੈ।
ਮੈਨੂੰ ਨਹੀਂ ਲੱਗਦਾ ਵੀ ਜਿੱਦਾਂ ਹੁਣ ਜੇ ਬੰਗਾਲ ਆ ਜਾਂ ਕੇਰਲਾ ਉਹਦੇ ਵਿੱਚ ਭਾਜਪਾ ਦੀ, ਆਸਾਮ ਦੇ ਵਿੱਚ ਭਾਜਪਾ ਦੀ ਸਰਕਾਰ ਬਣ ਜੂਗੀ। ਸਰਕਾਰ ਬਣਨਾ ਜਾਂ ਨਾ ਬਣਨਾ ਇਟਸ ਨਾਟ ਬਿਗ ਡੀਲ। ਵੀ ਜੇ ਅੱਜ ਪਿਛਲੀ ਵਾਰੀ ਜਿਹੜੀਆਂ ਵੋਟਾਂ ਸੀਗੀਆਂ 20% ਪਈਆਂ ਉਹਨਾਂ ਨੂੰ ਫੋਰ ਐਗਜ਼ਾਮਪਲ, ਜਾਂ 30% ਪਈਆਂ, ਜੇ ਐਤਕੀ ਉਹ 25% ਰਹਿ ਗਈਆਂ ਜਾਂ 20% ਰਹਿ ਗਈਆਂ, ਫਿਰ ਉਹਨਾਂ ਨੂੰ ਲੱਗਣਾ ਵੀ ਓਕੇ ਸਾਡਾ ਤਾਂ ਜਿਹੜਾ ਕੰਮ ਆ ਇਹ ਖਰਾਬ ਹੁੰਦਾ ਜਾ ਰਿਹਾ, ਇਸ ਚੀਜ਼ ਨੂੰ ਐਸ ਸੂਨ ਐਸ ਪੋਸੀਬਲ ਹੱਲ ਕਰੋ ਸੋ ਲੋਕਾਂ ਨੂੰ ਖੁਸ਼ ਕਰੀਏ। ਠੀਕ ਹੈ ਜੀ। ਸੋ ਅਦਰਵਾਈਜ਼ ਨਹੀਂ, ਅਦਰਵਾਈਜ਼ ਉਹ ਇਸ ਮੁੱਦੇ ਨੂੰ ਜਿਹੜਾ ਉਹ ਲਮਕਾਉਣਗੇ। ਠੀਕ ਹੈ, ਟਰਾਈ ਕਰਨਗੇ ਵੀ ਕਿਸੇ ਤਰੀਕੇ ਦੇ ਨਾਲ ਇਹਨੂੰ ਹਾਈਜੈਕ ਕਰ ਲਿਆ ਜਾਵੇ। ਪਰ ਜਿਹੜੇ ਕਿਸਾਨ ਲੀਡਰ ਹੈਗੇ ਆ ਇਸ ਤਰੀਕੇ ਨਾਲ ਕੰਮ ਕਰ ਰਹੇ ਆ ਵੀ ਉਹਨਾਂ ਦੀ ਸਮਝਦਾਰੀ ਆ, ਕਿਸੇ ਪੋਲੀਟੀਕਲ ਪਾਰਟੀ ਨੂੰ ਅੰਦਰ ਨਹੀਂ ਆਉਣ ਦੇ ਰਿਹਾ। ਹਾਂ ਉੱਦਾਂ ਗੱਲਾਂ ਬਾਤਾਂ ਜ਼ਰੂਰ ਹੁੰਦੀਆਂ ਹੋਣਗੀਆਂ, ਪਰ ਉਹ ਜਿਹੜੇ ਕਿਉਂਕਿ ਪੰਚਾਇਤ ਹੀ ਨਹੀਂ, ਆਪਣੀ ਜਿਹੜੇ ਮੇਨ ਲੀਡਰ ਆ ਉਹਨਾਂ ਨੇ ਵੀ ਇੱਕ ਤਰੀਕੇ ਨਾਲ ਕਸਮ ਖਾਧੀ ਆ ਵੀ ਜਿਹੜਾ ਬੰਦਾ ਵਿਕ ਗਿਆ ਉਹਦੀਆਂ 3 ਪੁਸ਼ਤਾਂ ਗਈਆਂ। ਚਲੋ ਇਹ ਤਾਂ ਜੀ ਹੁੰਦੇ ਰਹਿਣਗੇ ਜੋ ਇਲੈਕਸ਼ਨ ਹੋਣੇ ਆ। ਇੱਕ ਪਾਸੇ ਖੁਸ਼ਖਬਰੀ ਹੋ ਗਈ ਜੀ, ਵਧਾਈਆਂ ਆ ਗਈਆਂ। ਦੱਸੋ ਜੀ ਕਾਹਦੀਆਂ? ਕਹਿੰਦੇ ਖੱਟਰ ਸਾਹਿਬ ਸਰਵਾਈਵ ਕਰ ਗਏ, ਆਪਣੀ ਸਰਕਾਰ ਬਚਾ ਗਏ ਆਪਣੀ ਸਰਕਾਰ। ਹਾਂਜੀ। ਤੇ ਜਿਹੜੇ 55 MP ਸੀਗੇ ਉਹ ਆਪਣੀ ਜ਼ਮੀਰਾਂ ਮਾਰ ਕੇ ਤੇ ਫਿਰ ਇੱਕ ਵਾਰੀ ਸਰਕਾਰ ਬਚਾਉਣ 'ਚ ਕਾਮਯਾਬ ਹੋ ਗਏ ਨੇ। ਹਾਂਜੀ, ਕਹਿੰਦੇ ਆ ਜੀ ਉਹਨਾਂ ਦੇ ਉਹ ਫਿਰ ਬਚ ਗਏ। ਹਾਂਜੀ, ਸੋ ਉਹਨਾਂ ਨੇ ਜਿਹੜਾ ਭਰੋਸੇ ਦਾ ਵੋਟ ਹੈ ਉਹ ਜਿੱਤ ਲਿਆ। 55 ਤਾਂ 32। ਠੀਕ ਹੈ, ਵਧੀਆ। ਚਲੋ ਕੋਈ ਨਹੀਂ, ਉਹਨਾਂ ਦਾ ਆਪਣਾ ਇੱਕ ਗੇਮ ਹੈ ਜਿਹੜੀ ਗੇਮ ਖੇਡਦੇ ਆ ਉਹ ਜੀ। ਕਿਉਂਕਿ ਸਿਆਸਤ ਵੀ ਅੱਜ ਕੱਲ੍ਹ ਜਿਹੜੀ ਆ ਸਿਆਸਤ ਨਹੀਂ ਹੈਗੀ, ਇੱਕ ਬਿਜ਼ਨਸ ਆ। ਬਿਲਕੁਲ, ਮੈਂ ਤਾਂ ਇਹ ਦੇਖਦਾ ਵੀ ਲੋਕ ਕਹਿੰਦੇ ਓਕੇ ਜੀ ਸਿਆਸਤ ਦੇ ਵਿੱਚ ਨਹੀਂ, ਉਹ ਬਿਜ਼ਨਸ ਦੇ ਵਿੱਚ ਹੈਗੇ ਆ। ਕਿਉਂਕਿ ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਜਿਹੜਾ ਫਿਊਚਰ ਹੈ ਉਹ ਇਸ ਚੀਜ਼ ਦੇ ਨਾਲ ਜੁੜਿਆ ਹੋਇਆ। ਤਾਂ ਹੀ ਮੈਂ ਵੀ ਵਧਾਈਆਂ ਦਿੱਤੀਆਂ ਜੀ। ਕਿਉਂਕਿ ਦੇਖੋ ਭਗਵੰਤ ਮਾਨ ਤੋਂ ਪਹਿਲਾਂ ਕਿਸੇ ਵੀ MP ਔਰ MLA ਨੇ ਡਿਸਕਲੋਜ਼ ਨਹੀਂ ਕੀਤਾ ਵੀ MP ਨੂੰ ਕਿੰਨੇ ਪੈਸੇ ਮਿਲਦੇ ਆ ਔਰ MLA ਨੂੰ ਕਿੰਨੇ ਮਿਲਦੇ ਆ। ਲੈਡ ਫੰਡ ਦੇ ਉੱਤੇ ਉਹਨਾਂ ਨੇ ਦੱਸਿਆ ਨਹੀਂ ਸੀਗਾ ਜੀ। ਠੀਕ ਹੈ, ਫਿਰ ਉਹ ਤੋਂ ਬਾਅਦ ਅੱਖਾਂ ਖੁੱਲੀਆਂ ਵੀ ਲੋਕ ਕਿਉਂ ਇਦਾਂ ਚਾਹੁੰਦੇ ਆ ਵੀ ਅਸੀਂ MP ਜਾਂ MLA ਬਣ ਜਾਈਏ। ਜਦੋਂ ਕਰੋੜਾਂ ਰੁਪਈਆਂ ਦਾ ਫੰਡ ਤੁਸੀਂ ਡਿਸਟਰੀਬਿਊਟ ਕਰਨਾ ਆ ਤਾਂ ਉਹਦੇ ਵਿੱਚੋਂ ਘਪਲਾ ਲੋਕ ਕਰਦੇ ਆ। ਤਾਂ ਜੇ ਕਰੋੜ ਰੁਪਈਆ ਖਰਚ ਵੀ ਹੋ ਗਿਆ ਤਾਂ 2 ਕਰੋੜ ਰੁਪਈਆ ਬਣਾ ਲਿਆ ਤਾਂ ਫਿਰ ਬੰਦਾ ਕਹਿੰਦਾ ਵੀ ਕੋਈ ਨੁਕਸਾਨ ਨਹੀਂ ਹੈਗਾ ਜੀ। ਇੱਕ ਗੱਲ ਮਾੜੀ ਹੋਈ ਆ ਜੀ, ਕਿਉਂਕਿ ਆਈ ਡੋਨਟ ਨੋ ਕਈ ਸਾਡੇ ਦਰਸ਼ਕਾਂ ਨੂੰ ਪਤਾ ਕਿ ਨਹੀਂ ਪਤਾ, ਜਿਹੜੀ ਹਰਿਆਣੇ ਤੇ ਪੰਜਾਬ ਦੀ ਵਿਧਾਨ ਸਭਾ ਆ ਉਹ ਇੱਕ ਹੀ ਬਿਲਡਿੰਗ ਦੇ ਵਿੱਚ ਹੈਗੀ ਆ। ਜਿਹੜੇ 40% ਕਿਉਂਕਿ ਜਿਹੜੀ ਵਿਧਾਨ ਸਭਾ ਸੀਗੀ ਪਹਿਲੀ ਇਕੱਠੀ ਬਣਾਈ ਗਈ ਸੀਗੀ ਤੇ ਜਦੇ 66 ਦੇ ਵਿੱਚ ਹਰਿਆਣਾ ਵੱਖਰਾ ਹੋਇਆ ਹੈਗਾ ਤੇ 60% ਜਿਹੜੀ ਸਾਡੀ ਵਿਧਾਨ ਸਭਾ ਹੈਗੀ ਪੰਜਾਬ ਕੋ ਹੈਗੀ ਆ ਤੇ 40% ਜਿਹੜੀ ਹੈਗੀ ਆ ਉਹ ਹਰਿਆਣਾ ਕੋ ਹੈਗੀ ਆ। ਤੇ ਉਹਦੇ ਅੰਦਰ ਜਿਹੜੇ 7 ਦਰਵਾਜ਼ੇ ਹੈਗੇ ਆ, 7 ਗੇਟਸ, ਉਹ ਆਪਸ 'ਚ ਇੰਟਰਕਨੈਕਟ ਕਰਦੇ ਆ ਦੋਨੋਂ ਵਿਧਾਨ ਸਭਾ ਨੂੰ। ਤੇ ਜਿੱਦਣ ਇਹਨਾਂ ਨੇ ਭਰੋਸੇ ਦਾ ਮਤ ਜਿੱਤਿਆ ਹੈਗਾ ਆ ਹਰਿਆਣੇ ਵਾਲਿਆਂ ਨੇ, ਤੇ ਅਕਾਲੀ ਦਲ ਦੇ ਕੁਝ ਮੈਂਬਰਾਂ ਨੇ ਜਿਹੜਾ ਹੈਗਾ ਉਧਰ ਪਾਸੇ ਜਾ ਕੇ ਤੇ ਖੱਟਰ ਸਾਹਿਬ ਦਾ ਰਸਤਾ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਹਾਲਾਂਕਿ ਉਹ ਮੈਂ ਕਹੂੰਗਾ ਕਿ ਕੰਮ ਜਿਹੜਾ ਉਹਨਾਂ ਨੇ ਕੀਤਾ ਉਹ ਗਲਤ ਸੀਗਾ, ਕਿਉਂਕਿ ਓਬਵੀਅਸਲੀ ਇੱਕ ਵੱਖਰੇ ਸੂਬੇ ਦੀ ਉਹ ਭਾਵੇਂ ਇੱਕ ਸੇਮ ਬਿਲਡਿੰਗ ਕੰਮ ਕਿਉਂ ਨਾ ਹੋਵੇ, ਬਟ ਜਿਹੜੀ ਅਸੈਂਬਲੀ ਹੈਗੀ ਉਹ ਇੱਕ ਵੱਖਰੇ ਸੂਬੇ ਦੀ ਹੈਗੀ ਆ ਤੇ ਤੁਸੀਂ ਕਿਸੇ ਹੋਰ ਦੀ ਅਸੈਂਬਲੀ ਦੇ ਵਿੱਚ ਜਾ ਕੇ ਤਾਂ ਪ੍ਰਦਰਸ਼ਨ ਨਹੀਂ ਕਰ ਸਕਦੇ ਹੈਗੇ। ਤੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਆ ਹੁਣ ਸੁਣਿਆ ਗਿਆ ਕਿ FIR ਵੀ ਦਰਜ ਕੀਤੀ ਗਈ ਹੈ। FIR ਉਹ ਤਾਂ ਇੱਕ ਆਮ ਜੀ ਗੱਲ ਹੈ। ਜੇ ਤੁਸੀਂ ਜਦੋਂ ਕੀ ਮਨੋਹਰ ਲਾਲ ਖੱਟਰ ਦੀ ਜਿਹੜਾ ਪ੍ਰਦਰਸ਼ਨ ਕੀਤਾ ਸੀ ਅਗੇਂਸਟ, ਜਦੋਂ ਕਿਸਾਨਾਂ ਨੇ ਉਹਨਾਂ ਦੀ ਕਾਰ ਘੇਰੀ ਸੀਗੀ, ਤਾਂ ਉਹ ਤੋਂ ਬਾਅਦ ਵੀ ਉਹਨਾਂ ਤੇ 307 ਦੇ ਪਰਚੇ ਲਾਏ ਗਏ। ਹਾਂਜੀ, ਠੀਕ ਹੈ। ਇਹ ਤਾਂ ਮੈਨੂੰ ਲੱਗਦਾ ਇੱਕ ਆਮ ਜੀ ਗੱਲ ਹੈ ਵੀ 307 ਜਾਂ ਤਾਂ ਉਹਨਾਂ ਨੂੰ ਚੇਤਾ ਹੀ ਹੈ ਜਿਹੜਾ ਬੰਦਾ ਉਹ 307 ਲਾਦਾ। ਮੈਨੂੰ ਅਜੇ ਤੱਕ ਚੇਤਾ ਭਗਵੰਤ ਮਾਨ ਦੀ ਇੱਕ ਸਕਿੱਟ ਸੀਗੀ, MLA ਬਣਿਆ ਹੁੰਦਾ ਭਗਵੰਤ ਮਾਨ ਅਨਪੜ੍ਹ ਜਿਹਾ, ਠੀਕ ਆ, ਉਹਦਾ 351 ਲੱਗੀ ਹੁੰਦੀ ਹੈ ਬੰਦੇ ਦੀ, ਕੋਈ ਜ਼ਿਆਦਾ ਵੱਡੀ ਨਹੀਂ ਧਾਰਾ ਹੈਗੀ, ਤਾਂ ਉਹਦਾ ਮਿੱਤਰ ਆਉਂਦਾ ਵੀ MLA ਸਾਹਿਬ ਆਪਾਂ ਇਕੱਠੇ ਰਹੇ ਆ, ਆਹ ਕੀਤਾ ਉਹ ਕੀਤਾ ਆ, ਸੋ ਹੁਣ ਤੁਸੀਂ ਮੇਰੀ ਮਦਦ ਕਰੋ ਵੀ ਮੇਰੇ ਮੁੰਡੇ ਤੇ 351 ਲੱਗ ਗਏ। ਉਹ ਕਹਿੰਦਾ ਕੋਈ ਗੱਲ ਹੀ ਨਹੀਂ, ਕਹਿੰਦਾ ਜੇ ਤੂੰ ਘਰ ਆਇਆ ਇੱਥੇ ਮੇਰੇ ਤੋਂ ਪੁੱਛਣ, ਚੱਲ 50 ਪੁਆਇੰਟ ਘਟਾ ਦਿੰਦੇ ਤੇਰੇ 301 ਲਵਾ ਦਿੰਦੇ ਉੱਤੇ। ਠੀਕ ਹੈ। ਹਾਲਾਂਕਿ ਜਿਹੜਾ ਇਹ ਆਪਣਾ ਅਕਾਲੀ ਦਲ ਨੇ ਘੇਰਿਆ ਇਹਨਾਂ ਨੂੰ ਜਾ ਕੇ, ਇਹਦੀ ਸ਼ੁਰੂਆਤ ਕਿਤੇ ਨਾ ਕਿਤੇ ਅੱਜ ਤੋਂ 4 ਜਾਂ 5 ਸਾਲ ਪਹਿਲਾਂ ਹਰਿਆਣੇ ਵਾਲਿਆਂ ਨੇ ਕੀਤੀ ਸੀਗੀ, ਜਿਹਦੇ ਪੰਜਾਬ ਦੇ ਵਿੱਚ ਮਤਾ ਪਾਇਆ ਗਿਆ ਸੀ ਕਿ SYL ਦੇ ਅਗੇਂਸਟ ਪਾਇਆ ਗਿਆ ਸੀਗਾ। ਇਹਨਾਂ ਨੇ ਵੀ ਉਹ ਸੇਮ ਕੰਮ ਜਿਹੜਾ ਹੈਗਾ ਹਰਿਆਣੇ ਵਾਲਿਆਂ ਨੇ ਆ ਕੇ ਪੰਜਾਬ ਅਸੈਂਬਲੀ ਦੇ ਵਿੱਚ ਕੀਤਾ ਸੀਗਾ। ਇਹਨਾਂ ਤੇ ਜਾ ਕੇ ਇਕੱਲੀ ਭਾਜੀ ਮੋੜੀ ਹੈਗੀ। ਬਟ ਜੇ ਉਸ ਟਾਈਮ ਦੇ ਸੂਬੇ ਦੇ ਆਪਣਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਜਿਹੜਾ ਹੈਗਾ ਉਹਨਾਂ ਤੇ FIR ਨਹੀਂ ਕਰਾਈ ਸੀ, ਤਾਂ ਖੱਟਰ ਸਾਹਿਬ ਨੂੰ ਕਿਤੇ ਨਾ ਕਿਤੇ ਇਹਨਾਂ ਤੇ ਵੀ ਜਿਹੜੀ ਹੈਗੀ FIR ਨਹੀਂ ਸੀ ਕਰਾਉਣੀ ਚਾਹੀਦੀ। ਸ਼ਾਇਦ ਉਹ ਬੇਸ ਬਣ ਜਾਵੇ ਵੀ ਓਕੇ ਤੁਸੀਂ ਇਹਨਾਂ ਤੇ ਕੇਸ ਨਹੀਂ ਦਰਜ ਕਰ ਸਕਦੇ ਬਿਕਾਜ਼ ਤੁਸੀਂ ਵੀ ਸੇਮ ਹੀ ਕੰਮ ਕੀਤਾ ਸੀ, ਤਾਂ ਦੈਟਸ ਓਕੇ, ਇਟ ਹੈਪਨਸ। ਜਦੋਂ ਬਿਲਡਿੰਗਾਂ ਹੀ ਸਾਂਝੀਆਂ ਹੈਗੀਆਂ, ਬਾਕੀ ਦੂਜਾ ਮਾਣ ਮਰਜ਼ਾਦਾ ਉੱਥੇ ਦੀ ਬੜੀ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਮਾਣ ਮਰਜ਼ਾਦਾ 'ਚ ਰਹਿਣਾ। ਮਾਣ ਮਰਜ਼ਾਦਾ ਤਾਂ ਇਸ ਚੀਜ਼ ਦੇ ਵਿੱਚ ਮਾਣ ਮਹਿਸੂਸ ਕੀਤਾ ਜਾਂਦਾ ਵੀ ਅਸੀਂ ਮਾਣ ਮਰਜ਼ਾਦਾ ਨੂੰ ਭੰਗ ਕੀਤਾ। ਮਾਣ ਮਰਜ਼ਾਦਾ ਤਾਂ ਰਹੀ ਨਹੀਂ ਅੱਜ ਕੱਲ੍ਹ। ਠੀਕ ਹੈ, ਉਸ ਚੀਜ਼ ਨੂੰ ਜਿੱਦਾਂ ਹੁਣ ਪੰਜਾਬ ਦੇ ਵਿੱਚ ਅੱਗੇ ਇੱਕ ਮੀਲ ਪੱਥਰ ਲੱਗੇ ਸੀਗੇ, ਤਾਂ ਪੰਜਾਬੀ ਉਦੋਂ ਤੱਕ ਨੀਂਹ ਉਹਨੂੰ ਢਾਉਣੋਂ ਹਟੇ ਜਦ ਤੱਕ ਉਹ ਸਾਰੇ ਲੰਮੇ ਨਹੀਂ ਪੈ ਗਏ। ਠੀਕ ਹੈ, ਉਹ ਆਪਣੀ ਇੱਕ ਫਿਤਰਤ ਆ ਵੀ
ਜਿਹੜੀ ਮਰਜ਼ਾਦਾ ਉਹਨੂੰ ਭੰਗ ਕਰਨ ਦੇ ਵਿੱਚ ਆਪਾਂ ਕਾਨੂੰਨ ਤੋੜਨ ਦੇ ਵਿੱਚ ਆਪਣੇ ਆਪ ਨੂੰ ਬਹੁਤ ਵੱਡਾ ਇੱਕ ਫਖਰ ਮਹਿਸੂਸ ਕਰਦੇ ਹਾਂ ਵੀ ਲੈ ਵੀ ਇਹ ਬੰਦਾ ਬਾਗੀ ਆ। ਲਾਮੇ ਤੋਂ ਯਾਦ ਹੈ ਪਿਛਲੇ ਦਿਨੋਂ ਇੱਕ ਚਰਚਾ ਤੁਸੀਂ ਸੁਣੀ ਹੋਣੀ ਹੈ ਕਿ ਲੰਬੀ ਵਾਲੇ ਬਾਬੇ ਨੂੰ ਜਾਂ ਲੰਬੀ ਵਾਲੇ ਬਾਪੂ ਨੂੰ ਸੁਖਬੀਰ ਬਾਦਲ ਲਾਂਬੇ ਕਰਨ ਨੂੰ ਫਿਰਦਾ ਸੀਗਾ ਤੇ ਆਪ ਲੰਬੀ ਤੋਂ ਇਲੈਕਸ਼ਨ ਲੜਨ ਨੂੰ ਫਿਰਦਾ ਸੀ ਤੇ ਬਾਪੂ ਨੂੰ ਆਪਣਾ ਦੂਜੇ ਪਾਸੇ ਗਿੱਦੜਬਾਹੇ ਤੋਂ ਇਲੈਕਸ਼ਨ ਲੜਾਉਣੀ ਚਾਹੁੰਦਾ ਸੀਗਾ। ਇਹ ਨਹੀਂ ਮੈਨੂੰ ਪਤਾ, ਪਰ ਉਹਨੇ ਹਾਲਾਂਕਿ ਹੁਣ ਉਹਨਾਂ ਨੇ ਹਾਂਜੀ ਕੱਲ ਡਿਕਲੇਅਰ ਕਰ ਦਿੱਤਾ ਸੀਗਾ ਕਿ ਪਹਿਲੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਹਿਲੀ ਡਿਕਲੇਅਰਡ ਸੀਟ ਹੈਗੀ ਆ ਉਹ ਸੁਖਬੀਰ ਸਿੰਘ ਬਾਦਲ ਨੇ ਆਪਣੀ ਕੀਤੀ ਹੈ ਜਲਾਲਾਬਾਦ ਤੋਂ। ਠੀਕ ਹੈ ਜੀ। ਦੇਖੋ ਸੁਖਬੀਰ ਸਿੰਘ ਬਾਦਲ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਦੋਂ ਇੱਕ 88 ਸਾਲਾਂ ਦਾ 90 ਸਾਲਾਂ ਦਾ ਇੱਕ ਬਾਬਾ ਆ ਤਾਂ ਉਹਨੂੰ ਫੇਰ ਕਹੀ ਜਾਂਦਾ ਵੀ ਓਕੇ ਮੁੱਖ ਮੰਤਰੀ ਬਣਾਵਾਂਗੇ ਆਪਾਂ ਇੱਕ ਵਾਰੀ ਫੇਰ, ਤਾਂ ਉਹ ਕੀ ਸੁਧਾਰ ਦਊਗਾ ਹੁਣ 90 ਸਾਲਾਂ ਦਾ ਬਾਬਾ ਜਿਹੜਾ ਆ। ਦੇਖੋ ਜੀ ਮੁੱਖ ਮੰਤਰੀ ਤਾਂ ਹੀ ਬਣਾਊਗਾ ਕਿਉਂਕਿ ਉਹਨਾਂ ਨੂੰ ਪਤਾ ਕਿ ਪਾਰਟੀ ਦੇ ਵਿੱਚ ਇਹਦੇ ਸੁਖਬੀਰ ਬਾਦਲ ਦੇ ਨਾਂ ਤੇ ਮੁੱਖ ਮੰਤਰੀ ਦੇ ਨਾਂ ਤੇ ਸਹਿਮਤੀ ਹੋਣੀ ਨਹੀਂ ਹੈਗੀ। ਹਾਲਾਂਕਿ ਜੇ ਬਾਪੂ ਨੂੰ ਮੁੱਖ ਮੰਤਰੀ ਬਣਾ ਵੀ ਦਿੰਦੇ ਆ ਰਬਰ ਸਟੈਂਪ ਤਾਂ ਉਹ ਇੱਕ ਰਬਰ ਸਟੈਂਪ ਮੁੱਖ ਮੰਤਰੀ ਹੋਣਗੇ, ਪਿੱਛੋਂ ਸਰਕਾਰ ਤਾਂ ਇਹਨਾਂ ਨਹੀਂ ਚਲਾਉਣੀ ਹੈਗੀ ਆ। ਹਾਂਜੀ, ਜਾਂ ਫਿਰ ਇਹ ਹੋਊਗਾ ਵੀ ਫਿਰ ਉਹਨੂੰ ਲਾਂਭੇ ਕੀਤਾ ਜਾਊਗਾ ਵੀ ਸਿਹਤ ਨਹੀਂ ਸਹੀ ਹੈਗੀ ਤਾਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਆਪਾਂ ਮੁੱਖ ਮੰਤਰੀ ਬਣਾਉਂਦੇ ਆ, ਉਪ ਮੁੱਖ ਮੰਤਰੀ ਤੋਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਸਿਹਤ ਆ ਹੁਣ ਜ਼ਿਆਦਾ ਆਗਿਆ ਨਹੀਂ ਬਖਸ਼ਦੀ। ਹਾਂ, ਆਗਿਆ ਨਹੀਂ ਬਖਸ਼ਦੀ ਵੀ ਐਡਾ ਵੱਡਾ ਉਹਦਾ ਜਿਹੜਾ ਉਹ ਕਰ ਸਕਣ, ਘੁੰਮ ਫਿਰ ਸਕਣ ਪੰਜਾਬ ਦੇ ਵਿੱਚ। ਸੋ ਆਪਾਂ ਸੁਖਬੀਰ ਬਾਦਲ ਨੂੰ ਜਿਹੜੇ ਆ ਉਹ ਮੁੱਖ ਮੰਤਰੀ ਦੀ ਗੱਦੀ ਦਿੰਦੇ ਆਪਾਂ। ਪਰ ਅਕਾਲੀ ਦਲ ਇਸ ਸਮੇਂ ਜਿਹੜੀ ਹੈਗੀ ਆ ਆਪਸੀ ਰੰਜਿਸ਼ਾਂ ਬਹੁਤ ਨਿਕਲ ਕੇ ਆ ਰਹੀਆਂ ਨੇ, ਭਾਵੇਂ ਉਹ ਮਾਲਵਾ ਹੋਵੇ, ਭਾਵੇਂ ਮਾਝਾ ਹੋਵੇ, ਭਾਵੇਂ ਦੁਆਬਾ ਹੋਵੇ। ਪਿਛਲੇ ਦਿਨੋਂ ਅੱਜ ਵਿਰਸਾ ਸਿੰਘ ਵਲਟੋਹਾ ਨੂੰ ਜਿਹੜਾ ਹੈਗਾ ਖੇਮਕਰਨ ਤੋਂ ਡਿਕਲੇਅਰ ਕੀਤਾ ਗਿਆ ਕਿ ਉਹਨਾਂ ਦੀ ਸੀਟ ਜਿਹੜੀ ਹੈਗੀ ਆ ਉਹੀ ਲੜਨਗੇ। ਹਾਲਾਂਕਿ ਪਿਛਲੇ ਦਿਨੋਂ ਜਿਹੜੇ ਆਦੇਸ਼ ਪ੍ਰਤਾਪ ਕੈਰੋ ਨੇ ਜਿਹੜੇ ਕਿ ਇਹਨਾਂ ਦਾ ਜਵਾਈ ਦਾ ਹਾਂਜੀ ਬਾਦਲ ਸਾਹਿਬ ਦਾ ਜਵਾਈ ਤੇ ਛੋਟੇ ਬਾਦਲ ਦਾ ਜੀਜਾ, ਉਹਨੇ ਖੇਮਕਰਨ ਜਾ ਕੇ ਕਹਿਤਾ ਸੀਗਾ ਕਿ ਇਹ ਤਾਂ ਜੀ ਅਸੀਂ ਸੀਟ ਇੱਥੇ ਦੀ ਜਿਹੜੀ ਖੇਮਕਰਨ ਦੀ ਸੀਟ ਹੈਗੀ ਉਹ ਅਸੀਂ ਲੜਾਂਗੇ, ਸਾਡਾ ਪਰਿਵਾਰ ਤੋਂ ਕਿਸੇ ਨੂੰ ਸੀਟ ਮਿਲੂਗੀ ਇਹ। ਤੇ ਮਾਝੇ ਦੇ ਵਿੱਚ ਪਹਿਲਾਂ ਵੀ ਜਿਹੜੇ ਹੈਗੇ ਕਾਫੀ ਵੰਗਾਰ ਆਏ ਹੈਗੇ ਆ। ਬ੍ਰਹਮਪੁਰਾ ਸਾਹਿਬ ਵੀ ਵੱਖਰੇ ਹੋ ਕੇ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਹੈਗੀ ਆ। ਢੀਂਡਸਾ ਸਾਹਿਬ ਵੱਖਰੇ ਹੋ ਗਏ, ਹਾਲਾਂਕਿ ਢੀਂਡਸਾ ਸਾਹਿਬ ਚਲੋ ਸੰਗਰੂਰ ਤੇ ਹੈਗੇ, ਮਾਲਵੇ ਤੋਂ ਆਉਂਦੇ ਨੇ, ਪਰ ਅਜਨਾਲਾ ਸਾਹਿਬ ਵੀ ਸੀਗੇ ਇਹਨਾਂ ਦੇ ਨਾਲ ਗਏ ਉਹ। ਤੇ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਬਾਦਲ ਸਾਹਿਬ, ਛੋਟੇ ਬਾਦਲ ਸਾਹਿਬ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਉਹਦੇ ਨਾਲ ਕਿਤੇ ਨਾ ਕਿਤੇ ਸਾਰੇ ਖੁਸ਼ ਨਹੀਂ ਹੈਗੇ। ਮੈਂ ਤਾਂ ਇੱਕ ਚੀਜ਼ ਦੇਖਦਾ ਹੁਣ ਜਦੋਂ ਅਕਾਲੀਆਂ ਦੀ ਲੀਡਰਸ਼ਿਪ ਮੈਂ ਦੇਖਦਾ ਸੁੱਕੀ, ਕੋਈ ਨੌਜਵਾਨ ਚਿਹਰਾ ਇਹਨਾਂ ਦੇ ਵਿੱਚ ਹੈ ਨਹੀਂ, ਸਭ ਬਜ਼ੁਰਗ ਹੈਗੇ। ਵਿਕਰਮ ਸਿੰਘ ਮਜੀਠੀਆ ਨੌਜਵਾਨ ਹੈ ਜੀ। ਕਿੰਨਾ ਕੁ ਨੌਜਵਾਨ ਹੈ ਮੈਨੂੰ ਯੂਥ ਅਕਾਲੀ ਦਲ ਦੇ ਅੱਜ ਵੀ ਲੀਡਰ ਸੀ ਉਹ। ਹਾਂਜੀ, ਉੱਥੇ ਕਿਹੜੇ ਮਾਪਦੰਡ ਵਰਤਿਆ ਜਾਂਦਾ ਵੀ ਯੂਥ ਅਕਾਲੀ ਦਲ ਦਾ? ਕਈ ਬੰਦਾ 50 ਸਾਲਾਂ ਦਾ ਉਹਨੂੰ ਵੀ ਕਈ ਵਾਰੀ ਯੂਥ ਅਕਾਲੀ ਦਲ ਦਾ ਜਾਂ 50 ਸਾਲ ਤੋਂ ਥੱਲੇ ਬਾਬਾ 90 ਸਾਲਾਂ ਦਾ ਮੁੱਖ ਮੰਤਰੀ ਬਣਨ ਨੂੰ ਫਿਰਦਾ ਜੀ। ਤਾਂ ਫੇਰ 50 ਸਾਲ ਦੇ ਯੂਥ ਹੀ ਹੋਏ ਫਿਰ। ਸੋ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਜਿੰਨੀ ਜ਼ਿਆਦਾ ਬੰਦੇ ਦੀ ਉਮਰ ਵਧੀ ਜਾਂਦੀ ਆ ਨਾ, ਜਦ ਤੱਕ ਤੁਸੀਂ ਯੰਗ ਬੰਦੇ ਨੂੰ ਨਹੀਂ ਬਾਗਡੋਰ ਦਿੰਦੇ, ਪੜ੍ਹੇ ਲਿਖੇ ਬੰਦੇ ਨੂੰ ਨਹੀਂ ਬਾਗਡੋਰ ਦਿੰਦੇ, ਉਹਨਾਂ ਪੁਰਾਣੇ ਸਿਆਸੀ ਖਿਡਾਰੀਆਂ ਨੂੰ ਤੁਸੀਂ ਮੁੜ ਕੇ ਸੱਤਾ 'ਚ ਲੈ ਆਂਦਾ ਤਾਂ ਪੰਜਾਬ ਦਾ ਥੋੜ੍ਹਾ ਕੋਈ ਵੀ ਉਹਨਾਂ ਨੂੰ ਪਤਾ ਵੀ ਪੰਜਾਬੀਆਂ ਨੂੰ ਤਾਂ ਜਿੱਦਾਂ ਹੁਣ ਉੱਥੇ 20% ਕਾਰਾਂ 'ਤੇ ਟੈਕਸ ਲਾ ਦਿੱਤਾ ਗਿਆ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਆਮ ਲੋਕ ਕਿਸ ਤਰੀਕੇ ਨਾਲ ਇੱਥੇ ਮੂਵ ਹੋਣਗੇ। ਇੱਥੇ ਪੰਜਾਬ ਦੇ ਵਿੱਚ ਜੇ 10 ਲੱਖ ਦੀ ਗੱਡੀ ਹੈਗੀ ਤਾਂ 2 ਲੱਖ ਰੁਪਈਆ ਉੱਤੇ ਟੈਕਸ ਹੋ ਗਿਆ ਜੀ। ਠੀਕ ਹੈ ਜੀ। ਸੋ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿੰਨਾ ਤੁਸੀਂ ਓਲਡ ਬੰਦਾ ਲੈ ਕੇ ਆਓਗੇ ਸਿਆਸਤ ਦੇ ਵਿੱਚ, ਉਨਾ ਹੀ ਉਹ ਕਰਪਟ ਹੋਊਗਾ, ਉਨਾ ਹੀ ਲੋਕਾਂ ਨੂੰ ਤੰਗ ਕਰੂਗਾ। ਜਿੰਨਾ ਤੁਸੀਂ ਯੰਗ ਬੰਦਾ ਲੈ ਕੇ ਆਓਗੇ, ਪੜ੍ਹਿਆ ਲਿਖਿਆ ਲੈ ਕੇ ਆਓਗੇ, ਉਹ ਲੋਕਾਂ ਦੇ ਲਈ ਕੰਮ ਕਰੂਗਾ। ਮੈਂ ਗਰੰਟੀ ਕਰਦਾ, ਜਦੋਂ ਮਰਜ਼ੀ ਦੇਖ ਲਓ ਤੁਸੀਂ ਜੀ। ਤੁਸੀਂ ਰਾਜੀਵ ਗਾਂਧੀ ਸੀ ਜਦੋਂ ਪ੍ਰਧਾਨ ਮੰਤਰੀ ਬਣਿਆ, ਹੀ ਵਾਸ ਯੰਗ ਐਂਡ ਹੀ ਡਿਡ ਅ ਰਿਮਾਰਕੇਬਲ ਥਿੰਗਸ। ਲੇਟਰ ਔਨ ਹੀ ਇਨਵੋਲਵ ਇਨ ਕਰਪਸ਼ਨ। ਠੀਕ ਹੈ ਜੀ। ਹੁਣ ਇੱਥੇ ਕੇਜਰੀਵਾਲ 45 years old guy, ਠੀਕ ਹੈ, ਰਿਮਾਰਕੇਬਲ ਥਿੰਗਸ ਸਟਿਲ ਕੀਪ ਔਨ ਡੂਇੰਗ। 50 ਸਾਲਾਂ ਦਾ 51 ਸਾਲਾਂ ਦਾ ਜੋ ਵੀ ਹੈ। ਸੋ ਜਦ ਤੱਕ ਆਪਾਂ ਇਹੋ ਜਿਹੀ ਪਨੀਰੀ ਨਹੀਂ ਲੈ ਕੇ ਆਉਂਦੇ ਜਿਹੜੀ 50 ਤੋਂ 35 ਤੋਂ 45 ਦੇ ਵਿੱਚ ਹੈਗੀ ਆ, ਕਿਸੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਕੋਈ ਸੁਧਾਰ ਨਹੀਂ ਹੋਣਾ। ਮੈਂ ਇੰਡੀਆ ਦੇ ਵਿੱਚ, ਕਿਉਂਕਿ ਜਿੰਨੀ ਜ਼ਿਆਦਾ ਤੁਸੀਂ ਓਲਡ ਬੰਦੇ ਨੂੰ ਲੈ ਕੇ ਆਓਗੇ ਉਨਾ ਹੀ ਉਹਨੂੰ ਪਤਾ ਵੀ ਲੋਕਾਂ ਨੂੰ ਲੜਾ ਕੇ ਹੀ ਮੈਂ ਇੱਥੇ ਜਿੱਤ ਸਕਦਾ, ਲੋਕਾਂ ਤੇ ਅਤਿਆਚਾਰ ਕਰਕੇ ਹੀ ਮੈਂ ਜਿੱਤ ਸਕਦਾ ਜੀ। ਭਾਈ ਇੱਕ ਜਾਣ ਤੋਂ ਪਹਿਲਾਂ ਇੱਕ ਮੈਂ ਨਿੱਕੀ ਜੀ ਪਾਕਿਸਤਾਨ ਦੀ ਗੱਲ ਕਰਨਾ ਚਾਹੂੰਗਾ, ਪਾਕਿਸਤਾਨ ਦੇ ਪੰਜਾਬ ਦੇ ਰਿਲੇਟਡ। 14 ਮਾਰਚ ਜਿਹੜਾ ਕਿ ਪਹਿਲਾ ਦਿਨ ਹੁੰਦਾ ਚੇਤ ਮਹੀਨੇ ਦਾ, ਉਹ ਪੰਜਾਬ ਕਲਚਰਲ ਡੇ ਮਨਾਇਆ ਗਿਆ ਉੱਥੇ। 73 ਸਾਲਾਂ ਬਾਅਦ ਕਿਤੇ ਜਾ ਕੇ ਜਿਹੜੇ ਡਿਸਟ੍ਰਿਕਟ ਲੈਵਲ ਦੇ ਆਫੀਸਰ ਸੀਗੇ ਉਹਨਾਂ ਸਾਰਿਆਂ ਨੂੰ ਇਹ ਹਦਾਇਤ ਦਿੱਤੀ ਗਈ ਸੀ ਤੁਸੀਂ ਪੱਗ ਸਜਾ ਕੇ ਜਿਹੜੀ ਹੈਗੀ ਆਪਣੇ ਆਫਿਸ ਦੇ ਵਿੱਚ ਆਉਣਾ ਹੈਗਾ ਆ। ਤੇ ਪੰਜਾਬੀ ਮਾਂ ਬੋਲੀ ਦੇ ਅੰਦਰ ਕਈ ਜਿਹੜੇ ਹੈਗੇ ਰੰਗਾਰੰਗ ਕਾਰਜਕ੍ਰਮ ਕੀਤੇ ਗਏ ਸੀਗੇ, ਕਿਉਂਕਿ ਆਪਣੇ ਪਾਕਿਸਤਾਨ ਸਾਈਡ ਤੇ ਜਿਹੜਾ ਪੰਜਾਬ ਹੈਗਾ ਆ
ਉੱਥੇ ਕਾਫੀ ਟਾਈਮ ਦੀ ਇੱਕ ਮੁਹਿੰਮ ਚੱਲਦੀ ਹੈਗੀ, ਕਿਉਂਕਿ ਉੱਥੇ ਜਿਹੜੀ ਉਹਨਾਂ ਦੀ ਨੈਸ਼ਨਲ ਲੈਂਗੁਏਜ ਹੈਗੀ ਉਰਦੂ ਆ, ਤੇ ਆਫੀਸ਼ੀਅਲ ਲੈਂਗੁਏਜ ਜਿਹੜੀ ਹੈਗੀ ਆ ਕੰਮਕਾਰ ਦੀ ਬਿਜ਼ਨਸ ਦੀ ਉਹ ਇੰਗਲਿਸ਼ ਸੀਗੀ। ਤੇ ਪਰ ਬਹੁਤਾਤ ਜਿਹੜੀ ਬੋਲੀ ਜਾਂਦੀ ਹੈ ਉਹ ਪੰਜਾਬੀ, ਬਹੁਤਾਤ ਬੋਲੀ ਪੰਜਾਬੀ ਜਾਂਦੀ ਹੈ, ਬਟ ਪੰਜਾਬੀਆਂ ਨੂੰ ਇੱਕ ਅਨਪੜ੍ਹਾਂ ਦੀ ਬੋਲੀ ਸਮਝਿਆ ਜਾਂਦਾ ਸੀਗਾ। ਤੇ ਕਿਤੇ ਨਾ ਕਿਤੇ ਇਹ ਜਿਹੜਾ ਉਪਰਾਲਾ ਉਹਨਾਂ ਨੇ ਕੀਤਾ ਹੈਗਾ, ਤੇ ਉਸ ਦੌਰਾਨ ਉਹਨਾਂ ਨੇ ਜਿਹੜਾ ਹੈਗਾ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਭਗਤ ਸਿੰਘ, ਊਧਮ ਸਿੰਘ, ਇਹਨਾਂ ਸਾਰਿਆਂ ਦੇ ਜਿਹੜੇ ਹੈਗੇ ਪੋਸਟਰ ਵੀ ਲਾਏ ਗਏ ਸੀਗੇ। ਤੇ ਇਹ ਬਹੁਤ ਵੱਡੀ ਗੱਲ ਸੀਗੀ, ਕਿਉਂਕਿ ਜਿੱਥੇ ਆਪਾਂ ਜਿੱਥੇ ਇੰਡੀਅਨ ਮੀਡੀਆ ਜਿਹੜਾ ਹੈਗਾ ਸਾਡਾ ਉਹ ਕਹੀ ਜਾਂਦਾ ਕਿ ਹਾਂ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਹੈਗਾ ਉਹ ਇਸਲਾਮਿਕ ਕੰਟਰੀ ਹੋਣ ਦੇ ਕਾਰਨ ਬਹੁਤ ਜ਼ਿਆਦਾ ਇਸਲਾਮਿਕ ਕੱਟਰਤਾ ਹੈਗੀ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਜਾਂ ਭਗਤ ਸਿੰਘ ਜਾਂ ਊਧਮ ਸਿੰਘ ਦੇ ਬਾਰੇ ਜ਼ਿਕਰ ਕਰਨਾ ਵੀ ਬਹੁਤ ਵੱਡੀ ਗੱਲ ਸੀਗੀ। ਦੇਖੋ ਜੇ ਹੁਣ ਆਪਾਂ ਟਾਈਮ ਥੋੜਾ ਰਹਿ ਗਿਆ, ਕਿਉਂ ਨਾ ਲਾਉਣ ਉਹ ਉਹਨਾਂ ਸਾਰਿਆਂ ਦੀਆਂ ਗਤੀਵਿਧੀਆਂ ਕਿੱਥੋਂ ਚੱਲਦੀਆਂ ਸੀ? ਲਾਹੌਰ ਦੇ ਵਿੱਚੋਂ ਚੱਲਦੀਆਂ ਸੀਗੀਆਂ। ਉਹੀ ਇੱਕ ਮੇਨ ਸ਼ਹਿਰ ਸੀ। ਮਹਾਰਾਜਾ ਰਣਜੀਤ ਸਿੰਘ ਦਾ ਮੇਨ ਸ਼ਹਿਰ ਕਿਹੜਾ ਸੀਗਾ? ਲਾਹੌਰ। ਭਗਤ ਸਿੰਘ ਕਿੱਥੇ ਜਿਹੜਾ ਕਾਂਡ ਜਿੰਨੇ ਕੀਤੇ ਆ ਲਾਹੌਰ ਦੇ ਵਿੱਚ ਕੀਤੇ ਆ। ਊਧਮ ਸਿੰਘ ਨੇ ਵੀ ਇਹੀ ਜਲਿਆਂਵਾਲੇ ਬਾਗ ਤੋਂ ਬਾਅਦ। ਸੋ ਜਿਹੜਾ ਲਾਹੌਰ ਆ ਜਾਂ ਪਾਕਿਸਤਾਨ ਆ ਉਹ ਇੱਕ ਸੈਂਟਰ ਸੀਗਾ ਜਿਹੜਾ ਆਜ਼ਾਦੀ ਦੀ ਲੜਾਈ ਦਾ। ਸੋ ਪੰਜਾਬ ਦਾ ਅਸਲ ਦਿੱਲੀ ਲਾਹੌਰ ਸੀਗਾ ਜੀ। ਹਾਂਜੀ। ਸੋ ਉੱਥੇ ਉਹ ਪੰਜਾਬ ਜਿਹੜਾ ਲਾਹੌਰ ਵਾਲੇ ਕਿਉਂ ਨਾ ਕਰਨ ਫਿਰ ਜੀ, ਕਿਉਂਕਿ ਇੰਨੇ ਵੱਡੇ ਯੋਧੇ ਪੈਦਾ ਕੀਤੇ, ਇੰਨੇ ਵੱਡੇ ਉੱਥੇ ਕੰਮਕਾਰ ਕੀਤੇ ਉਹਨੂੰ ਤਾਂ ਮਾਣ ਮਹਿਸੂਸ ਤਾਂ ਕਰਨਾ ਹੀ ਕਰਨਾ। ਉਸ ਅਫਸੋਸ ਦੀ ਗੱਲ ਇਹ ਹੈ ਕਿ ਇਹਨਾਂ ਨੂੰ 73 ਇਅਰਸ ਜਿਹੜੇ ਹੈਗੇ ਲੱਗੇ ਹੈਗੇ ਇਸ ਚੀਜ਼ ਨੂੰ ਚਲੋ ਕੋਈ ਨਹੀਂ, ਦੇਰ ਆ ਦਰੁਸਤ ਆ। ਪਰ ਇੱਕ ਵਾਰੀ ਫਿਰ ਇਮਰਾਨ ਖਾਨ ਸਾਹਿਬ ਦਾ ਧੰਨਵਾਦ ਕਿ ਉਹਨਾਂ ਨੇ ਇਸ ਦਿਨ ਨੂੰ ਮਨਾਉਣ ਦੀ ਆਗਿਆ ਦਿੱਤੀ। ਬਿਲਕੁਲ ਜੀ, ਅਸੀਂ ਧੰਨਵਾਦ ਕਰਦੇ ਸਾਰਿਆਂ ਦਾ। ਆਪਾਂ ਲਈ ਇਜਾਜ਼ਤ ਹੁਣ ਜੀ, ਆਪਣਾ ਟਾਈਮ ਹੋ ਗਿਆ। ਸੋ ਸਾਨੂੰ ਦਿਓ ਇਜਾਜ਼ਤ ਜੀ। ਵਸਦੇ ਰਹੋ, ਰਸਤੇ ਰਹੋ। ਤਾਂ ਕਰੋਨਾ ਤੋਂ ਥੋੜ੍ਹੀ ਸਾਵਧਾਨੀ ਵਰਤੋ। ਇਹਨਾਂ ਖੇਡਣ ਦੀ ਕੋਸ਼ਿਸ਼ ਨਾ ਕਰੋ ਜਿਸ ਤਰੀਕੇ ਨਾਲ ਕਿਹਾ ਜਾਂਦਾ ਨਾ ਵੀ ਇਟਸ ਕਾਈਂਡ ਆਫ ਫੁੱਫੜ ਡਰਦੇ ਸਾਰੇ ਹੀ ਆ, ਪਰ ਮੰਨਦੇ ਗੱਲ ਹੈ ਨਹੀਂ ਕੋਈ ਵੀ ਤੁਸੀਂ ਉਹਦੀ। ਸੋ ਥੋੜ੍ਹਾ ਜਿਹਾ ਉਹ ਤੋਂ ਡਰ ਕੇ ਰਹੋ ਤਾਂ ਕਿ ਆਪਾਂ ਜਿਹੜੇ ਤੋਂ ਬਚਾਅ ਕਰ ਸਕੀਏ, ਆਪਣੇ ਲੋਕਡਾਊਨ ਦੇ ਵਿੱਚ ਨਾ ਜਾਈਏ। ਤਾਂ ਬਾਕੀ ਜਿਹੜੀ ਫਾਈਨੈਂਸ਼ੀਅਲ ਜਿਹੜੀ ਆ ਉਹਦੇ ਵਿੱਚ ਆਪਾਂ ਮੁੜ ਕੇ ਫਿਰ ਗਲਤਾਨ ਨਾ ਹੋ ਜਾਈਏ ਵੀ ਮੁੜ ਕੇ ਆਪਾਂ ਨੂੰ ਡਿਪਰੈਸ਼ਨ ਦੇ ਵਿੱਚ ਹੀ ਜਾਣਾ ਪਵੇ ਜੀ। ਠੀਕ ਹੈ ਜੀ ਨਾ। ਇਹ ਫਾਇਰ ਆ ਕਰੋਨਾ, ਖੇਡਣ ਦੀ ਕੋਸ਼ਿਸ਼ ਨਾ ਕਰੋ। ਸੋ ਕਿਉਂਕਿ ਹੱਥ ਹੀ ਸਾਡੇ ਇਹਨਾਂ। ਸੋ ਬਚਾਅ ਦੇ ਵਿੱਚ ਹੀ ਬਚਾਅ ਆ ਜੀ। ਇੰਨਾ ਕਹਿੰਦੇ ਹੋਏ ਆਪਾਂ ਇਜਾਜ਼ਤ ਲਈਏ। ਸਤਿ ਸ਼੍ਰੀ ਅਕਾਲ ਜੀ।